ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ और ਬਖਸ਼ਿਸ਼ਾਂ करने वाला है। उस परमात्मा ने, उस प्रभु ने इस संसार ਨੂੰ ਬਣਾਇਆ, और ਜਦੋਂ ਸੰਸਾਰ ਬਣਾਇਆ ਤਾਂ ਸੰਸਾਰ ਨੂੰ ਬਣਾਉਣ ਤੋਂ ਬਾਅਦ परमात्मा ने 84 ਲੱਖ ਯੂਨੀਆਂ ਦਾ ਨਿਰਮਾਣ ਕੀਤਾ, और फिर परमात्मा ने बनाया इंसान ਨੂੰ। और ਜਦੋਂ इंसान ਨੂੰ प्रभु ने बनाया ਤਾਂ ਫਿਰ इंसान ਨੂੰ ਸਮਝਾਉਣ ਵਾਸਤੇ, ਸਹੀ ਮਾਰਗ ਦਿਖਾਉਣ ਵਾਸਤੇ ਸਮੇਂ-ਸਮੇਂ ਸਿਰ ਅਲੱਗ-ਅਲੱਗ ਦੇਸ਼ਾਂ 'ਚ परमात्मा ਆਪਣੇ ਪਿਆਰਿਆਂ ਨੂੰ, ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ, ਅਵਤਾਰਾਂ ਨੂੰ, ਸੰਤਾਂ ਨੂੰ ਦੁਨੀਆ ਤੇ ਭੇਜਦਾ ਰਿਹਾ। ਕਿਉਂਕਿ ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਨੂੰ ਸੰਸਾਰ ਤੇ ਭੇਜਣ ਦਾ ਮਕਸਦ ਕੀ ਸੀ परमात्मा ਦਾ? ਕਿਉਂਕਿ ਜਦੋਂ ਇਨਸਾਨ ਦੁਨੀਆ ਤੇ ਆਇਆ ਤਾਂ ਇਨਸਾਨ ਇਸ ਸੰਸਾਰ 'ਚ ਆ ਕੇ ਸੰਸਾਰ ਦੇ ਐਸੇ ਰੰਗ ਤਮਾਸ਼ੇ ਇਨਸਾਨ ਨੇ ਦੇਖੇ ਕਿ ਇਨਸਾਨ ਆਪਣੇ ਅਸਲੀ ਮਕਸਦ ਨੂੰ ਹੀ, ਆਪਣੀ ਅਸਲੀ ਮੰਜ਼ਿਲ ਨੂੰ ਹੀ ਭੁੱਲ ਕੇ ਬਹਿ ਗਿਆ। ਔਰ ਇਨਸਾਨ ਉਹ ਕਰਮ ਕਰਨ ਲੱਗ ਗਿਆ, ਉਸ ਰਸਤੇ ਇਨਸਾਨ ਚੱਲਣ ਲੱਗ ਗਿਆ ਜਿਸ ਰਸਤੇ ਚੱਲ ਕੇ ਇਨਸਾਨ ਨੇ ਆਪਣੇ ਜੀਵਨ ਨੂੰ ਹੀ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਨਾਲ ਭਰਪੂਰ ਕਰ ਲਿਆ। ਇਸ ਲਈ ਤਾਂ ਅੱਜ ਵੀ ਅਗਰ ਇਨਸਾਨ ਆਪਣੇ ਜੀਵਨ ਨੂੰ ਦੇਖੇ ਤਾਂ ਆਪਣੇ ਜੀਵਨ 'ਚ ਇਨਸਾਨ ਨੂੰ ਸ਼ਾਂਤੀ ਘੱਟ, ਆਨੰਦ ਘੱਟ, ਖੁਸ਼ੀ ਘੱਟ, ਅਸ਼ਾਂਤੀ ਜ਼ਿਆਦਾ, ਪਰੇਸ਼ਾਨੀ ਜ਼ਿਆਦਾ, ਦੁੱਖ ਜ਼ਿਆਦਾ ਨਜ਼ਰ ਆਉਂਦੇ ਹੈ। ਅਗਰ ਇਨਸਾਨ ਆਪਣੀ ਤਰਫ ਦੇਖਦਾ ਹੈ, ਆਪਣੇ ਜੀਵਨ ਦੀ ਤਰਫ ਦੇਖਦਾ ਹੈ, ਤਾਂ ਆਪਣੇ ਜੀਵਨ ਨੂੰ ਦੇਖ ਕੇ ਇਨਸਾਨ ਦੇ ਅੰਦਰੋਂ ਇਹੀ ਆਵਾਜ਼ ਆਉਂਦੀ ਕਿ ਮੇਰੇ ਜੀਵਨ 'ਚ ਬੜੇ ਦੁੱਖ ਹੈ, ਮੇਰੇ ਜੀਵਨ 'ਚ ਬੜੀਆਂ ਪਰੇਸ਼ਾਨੀਆਂ ਹੈ, ਮੇਰੇ ਜੀਵਨ 'ਚ ਕੋਈ ਸ਼ਾਂਤੀ ਨਹੀਂ ਹੈ। ਇੱਥੇ ਤੱਕ ਕਿ ਇਨਸਾਨ ਜਦੋਂ ਸਿਮਰਨ ਤੇ ਵੀ ਬਹਿੰਦਾ ਤਾਂ ਵੀ ਇਨਸਾਨ ਦੀ ਇਹੀ ਗੱਲ ਹੁੰਦੀ ਹੈ ਕਿ ਮੈਨੂੰ ਸ਼ਾਂਤੀ ਨਹੀਂ ਹੈ, ਮੇਰਾ ਮਨ ਬੜਾ ਅਸ਼ਾਂਤ ਹੈ। ਹੁਣ ਜ਼ਰਾ ਸਮਝਣਾ, ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਔਰ ਇਨਸਾਨ ਦੀ ਮੰਜ਼ਿਲ ਹੈ ਉਹ ਆਨੰਦ। ਜਿਸ ਤਰ੍ਹਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਪਰਮਾਨੰਦ ਨੇ ਸਾਨੂੰ ਜੀਵਨ ਦਿੱਤਾ ਹੈ, ਪਰਮਾਨੰਦ ਚੋਂ ਅਸੀਂ ਪੈਦਾ ਹੋਏ ਹਾਂ, ਪਰਮਾਨੰਦ ਨੇ ਸਾਨੂੰ ਬਣਾਇਆ ਹੈ। ਤਾਂ ਜੇ ਪਰਮਾਨੰਦ ਨੇ ਸਾਨੂੰ ਬਣਾਇਆ ਤਾਂ ਸਾਡਾ ਜੀਵਨ ਵੀ ਪਰਮਾਨੰਦ ਹੋਣਾ ਚਾਹੀਦਾ ਸੀ। ਜਿੱਦਾਂ ਜਿਹੜੀ ਚੀਜ਼ ਗੁੜ ਤੋਂ ਬਣੀ ਹੁੰਦੀ ਹੈ ਉਹ ਮਿੱਠੀ ਹੋਣੀ ਹੈ, ਸਮਝਦੇ ਹੋ ਕਿ ਨਹੀਂ? ਜਿਹੜੀ ਚੀਜ਼ ਨਮਕ ਤੋਂ ਬਣੀ ਹੈ ਉਹ ਨਮਕੀਨ ਹੀ ਹੋਣੀ ਹੈ। ਹੁਣ ਇਹ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਜਦੋਂ ਬਣੀ ਤਾਂ ਚੀਜ਼ ਗੁੜ ਤੋਂ ਹੋਵੇ ਕੌੜੀ, ਤਾਂ ਬੰਦਾ ਵੀ ਹੈਰਾਨ ਹੁੰਦਾ ਹੈ ਕਿ ਮਿੱਠੇ ਤੋਂ ਬਣੀ ਹੋਈ ਚੀਜ਼ ਕੌੜੀ ਕਿੱਦਾਂ ਹੋ ਸਕਦੀ ਹੈ? ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਗਲਤੀ ਹੈ, ਸਮਝਦੇ ਹੋ ਕਿ ਨਹੀਂ? ਕਿਤੇ ਨਾ ਕਿਤੇ ਕੋਈ ਭੁੱਲ ਹੈ, ਕਿਉਂਕਿ ਅਗਰ ਉਹ ਭੁੱਲ ਦਾ ਸੁਧਾਰ ਕਰ ਲਿਆ ਜਾਵੇ ਤਾਂ ਫਿਰ ਜੇ ਚੀਜ਼ ਮਿੱਠੇ ਤੋਂ ਬਣੀ ਹੈ ਤਾਂ ਮਿੱਠੀ ਹੋਣੀ ਚਾਹੀਦੀ ਹੈ, ਸਮਝਦੇ ਹੋ ਕਿ ਨਹੀਂ? ਹੁਣ ਜੇ ਪਰਮਾਨੰਦ ਤੋਂ ਸਾਨੂੰ ਜ਼ਿੰਦਗੀ ਮਿਲੀ ਹੈ, ਪਰਮਾਨੰਦ ਯਾਨੀ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ, ਤਾਂ ਫਿਰ ਤਾਂ ਸਾਡੇ ਜੀਵਨ 'ਚ ਆਨੰਦ ਹੀ ਆਨੰਦ ਹੋਣਾ ਚਾਹੀਦਾ ਹੈ। ਪਰ ਫਿਰ ਵੀ ਜੇ ਸਾਡੇ ਜੀਵਨ 'ਚ ਪਰੇਸ਼ਾਨੀਆਂ ਹੈ, ਤਕਲੀਫਾਂ ਹੈ, ਦੁੱਖ ਹੈ, ਅਸ਼ਾਂਤੀ ਹੈ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਬੰਦਾ ਕੋਈ ਭੁੱਲ ਕਰ ਰਿਹਾ ਹੈ, ਕਿਤੇ ਨਾ ਕਿਤੇ ਕੋਈ ਗਲਤੀ ਕਰ ਰਿਹਾ ਹੈ। ਸਮਝਣਾ ਜ਼ਰਾ ਸਾਰਿਆਂ ਨੇ। ਹੁਣ ਉਹ ਗਲਤੀ ਕੀ ਹੈ? ਅਗਰ ਉਹ ਗਲਤੀ ਦਾ ਸਾਨੂੰ ਪਤਾ ਲੱਗ ਜਾਵੇ ਔਰ ਅਸੀਂ ਆਪਣੀ ਗਲਤੀ ਦਾ ਸੁਧਾਰ ਕਰ ਲਈਏ ਤਾਂ ਫਿਰ ਜੇ ਆਨੰਦ ਨੇ ਸਾਨੂੰ ਜੀਵਨ ਦਿੱਤਾ ਹੈ ਤਾਂ ਸਾਡਾ ਜੀਵਨ ਵੀ ਆਨੰਦਮਈ ਹੋ ਸਕਦਾ ਹੈ। ਪਰ ਉਦੋਂ ਹੀ ਹੋ ਸਕਦਾ ਹੈ ਜਦੋਂ ਅਸੀਂ ਆਪਣੀ ਗਲਤੀ ਦਾ ਸੁਧਾਰ ਕਰਾਂਗੇ, ਔਰ ਸੁਧਾਰ ਕਰਨ ਵਾਸਤੇ ਗਲਤੀ ਨੂੰ ਸਮਝਣਾ ਵੀ ਜ਼ਰੂਰੀ ਹੈ। ਇਸ ਲਈ ਪਰਮਾਤਮਾ ਸੰਤਾਂ, ਗੁਰੂਆਂ, ਰਹਿਬਰਾਂ ਨੂੰ, ਪੀਰਾਂ, ਫਕੀਰਾਂ ਨੂੰ ਦੁਨੀਆ ਤੇ ਭੇਜਦਾ ਹੈ ਕਿ ਇਹ ਜਿਹੜੇ ਮੇਰੇ ਬਣਾਏ ਹੋਏ ਇਨਸਾਨ ਹੈ, ਜੋ ਮੇਰੇ ਬਣਾਏ ਹੋਏ ਜੀਵ ਹੈ, ਜਿਨ੍ਹਾਂ ਦੇ ਅੰਦਰ ਹੀ ਆਨੰਦ ਵਾਸ ਕਰਦਾ ਹੈ, ਪਰ ਫਿਰ ਵੀ ਉਹ ਦੁੱਖਾਂ 'ਚ ਆਪਣੀ ਜ਼ਿੰਦਗੀ ਜੀ ਰਹੇ ਹੈ, ਜਾਓ ਜਾ ਕੇ ਇਹਨਾਂ ਦੀ ਇਹ ਕਮੀ ਨੂੰ, ਇਹ ਗਲਤੀ ਨੂੰ ਦੂਰ ਕਰੋ, ਇਹ ਗਲਤੀ ਦਾ ਸੁਧਾਰ ਕਰੋ, ਤਾਂ ਕਿ ਇਹਨਾਂ ਦਾ ਜੀਵਨ ਆਨੰਦਮਈ ਬਣ ਸਕੇ, ਤਾਂ ਕਿ ਇਹਨਾਂ ਦੇ ਜੀਵਨ 'ਚ ਵੀ ਖੁਸ਼ੀਆਂ ਆ ਸਕਣ। ਕਿਉਂਕਿ ਜਿਸ ਤਰ੍ਹਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਇੱਕ ਪਿਤਾ ਹਮੇਸ਼ਾ ਚਾਹੁੰਦਾ ਹੈ ਕਿ ਮੇਰਾ ਬੱਚਾ ਸਦਾ ਖੁਸ਼ ਰਵੇ, ਆਨੰਦਿਤ ਰਵੇ। ਕੋਈ ਬਾਪ ਕਦੀ ਨਹੀਂ ਇਹ ਚਾਹੁੰਦਾ ਮੇਰਾ ਬੇਟਾ ਦੁਖੀ ਰਵੇ, ਮੇਰੇ ਬੱਚੇ ਪਰੇਸ਼ਾਨ ਰਹਿਣ, ਚਾਹੇ ਲੜਕਾ ਹੈ ਚਾਹੇ ਲੜਕੀ ਹੈ। ਹਰ ਬਾਪ ਇਹੀ ਚਾਹੇਗਾ ਕਿ ਮੇਰੇ ਬੱਚੇ ਖੁਸ਼ ਰਹਿਣ, ਮੇਰੇ ਬੱਚਿਆਂ ਨੂੰ ਜੀਵਨ 'ਚ ਕੋਈ ਕਮੀ ਨਾ ਆਵੇ। ਪਰ ਜਦੋਂ ਬੱਚੇ ਕੁਝ ਐਸਾ ਕਰਨ ਜਿਹਦੇ ਕਰਕੇ ਉਹਨਾਂ ਦਾ ਜੀਵਨ ਦੁੱਖਾਂ ਨਾਲ ਭਰ ਜਾਵੇ ਤਾਂ ਫਿਰ ਬਾਪ ਨੂੰ ਵੀ ਕੋਈ ਨਾ ਕੋਈ ਹੀਲਾ ਵਸੀਲਾ ਬਣਾਉਣਾ ਪੈਂਦਾ ਹੈ ਤਾਂ ਕਿ ਕਿਸੇ ਤਰ੍ਹਾਂ ਇਹਨਾਂ ਦੀ ਗਲਤੀ ਦੂਰ ਹੋਵੇ, ਇਹਨਾਂ ਦੀ ਕਮੀ ਦੂਰ ਹੋਵੇ, ਔਰ ਇਹਨਾਂ ਨੂੰ ਵੀ ਉਸ ਕਮੀ ਦਾ ਅਹਿਸਾਸ ਹੋਵੇ
ਔਰ ਅਹਿਸਾਸ ਹੁੰਦਾ ਹੈ ਤਾਂ ਫਿਰ ਇਨਸਾਨ ਉਹਦਾ ਸੁਧਾਰ ਕਰਦਾ ਹੈ, ਔਰ ਜਦੋਂ ਸੁਧਾਰ ਕਰਦਾ ਹੈ ਤਾਂ ਫਿਰ ਜੀਵਨ 'ਚ ਉਹ ਪ੍ਰਭੂ ਦੀ ਕਿਰਪਾ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਮੇਂ-ਸਮੇਂ ਸਿਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਰੂਪ 'ਚ ਪਰਮਾਤਮਾ ਆਪਣੇ ਪਿਆਰਿਆਂ ਨੂੰ ਭੇਜਦਾ ਰਿਹਾ ਤਾਂ ਕਿ ਉਹ ਭੁੱਲੇ ਭਟਕਿਆਂ ਨੂੰ ਰਸਤਾ ਦਿਖਾ ਸਕਣ। ਇਸੇ ਤਰ੍ਹਾਂ ਇਸ ਸੰਸਾਰ ਤੇ ਇੱਕ ਦੇਸ਼ ਜਿਹਨੂੰ ਜਰਮਨ ਕਿਹਾ ਜਾਂਦਾ ਹੈ, ਜਰਮਨੀ, ਜੋ ਯੂਰਪ ਦੇ ਵਿੱਚ ਪੈਂਦਾ ਹੈ, ਜਰਮਨ ਦੇ ਵਿੱਚ ਵੀ ਪਰਮਾਤਮਾ ਨੇ ਆਪਣੇ ਇੱਕ ਪਿਆਰੇ ਨੂੰ ਭੇਜਿਆ ਜਿਨ੍ਹਾਂ ਦਾ ਨਾਮ ਸੀ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਮਾਸਟਰ ਇੱਕ ਹਾਰਟ, ਯਾਨੀ ਸੈਂਟ ਇੱਕ ਹਾਰਟ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ, ਪਰ ਜ਼ਿਆਦਾਤਰ ਉਹਨਾਂ ਨੂੰ ਮਾਸਟਰ ਇੱਕ ਹਾਰਟ ਕਿਹਾ ਜਾਂਦਾ ਹੈ। ਉਹ ਵੀ ਪਰਮਾਤਮਾ ਦੇ ਇੱਕ ਐਸੇ ਪਿਆਰੇ ਸੰਤ ਹੋਏ ਹੈ, ਐਸੇ ਪਿਆਰੇ ਫਕੀਰ ਹੋਏ ਹੈ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਆ, ਇਸ ਤਰ੍ਹਾਂ ਉਹ ਜੀਵਨ ਜੀ ਕੇ ਗਏ, ਔਰ ਇਸ ਤਰ੍ਹਾਂ ਦੇ ਉਹਨਾਂ ਨੇ ਨੁਕਤੇ ਦੱਸੇ, ਇਸ ਤਰ੍ਹਾਂ ਦੀਆਂ ਉਹਨਾਂ ਨੇ ਯੁਕਤੀਆਂ ਦਸੀਆਂ, ਇਸ ਤਰ੍ਹਾਂ ਦੀਆਂ ਵਿਧੀਆਂ ਦਸੀਆਂ ਆਪਣੇ ਪਿਆਰਿਆਂ ਨੂੰ ਕਿ ਅਗਰ ਉਹਨਾਂ ਵਿਧੀਆਂ ਨੂੰ ਅਸੀਂ ਸਮਝ ਲਈਏ, ਉਹਨਾਂ ਯੁਕਤੀਆਂ ਨੂੰ ਅਸੀਂ ਸਮਝ ਲਈਏ ਤਾਂ ਅਸੀਂ ਬੜੀ ਆਸਾਨੀ ਨਾਲ ਆਪਣੇ ਜੀਵਨ ਦੇ ਦੁੱਖਾਂ ਤੋਂ ਮੁਕਤ ਹੋ ਸਕਦੇ ਹਾਂ ਔਰ ਆਪਣੇ ਜੀਵਨ 'ਚੋਂ ਸੱਚੇ ਆਨੰਦ ਨੂੰ ਹਾਸਿਲ ਕਰ ਸਕਦੇ ਹਾਂ, ਉਹ ਸੱਚੇ ਆਨੰਦ ਨੂੰ ਪ੍ਰਾਪਤ ਕਰ ਸਕਦੇ ਹਾਂ। ਅੱਜ ਅਸੀਂ ਸੰਤ ਏਕ ਹਾਰਟ, ਜੋ ਮਾਸਟਰ ਏਕ ਹਾਰਟ ਸੀ, ਉਹਨਾਂ ਦੇ ਜੀਵਨ ਨੂੰ ਥੋੜਾ ਸਮਝਣਾ ਹੈ ਕਿ ਉਹਨਾਂ ਨੇ ਜਦ ਵੀ ਉਹਨਾਂ ਦੇ ਕੋਲ ਕੋਈ ਦੁਖੀ ਪਰੇਸ਼ਾਨ ਇਨਸਾਨ ਆਂਦਾ ਸੀ ਔਰ ਆ ਕੇ ਕੋਈ ਸਵਾਲ ਕਰਦਾ ਸੀ ਤਾਂ ਕਿਸ ਤਰ੍ਹਾਂ ਉਹਨੂੰ ਸਮਝਾਉਂਦੇ ਸੀ, ਕੀ ਦਿਸ਼ਾ ਦਿਖਾਉਂਦੇ ਸੀ, ਕਿਹੜੇ ਮਾਰਗ ਤੇ ਚਲਾਉਂਦੇ ਸੀ ਜਿਸ ਤੇ ਚੱਲ ਕੇ ਇਨਸਾਨ ਆਪਣੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਸੀ। ਹੁਣ ਉਹਨਾਂ ਦੇ ਦੱਸੇ ਹੋਏ ਰਸਤੇ ਨੂੰ ਅਗਰ ਅਸੀਂ ਵੀ ਸਮਝ ਲਈਏ ਤਾਂ ਫਿਰ ਸਾਨੂੰ ਵੀ ਆਪਣੇ ਦੁੱਖਾਂ ਤੋਂ ਮੁਕਤੀ ਦਾ ਮਾਰਗ ਮਿਲ ਜਾਏਗਾ, ਸਾਨੂੰ ਵੀ ਉਸ ਆਨੰਦ ਤੱਕ ਪਹੁੰਚਣ ਦੀ ਯੁਕਤੀ ਮਿਲ ਜਾਏਗੀ। ਕਿਉਂਕਿ ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਹਰ ਸੰਤ, ਗੁਰੂ, ਰਹਿਬਰ, ਪੀਰ, ਫਕੀਰ, ਉਹਦਾ ਮਕਸਦ ਇਹੀ ਹੁੰਦਾ ਕਿ ਕਿਸੇ ਤਰ੍ਹਾਂ ਸਾਡੇ ਜੀਵਨ ਨੂੰ ਆਨੰਦ ਨਾਲ ਭਰਪੂਰ ਕੀਤਾ ਜਾਵੇ। ਇਸ ਲਈ ਤੁਸੀਂ ਸੰਤ ਕਬੀਰ ਜੀ ਦੀ ਬਾਣੀ ਵੀ ਸੁਣਦੇ ਹੋ, ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਵੀ ਸੁਣਦੇ ਹੋ, ਜਾਂ ਹੋਰ ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਦੀ ਬਾਣੀ ਵੀ ਸੁਣਦੇ ਹੋ, ਤਾਂ ਉਹਨਾਂ ਸਾਰਿਆਂ ਨੂੰ ਅਗਰ ਅਸੀਂ ਗੌਰ ਨਾਲ ਦੇਖੀਏ ਤਾਂ ਉਹਨਾਂ ਦੇ ਜੀਵਨ ਚੋਂ ਇਨਸਾਨ ਨੂੰ ਕਿਹੜੀ ਸਿੱਖਿਆ ਮਿਲਦੀ ਹੈ? ਉਹਨਾਂ ਦੇ ਜੀਵਨ ਚੋਂ, ਹਰ ਗੁਰੂ ਰਹਿਬਰ ਦੇ ਜੀਵਨ ਚੋਂ ਇਹੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਜੀਣ ਦਾ ਢੰਗ ਕੀ ਹੈ, ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ ਹੈ ਔਰ ਕਿਸ ਮਾਰਗ ਤੇ ਚੱਲ ਕੇ ਤੂੰ ਆਪਣੇ ਜਨਮ ਨੂੰ ਸਫਲ ਕਰਨਾ ਹੈ। ਇਸ ਲਈ ਹੁਣ ਮਾਸਟਰ ਏਕ ਹਾਰਟ, ਉਹਨਾਂ ਨੇ ਕੀ ਕਿਹਾ, ਕਿਹੜਾ ਮਾਰਗ ਦੱਸਿਆ ਇਨਸਾਨ ਦੇ ਜੀਵਨ ਨੂੰ ਸਫਲ ਬਣਾਉਣ ਵਾਸਤੇ? ਉਹਨਾਂ ਦੀ ਉਹ ਬਾਣੀ ਨੂੰ, ਉਹਨਾਂ ਦੇ ਉਹ ਸ਼ਬਦਾਂ ਨੂੰ ਸਮਝਣ ਤੋਂ ਪਹਿਲਾਂ ਉਹਨਾਂ ਦੇ ਜੀਵਨ ਦੀਆਂ ਦੋ ਘਟਨਾ ਸਮਝ ਲਈਏ, ਉਹਨਾਂ ਦੇ ਜੀਵਨ ਦੀਆਂ ਦੋ ਸਾਖੀਆਂ ਪਹਿਲਾਂ ਸਮਝ ਲਈਏ, ਕਿਉਂਕਿ ਨਾਮ ਹੀ ਬੜਾ ਪਿਆਰਾ, ਏਕ ਹਾਰਟ, ਸਮਝਦੇ ਹੋ ਕਿ ਨਹੀਂ? ਇਸ ਲਈ ਇੱਥੇ ਇਹ ਨਾਮ ਦੀ ਗਹਿਰਾਈ ਤਾਂ ਬਹੁਤ ਹੈ, ਪਰ ਅਸੀਂ ਕਹਿਣਾ ਚਾਹਾਂਗੇ ਆਪਣੇ ਤਰੀਕੇ ਨਾਲ ਥੋੜਾ ਸਮਝਾਈਏ ਤੁਹਾਨੂੰ ਕਿ ਜੇ ਇਨਸਾਨ ਨੇ ਪ੍ਰਭੂ ਨੂੰ ਪਾਣਾ ਹੈ ਤਾਂ ਫਿਰ ਉਹਨੂੰ ਇੱਕੋ ਹੀ ਹਾਰਟ ਦਾ ਹੋਣਾ ਚਾਹੀਦਾ ਹੈ। ਸਮਝਦੇ ਹੋ ਕਿ ਨਹੀਂ? ਜਰਾ ਸਮਝਣਾ ਸਾਰੇ ਜੀ, ਕਿਉਂਕਿ ਅੱਜ ਅਗਰ ਇਨਸਾਨ ਦੇਖੇ ਤਾਂ ਇਨਸਾਨ ਦਾ ਦਿਲ ਤਾਂ ਇੱਕੋ ਹੀ ਹੈ, ਜੇ ਮੈਡੀਕਲ ਸਾਇੰਸ ਦੀਆਂ ਨਜ਼ਰਾਂ ਨਾਲ ਦੇਖੇ। ਸਮਝਦੇ ਹੋ ਕਿ ਨਹੀਂ? ਮੈਡੀਕਲ ਸਾਇੰਸ ਦਾ ਮਤਲਬ ਹੈ ਤੁਸੀਂ ਲੈਬੋਰਟਰੀ 'ਚ ਜਾਂਦੇ ਹੋ, ਉਹਨਾਂ ਨੂੰ ਕਹਿੰਦੇ ਹੋ ਐਕਸ-ਰੇ ਕਰੋ ਜਾਂ ਸਕੈਨ ਕਰੋ, ਦੇਖੋ ਕਿੰਨੇ ਦਿਲ ਹੈ, ਤਾਂ ਉਹਨਾਂ ਨੇ ਕਹਿਣਾ ਇੱਕੋ ਹੀ ਦਿਲ ਹੈ ਭਾਈ ਤੇਰੇ ਸਰੀਰ ਦੇ ਅੰਦਰ। ਹੁਣ ਫਿਜ਼ੀਕਲੀ ਦੇਖਿਆ ਜਾਵੇ ਤਾਂ ਦਿਲ ਇੱਕੋ ਹੀ ਹੈ, ਪਰ ਮੈਂਟਲੀ ਦੇਖਿਆ ਜਾਵੇ ਤਾਂ ਇਨਸਾਨ ਦੇ ਹਜ਼ਾਰਾਂ ਹੀ ਦਿਲ ਹੈ, ਕਿਤੇ ਇੱਥੇ ਦਿੱਤਾ ਹੈ, ਕਿਤੇ ਉੱਥੇ ਦਿੱਤਾ, ਕਿਤੇ ਇੱਥੇ ਲਾਇਆ, ਕਿਤੇ ਉੱਥੇ ਲਾਇਆ ਹੋਇਆ ਹੈ। ਹੁੰਦਾ ਹੈ ਕਿ ਨਹੀਂ? ਬੰਦਾ ਕਹਿੰਦਾ ਨਾ ਜੇ ਆ ਇਦਾਂ ਹੋ ਗਿਆ ਮੇਰਾ ਦਿਲ ਟੁੱਟ ਜਾਣਾ, ਜੇ ਉਹ ਇਦਾਂ ਹੋ ਗਿਆ ਮੇਰਾ ਦਿਲ ਟੁੱਟ ਜਾਣਾ, ਪਤਾ ਨਹੀਂ ਕਿੰਨੇ ਕੁ ਦਿਲ ਹੈ ਤੇਰੇ ਭਾਈ ਜਿਹੜੇ ਟੁੱਟੀ ਜਾਣੇ ਹੈ। ਉਹਨੇ ਕੁਝ ਕਹਿਤਾ ਤਾਂ ਦਿਲ ਟੁੱਟ ਗਿਆ, ਉਹਨਾਂ ਕੁਝ ਕਹਿਤਾ ਤਾਂ ਦਿਲ ਟੁੱਟ ਗਿਆ। ਜਿੱਦਾਂ ਕਈ ਵਾਰ ਦੇਖਦੇ ਨਾ, ਇੱਕ ਦੋਸਤ ਨੇ ਕੁਝ ਯਾਰ ਤੂੰ ਤਾਂ ਮੇਰਾ ਦਿਲ ਤੋੜ ਦਿੱਤਾ, ਜਾਂ ਕਿਸੇ ਨੇ ਆਹ ਤਾਂ ਮੇਰਾ ਦਿਲ ਹੀ ਟੁੱਟ ਗਿਆ। ਕੋਈ ਪੁੱਛਣ ਵਾਲਾ ਹੋਵੇ ਕਿੰਨੇ ਕੁ ਦਿਲ ਅੰਦਰ ਰੱਖੇ ਹੋਏ ਆ, ਇੱਕ ਟੁੱਟਦਾ ਦੂਜਾ ਆ ਜਾਂਦਾ, ਦੂਜਾ ਟੁੱਟਦਾ ਤੀਜਾ ਆ ਜਾਂਦਾ। ਹੁਣ ਮੈਂਟਲੀ ਤੌਰ ਤੇ ਦੇਖਿਆ ਜਾਵੇ, ਫਿਜ਼ੀਕਲੀ ਤਾਂ ਹਾਰਟ ਇੱਕੋ ਹੀ ਹੈ ਜਿਹਦਾ ਕੰਮ ਹੈ ਪੰਪ ਕਰਨਾ, ਸਾਡੀ ਪੂਰੀ ਬਾਡੀ ਨੂੰ ਬਲੱਡ ਪਹੁੰਚਾਉਣਾ, ਪਰ ਮੈਂਟਲੀ ਤੌਰ ਤੇ ਦੇਖਿਆ ਜਾਵੇ ਤਾਂ ਇਨਸਾਨ ਦੇ ਬਹੁਤ ਦਿਲ ਨੇ। ਜ਼ਰਾ ਸੱਚ ਦੱਸਿਓ, ਤਾਂ ਹੀ ਤਾਂ ਜਗ੍ਹਾ ਜਗ੍ਹਾ ਇਨਸਾਨ ਆਪਣੇ ਦਿਲਾਂ ਨੂੰ ਲਾ ਕੇ ਬੈਠਾ ਹੈ। ਇਨਸਾਨ ਦਾ ਧਨ ਵਿੱਚ ਦਿਲ ਲੱਗਾ ਹੈ, ਮਕਾਨਾਂ 'ਚ ਦਿਲ ਲੱਗਾ ਹੈ, ਜ਼ਮੀਨਾਂ 'ਚ ਦਿਲ ਲੱਗਾ ਹੈ, ਕਿੰਨੇ ਮੈਂਬਰਾਂ 'ਚ ਦਿਲ ਲੱਗਾ ਹੈ, ਯਾਨੀ ਕਿਹੜੀ ਕਿਹੜੀ ਜਗ੍ਹਾ ਨਹੀਂ ਹੈ ਜਿੱਥੇ ਇਨਸਾਨ ਦਾ ਹਿਰਦਾ ਫਸਿਆ ਹੋਇਆ ਹੈ, ਲੱਗਾ ਹੋਇਆ ਹੈ।
ਹੁਣ ਇੱਕ ਹਾਰਟ ਦਾ ਮਤਲਬ ਇਹ ਹੈ ਕਿ ਜੇ ਮੰਜ਼ਿਲ ਨੂੰ ਪਾਣਾ ਹੈ, ਆਨੰਦ ਨੂੰ ਪਾਣਾ ਹੈ, ਤਾਂ ਹਜ਼ਾਰਾਂ ਪਾਸਿਓਂ ਦਿਲ ਨੂੰ ਹਟਾ ਕੇ ਇੱਕ ਜਗ੍ਹਾ ਲਾ ਲੈ, ਇੱਕ ਪਾਸੇ ਆਪਣੀ ਸੁਰਤੀ ਨੂੰ ਲਾ ਲੈ। ਤਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਨੂੰਹਾਂ ਦੁਆਰਿਆਂ ਦੇ ਜ਼ਰੀਏ ਸੁਰਤੀ ਬਾਹਰ ਭਟਕਦੀ ਹੈ, ਇਹਨੂੰ ਨੂੰਹਾਂ ਦੁਆਰਿਆਂ ਤੋਂ ਸਮੇਟ ਕੇ ਇੱਕ 10ਵੇਂ ਦੁਆਰ ਨਾਲ ਜੋੜ ਲੈ, ਫਿਰ ਤੇਰੀ ਮੁਲਾਕਾਤ ਉਹ ਪਰਮਾਤਮਾ ਨਾਲ, ਉਸ ਪਰਮਾਨੰਦ ਨਾਲ ਹੋ ਜਾਏਗੀ। ਉੱਥੇ ਵੀ ਇਹੀ ਇਸ਼ਾਰਾ ਹੈ, ਇੱਕ ਪਾਸੇ ਹੋ ਜਾ। ਸਮਝਦੇ ਹੋ ਕਿ ਨਹੀਂ? ਸੋ ਉਹਨਾਂ ਦੇ ਨਾਮ ਨੂੰ ਵੀ ਅਗਰ ਥੋੜਾ ਜਿਹਾ ਦੇਖੀਏ ਤਾਂ ਜ਼ਰਾ ਸਮਝਣਾ, ਇਹ ਤਾਂ ਮਿਸਾਲ ਸਿਰਫ ਆਪਣੇ ਕੋਲੋਂ ਦੇ ਰਿਹਾ ਤੁਹਾਨੂੰ ਸਮਝਾਉਣ ਵਾਸਤੇ ਕਿ ਇੱਕ ਹਾਰਟ ਯਾਨੀ ਇੱਕ ਪਾਸੇ ਆਪਣੇ ਹਾਰਟ ਨੂੰ, ਆਪਣੇ ਦਿਲ ਨੂੰ ਲਗਾ ਲਈਏ। ਚੈੱਕ ਕਰਕੇ ਦੇਖੋ ਕਿ ਮੇਰੇ ਦਿਲ 'ਚ ਕਿਹਦਾ ਪ੍ਰੇਮ ਹੈ। ਔਰ ਯਾਦ ਰੱਖੋ, ਜਦੋਂ ਇਨਸਾਨ ਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੇਰੇ ਦਿਲ 'ਚੋਂ ਪ੍ਰਭੂ ਦਾ ਪ੍ਰੇਮ ਹੈ, ਪਰਮਾਤਮਾ ਦਾ ਪ੍ਰੇਮ ਹੈ, ਤਾਂ ਸਭ ਤੋਂ ਬੜਾ ਪ੍ਰੇਮ ਇਹੀ ਹੈ। ਕਿਉਂਕਿ ਜਦੋਂ ਪ੍ਰਭੂ ਦਾ ਪ੍ਰੇਮ ਇਨਸਾਨ ਦੇ ਹਿਰਦੇ 'ਚ ਆ ਜਾਂਦਾ ਹੈ ਤਾਂ ਫਿਰ ਸਭ ਦੇ ਪ੍ਰਤੀ ਪ੍ਰੇਮ ਆ ਜਾਂਦਾ ਹੈ। ਕਿਉਂ? ਕਿਉਂਕਿ ਪਰਮਾਤਮਾ ਸਭ ਦੇ ਨਾਲ ਜੁੜਿਆ ਹੋਇਆ ਹੈ। ਸਮਝਦੇ ਹੋ ਕਿ ਨਹੀਂ? ਜਿਹਨੇ ਪਰਮਾਤਮਾ ਨੂੰ ਪ੍ਰੇਮ ਕਰਨਾ ਸ਼ੁਰੂ ਕਰ ਲਿਆ, ਜਾਂ ਜਿਨ੍ਹਾਂ ਪ੍ਰਭੂ ਨੂੰ ਪ੍ਰੇਮ ਕਰਨਾ ਸਿੱਖ ਲਿਆ, ਜਿਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ, ਫਿਰ ਉਹ ਕਿਸੇ ਚੀਜ਼ ਨਾਲ ਨਫ਼ਰਤ ਕਦੀ ਕਰ ਹੀ ਨਹੀਂ ਸਕਦਾ। ਜਦੋਂ ਇਨਸਾਨ ਕਹਿੰਦਾ ਨਫ਼ਰਤ, ਤਾਂ ਇਹਦਾ ਮਤਲਬ ਹਾਲੇ ਵੀ ਇਹਦਾ ਇੱਕ ਦਿਲ ਨਹੀਂ ਹੈ, ਹਾਲੇ ਵੀ ਇਹਦੇ ਦਿਲ, ਕਿਉਂਕਿ ਇੱਕ ਬੰਦਾ ਕਹਿੰਦਾ ਮੇਰੇ ਦਿਲ 'ਚ ਤੇਰੇ ਵਾਸਤੇ ਨਫ਼ਰਤ ਹੈ, ਮੇਰੇ ਦਿਲ 'ਚ ਉਹਦੇ ਵਾਸਤੇ ਪਿਆਰ ਹੈ। ਭਾਈ ਜਾਂ ਤਾਂ ਇਹਦੇ 'ਚ ਪਿਆਰ ਹੋ ਸਕਦਾ ਜਾਂ ਨਫ਼ਰਤ ਹੋ ਸਕਦੀ। ਜੇ ਨਫ਼ਰਤ ਵੀ ਹੈ, ਪਿਆਰ ਵੀ ਹੈ, ਇਹਦਾ ਮਤਲਬ ਹਾਲੇ ਤੂੰ ਇੱਕ ਹਾਰਟ ਨਹੀਂ ਹੋਇਆ, ਹਾਲੇ ਤੇਰੇ ਮੈਂਟਲੀ ਤੌਰ ਤੇ ਕਈ ਦਿਲ ਹੈ। ਕਿਉਂਕਿ ਜਿੱਦਾਂ ਬੰਦਾ ਕਹਿੰਦਾ ਇੱਕ ਭਾਂਡੇ 'ਚ ਦੁੱਧ ਹੈ, ਦੂਜੇ ਭਾਂਡੇ 'ਚ ਪਾਣੀ ਹੈ, ਤੀਜੇ ਭਾਂਡੇ 'ਚ ਲੱਸੀ ਹੈ, ਕਿੰਨੇ ਕੁ ਭਾਂਡੇ ਹੈ? ਅਲੱਗ-ਅਲੱਗ ਭਾਂਡਿਆਂ 'ਚ ਅਲੱਗ-ਅਲੱਗ ਚੀਜ਼ਾਂ ਹੈ ਨਾ। ਹੁਣ ਇਹ ਕਦੀ ਹੋ ਹੀ ਨਹੀਂ ਸਕਦਾ, ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਇੱਕ ਮਿਆਨ ਵਿੱਚ ਕਦੀ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਪੀਣਾ ਚਾਹੇ ਪ੍ਰੇਮ ਰਸ, ਰਖਣਾ ਚਾਹੇ ਮਾਨ, ਇੱਕ ਮਿਆਨ ਮੇ ਦੋ ਖੰਡਕ, ਦੇਖਾ ਸੁਨਾ ਨਾ ਕਾਨ। ਖੰਡਕ ਕਹਿ ਦਿੰਦੇ ਤਲਵਾਰ ਨੂੰ, ਕਿ ਪ੍ਰਭੂ ਦੇ ਪ੍ਰੇਮ ਦਾ ਰਸ ਵੀ ਤੂੰ ਪੀਣਾ ਚਾਹੁੰਦਾ ਹੈ, ਪਰਮਾਤਮਾ ਨੂੰ ਵੀ ਤੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਔਰ ਚਾਹੁੰਦਾ ਮੇਰਾ ਮਾਨ ਸਨਮਾਨ ਇੱਜ਼ਤ ਵੀ ਬਣੀ ਰਵੇ, ਹੰਕਾਰ ਵੀ ਬਣਿਆ ਰਵੇ, ਹੰਕਾਰ ਵੀ ਬਚਿਆ ਰਵੇ। ਤਾਂ ਕਹਿੰਦੇ ਹੈ ਜੇ ਹੰਕਾਰ ਨੂੰ ਬਚਾਉਣਾ ਹੈ ਤਾਂ ਫਿਰ ਪ੍ਰਭੂ ਨਹੀਂ ਮਿਲਣਾ, ਜੇ ਪ੍ਰਭੂ ਨੂੰ ਪਾਣਾ ਹੈ ਤਾਂ ਹੰਕਾਰ ਨੂੰ ਮਿਟਾਣਾ ਹੀ ਪੈਣਾ ਹੈ। ਕਹਿੰਦੇ ਨਾ ਮਾਨ ਯਾਨੀ ਅਹੰਕਾਰ। ਪੀਣਾ ਚਾਹੇ ਪ੍ਰੇਮ ਰਸ, ਰੱਖਣਾ ਚਾਹੇ ਮਾਨ। ਪ੍ਰਭੂ ਦੇ ਪ੍ਰੇਮ ਦਾ ਰਸ ਪੀਣਾ ਹੈ ਤਾਂ ਮਾਨ ਨੂੰ ਮਿਟਾ, ਹੰਕਾਰ ਨੂੰ ਮਿਟਾ, ਫਿਰ ਤਾਂ ਨੀਵਾਂ ਹੋ ਜਾ। ਮਿੱਟੀ ਨਾਲ ਮਿਲ ਕੇ ਮਿੱਟੀ ਹੋਣਾ ਪੈਂਦਾ ਹੈ। ਆਪਣਾ ਆਪ ਗਵਾਈਏ ਤਾਂ ਸ਼ੋ ਪਾਈਏ। ਤਾਂ ਜੇ ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਹੰਕਾਰ ਨੂੰ ਬਚਾਉਣਾ ਹੈ, ਝੁਕਣ ਨੂੰ ਤੂੰ ਤਿਆਰ ਨਹੀਂ ਹੈ, ਤਾਂ ਜੇ ਝੁਕਣ ਨੂੰ ਤਿਆਰ ਨਹੀਂ ਹੈ, ਹੰਕਾਰ ਨੂੰ ਬਚਾ ਰਿਹਾ ਹੈ, ਤਾਂ ਫਿਰ ਪਰਮਾਤਮਾ ਦੇ ਪ੍ਰੇਮ ਦਾ ਰਸ ਕਦੀ ਤੈਨੂੰ ਨਹੀਂ ਮਿਲ ਸਕਦਾ। ਕਿਉਂਕਿ ਇੱਕ ਮਿਆਨ ਮੇ ਦੋ ਖੰਡਕ, ਦੇਖਾ ਸੁਨਾ ਨਾ ਕਾਨ। ਇੱਕ ਮਿਆਨ ਦੇ ਵਿੱਚ ਉਹ ਕਹਿੰਦੇ ਦੋ ਤਲਵਾਰਾਂ ਨਾ ਕਦੀ ਦੇਖੀਆਂ ਹੈ ਤਾਂ ਨਾ ਹੀ ਕਦੀ ਸੁਣੀਆਂ ਹੈ। ਕਿਉਂਕਿ ਇੱਕ ਮਿਆਨ 'ਚ ਕੋਈ ਤਲਵਾਰ ਰਹਿ ਸਕਦੀ ਹੈ। ਹੁਣ ਤੁਸੀਂ ਕਿਹੜੀ ਤਲਵਾਰ ਰੱਖਣੀ ਹੈ, ਪ੍ਰੇਮ ਦੀ ਜਾਂ ਅਹੰਕਾਰ ਦੀ ਜਾਂ ਹਉਮੈ ਦੀ? ਇਹ ਚੁਣਾਵ ਤੁਸੀਂ ਕਰਨਾ ਹੈ। ਜਰਾ ਸਮਝਣਾ ਸਾਰਿਆਂ ਨੇ। ਇਸ ਲਈ ਮੈਂਟਲੀ ਤੌਰ ਤੇ ਵੀ, ਫਿਜ਼ੀਕਲੀ ਤੌਰ ਤੇ ਤਾਂ ਪਰਮਾਤਮਾ ਨੇ ਇੱਕੋ ਹੀ ਦਿਲ ਸਭ ਨੂੰ ਦਿੱਤਾ ਹੈ, ਪਰ ਮੈਂਟਲੀ ਤੌਰ ਤੇ ਵੀ ਅਸੀਂ ਆਪਣੇ ਹਿਰਦੇ ਨੂੰ ਇੱਕ ਪਾਸੇ ਲਾਣਾ ਹੈ, ਪ੍ਰੇਮ ਵਾਲੇ ਪਾਸੇ ਲਾਣਾ ਹੈ, ਨਫ਼ਰਤ ਵਾਲੇ ਪਾਸੇ ਨਹੀਂ। ਪ੍ਰੇਮ ਵਾਲੇ ਪਾਸੇ ਲਾਣਾ ਹੈ, ਈਰਖਾ ਦਵੇਸ਼ ਜਾਂ ਹੋਰ ਬੁਰਾਈ ਵਾਲੇ ਪਾਸੇ ਨਹੀਂ, ਅੱਛਾਈ ਵਾਲੇ ਪਾਸੇ ਯਾਨੀ ਪ੍ਰੇਮ ਵਾਲੇ ਪਾਸੇ ਲਾਣਾ ਹੈ ਕਿ ਮੇਰੇ ਹਿਰਦੇ 'ਚ ਪ੍ਰੇਮ ਹੀ ਪ੍ਰੇਮ ਹੈ। ਇਸ ਲਈ ਕਦੀ ਕਦੀ ਅਸੀਂ ਕਹਾਂਗੇ ਪ੍ਰੇਮ ਧਿਆਨ ਵੀ ਕਰ ਲਿਆ ਕਰੋ। ਪ੍ਰੇਮ ਧਿਆਨ ਸੁਣਿਆ ਕਿ ਨਹੀਂ? 5 ਮਿੰਟ ਵਾਸਤੇ ਪ੍ਰੇਮ, ਜਾਂ ਕਹਿ ਲਓ ਇੰਗਲਿਸ਼ ਕਹਿਣਾ ਹੋਵੇ ਤਾਂ ਲਵ ਮੈਡੀਟੇਸ਼ਨ ਕਰ ਲਿਆ ਕਰੋ। ਇਹ ਕਿਸ ਤਰ੍ਹਾਂ ਕਰਨਾ ਹੈ, ਉਹਦੀ ਵੀ ਵਿਧੀ ਥੋੜੀ ਦੱਸ ਦਈਏ ਕਿ ਸਵੇਰੇ ਸਵੇਰੇ ਜਦੋਂ ਤੁਸੀਂ ਉੱਠਦੇ ਹੋ, ਜਾਗਦੇ ਹੋ, ਤਾਂ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਜੇ ਹੱਥ ਮੂੰਹ ਧੋ ਸਕਦੇ ਹੋ ਤਾਂ ਬਹੁਤ ਅੱਛੀ ਗੱਲ ਹੈ। ਫਿਰ 10 ਮਿੰਟ ਵਾਸਤੇ ਬਹਿ ਜਾਓ, ਆਪਣੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਕਰਕੇ, ਚਾਹੇ ਬੈੱਡ ਨਾਲ ਢੋ ਲਾ ਕੇ ਬਹਿ ਜਾਓ, ਕੁਰਸੀ ਤੇ ਬਹਿ ਜਾਓ, ਜ਼ਮੀਨ ਤੇ ਬਹਿ ਜਾਓ, ਚੌਂਕੜੀ ਲਗਾ ਕੇ ਅੱਖਾਂ ਬੰਦ ਕਰ ਲਓ। ਲੰਬਾ ਸਵਾਸ ਅੰਦਰ ਲੈਣਾ ਹੈ, ਲੰਬਾ ਸਵਾਸ ਅੰਦਰ ਲੈ ਕੇ ਔਰ ਫਿਰ ਕੁਝ ਪਲ ਵਾਸਤੇ ਸਵਾਸ ਰੋਕ ਕੇ ਹੌਲੀ ਹੌਲੀ ਬਾਹਰ ਛੱਡਣਾ ਹੈ। ਫਿਰ ਅੰਦਰ ਸਵਾਸ ਲੈਣਾ ਹੈ, ਫਿਰ ਛੱਡਣਾ ਹੈ। ਹੁਣ ਅੰਦਰ ਫੀਲ ਕੀ ਕਰਨਾ ਹੈ? ਜਦੋਂ ਸਵਾਸ ਅੰਦਰ ਲੈ ਰਹੇ ਹੋ ਤਾਂ ਫੀਲ ਕਰੋ ਕਿ ਮੇਰਾ ਰੋਮ ਰੋਮ ਪ੍ਰੇਮ ਨਾਲ ਭਰਿਆ ਹੋਇਆ ਹੈ, ਮੇਰਾ ਰੋਮ ਰੋਮ ਪ੍ਰੇਮ ਨਾਲ ਭਰਿਆ ਹੋਇਆ ਹੈ, ਔਰ ਮੈਂ ਇਸ ਪੂਰੇ ਬ੍ਰਹਿਮੰਡ ਨੂੰ ਪ੍ਰੇਮ ਕਰਦਾ ਹਾਂ, ਔਰ ਇਹ ਪੂਰਾ ਬ੍ਰਹਿਮੰਡ ਮੈਨੂੰ ਪ੍ਰੇਮ ਕਰਦਾ ਹੈ। I love universe,
ਯੂਨੀਵਰਸ ਲਵਸ ਮੀ। ਮੈਂ ਪੂਰੇ ਯੂਨੀਵਰਸ ਯਾਨੀ ਬ੍ਰਹਿਮੰਡ ਨੂੰ ਪਿਆਰ ਕਰਦਾ ਹਾਂ, ਔਰ ਪੂਰਾ ਬ੍ਰਹਿਮੰਡ ਵਿੱਚ ਸਭ ਕੁਝ ਆ ਜਾਂਦਾ ਹੈ। ਇਹ ਧਰਤੀ, ਇਹ ਚੰਦ ਸਿਤਾਰੇ, ਯਾਨੀ ਇਹ ਜੋ ਵੀ ਆਕਾਸ਼ ਗੰਗਾ ਹੈ ਨਾ, ਇਹ ਸਭ ਬ੍ਰਹਿਮੰਡ ਦੇ ਅੰਦਰ ਆ ਜਾਂਦਾ ਹੈ। ਫੀਲ ਕਰਨਾ ਹੈ ਮੇਰਾ ਰੋਮ ਰੋਮ ਪ੍ਰੇਮ ਨਾਲ ਭਰਿਆ ਹੈ, ਔਰ ਮੈਂ ਪੂਰੇ ਬ੍ਰਹਿਮੰਡ ਨੂੰ ਪਿਆਰ ਕਰਦਾ ਹਾਂ। ਫਿਰ ਹੌਲੀ ਹੌਲੀ ਆ ਜਾਓ ਕਿ ਮੇਰਾ ਰੋਮ ਰੋਮ ਪ੍ਰੇਮ ਨਾਲ ਭਰਿਆ ਹੈ, ਮੈਂ ਸੰਸਾਰ ਦੇ ਜਿੰਨੇ ਵੀ ਪ੍ਰਾਣੀ ਆ ਮੈਂ ਸਭ ਨੂੰ ਪ੍ਰੇਮ ਕਰਦਾ ਹਾਂ, ਕਿਉਂਕਿ ਮੈਂ ਸਭ ਨਾਲ ਜੁੜਿਆ ਹੋਇਆ। ਔਰ ਵਾਕਈ ਤੁਸੀਂ ਜੁੜੇ ਹੋਏ ਹੋ, ਇਹ 'ਚ ਕੋਈ ਸ਼ੱਕ ਨਹੀਂ ਹੈ। ਇੱਕ ਸਵਾਲ ਦਾ ਜਵਾਬ ਦੇਣਾ ਕਿ ਤੁਸੀਂ ਇਸ ਬ੍ਰਹਿਮੰਡ ਨਾਲ, ਸੰਸਾਰ ਦੀਆਂ ਚੀਜ਼ਾਂ ਨਾਲ ਜੁੜੇ ਨਹੀਂ? ਕੀ ਤੁਸੀਂ ਪੇੜਾਂ ਨਾਲ ਨਹੀਂ ਜੁੜੇ ਹੋਏ? ਕੀ ਤੁਸੀਂ ਧਰਤੀ ਨਾਲ ਨਹੀਂ ਜੁੜੇ ਹੋਏ? ਕੀ ਤੁਸੀਂ ਪਾਣੀ ਨਾਲ ਨਹੀਂ ਜੁੜੇ ਹੋਏ? ਕੀ ਤੁਸੀਂ ਹਵਾ ਨਾਲ ਨਹੀਂ ਜੁੜੇ ਹੋਏ? ਕੀ ਲੱਖਾਂ ਮੀਲ ਦੂਰ ਜੋ ਸੂਰਜ ਹੈ ਉਹਦੇ ਨਾਲ ਨਹੀਂ ਤੁਸੀਂ ਜੁੜੇ ਹੋਏ? ਸੋਚ ਸਮਝ ਕੇ ਜਵਾਬ ਦੇਣਾ। ਹੁਣ ਕਹਿਣ ਨੂੰ ਬੰਦਾ ਜ਼ਰੂਰ ਕਹਿੰਦਾ ਹੈ ਕਿ ਮੈਂ ਪੇੜਾਂ ਨਾਲ ਕਿੱਥੋਂ ਜੁੜਿਆ ਹਾਂ, ਮੈਂ ਤਾਂ ਅਲੱਗ ਹਾਂ, ਜਾਂ ਮੈਂ ਸੂਰਜ ਨਾਲ ਕਿੱਥੋਂ ਜੁੜਿਆ ਹਾਂ। ਤਾਂ ਯਾਦ ਰੱਖੋ, ਜੋੜ ਦਾ ਮਤਲਬ ਇਹੀ ਨਹੀਂ ਕਿ ਇਦਾਂ ਜੁੜਨਾ। ਜੋੜ ਦਾ ਮਤਲਬ ਹੈ ਕਿ ਉਹ ਚੀਜ਼ ਜਿਸ ਤੋਂ ਬਿਨਾਂ ਮੈਂ ਜੀਵਤ ਰਹਿ ਨਾ ਸਕਾਂ। ਜੇ ਸੂਰਜ ਉੱਥੇ ਠੰਡਾ ਹੋ ਜਾਵੇ ਤਾਂ ਤੁਸੀਂ ਇੱਥੇ ਠੰਡੇ ਹੋ ਜਾਓਗੇ। ਜੇ ਇੱਥੇ ਦੁਨੀਆ ਦੇ ਪੇੜ ਖਤਮ ਹੋ ਜਾਣ ਤਾਂ ਤੁਸੀਂ ਆਕਸੀਜਨ ਕਿੱਥੋਂ ਲੈਣੀ ਹੈ? ਸਾਹ ਕਿੱਥੋਂ ਲੈਣਾ ਹੈ? ਹਵਾ ਕਿੱਥੋਂ ਲੈਣੀ ਹੈ? ਇੱਥੇ ਤੁਸੀਂ ਖਤਮ ਹੋ ਜਾਵੋ। ਜੇ ਧਰਤੀ ਖਤਮ ਹੋ ਜਾਵੇ ਤਾਂ ਤੁਸੀਂ ਖਤਮ ਹੋ ਜਾਵੋ। ਜੇ ਧਰਤੀ ਜੋ ਪਾਣੀ ਖਤਮ ਹੋ ਜਾਵੇ ਤਾਂ ਜ਼ਰਾ ਸੋਚੋ, ਪਾਣੀ ਤੋਂ ਬਿਨਾਂ ਕਿੰਨੇ ਕੁ ਦਿਨ ਜੀਂਦੇ ਰਹੋਗੇ ਤੁਸੀਂ? ਕਿੰਨੇ ਦਿਨ ਜੀਂਦੇ ਰਹੋਗੇ? 1 ਦਿਨ, 2 ਦਿਨ, 4 ਦਿਨ? ਆਖਿਰ ਤੜਫ ਤੜਫ ਕੇ ਬੰਦੇ ਨੇ ਪਿਆਸ ਨਾਲ ਮਰ ਜਾਣਾ ਹੈ। ਹੁਣ ਕਹਿਣ ਦਾ ਮਤਲਬ ਕੀ ਹੈ? ਕੁਦਰਤ ਨੇ ਇਹ ਸਾਰੇ ਸੰਸਾਰ ਨੂੰ ਇਦਾਂ ਬਣਾਇਆ ਹੈ ਕਿ ਕੋਈ ਵੀ ਚੀਜ਼ ਦੂਜੇ ਤੋਂ ਬਿਨਾਂ ਹੋ ਨਹੀਂ ਸਕਦੀ। ਹਰ ਚੀਜ਼ ਦੇ ਹੋਣ ਵਾਸਤੇ ਦੂਜੇ ਦਾ ਹੋਣਾ ਜ਼ਰੂਰੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਤੁਸੀਂ ਚਾਹ ਕੇ ਵੀ ਆਪਣੇ ਆਪ ਨੂੰ ਕਿਸੇ ਤੋਂ ਜੁਦਾ ਨਹੀਂ ਕਰ ਸਕਦੇ। ਹਰ ਚੀਜ਼ ਤੁਹਾਡੇ ਨਾਲ ਹੈ। ਜੇ ਤੁਸੀਂ ਕਹਿੰਦੇ ਨਾ ਗੁਆਂਢੀ, ਤਾਂ ਉਹ ਵੀ ਤੁਹਾਡੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹੈ। ਜੇ ਤੁਸੀਂ ਉਹਨੂੰ ਨਫ਼ਰਤ ਕਰੋਗੇ ਤਾਂ ਤੁਹਾਡੇ ਜੀਵਨ 'ਚ ਕਦੀ ਸ਼ਾਂਤੀ ਆ ਹੀ ਨਹੀਂ ਸਕਦੀ। ਜੇ ਤੁਸੀਂ ਸੰਸਾਰ ਦੀ ਇੱਕ ਵੀ ਚੀਜ਼ ਨਾਲ ਦਿਲ 'ਚ ਰੋਸ ਲੈ ਕੇ ਬੈਠੇ ਹੋ, ਨਫ਼ਰਤ ਲੈ ਕੇ ਬੈਠੇ ਹੋ, ਬੈਰ ਭਾਵਨਾ ਲੈ ਕੇ ਬੈਠੇ ਹੋ, ਤਾਂ ਸਮਝ ਲਓ ਕਿਉਂਕਿ ਹਰ ਚੀਜ਼ ਨਾਲ ਤੁਸੀਂ ਜੁੜੇ ਹੋਏ ਹੋ, ਉਧਰ ਕੰਪਨ ਜਾਏਗੀ ਤਾਂ ਤੁਹਾਡੇ ਤੱਕ ਤਾਂ ਉਹ ਆਣੀ ਹੈ। ਫਿਰ ਤੁਹਾਡੇ ਜੀਵਨ 'ਚ ਕਦੀ ਸ਼ਾਂਤੀ ਨਹੀਂ ਆ ਸਕਦੀ। ਇਸ ਲਈ ਅਸੀਂ ਕਹਾਂਗੇ ਪ੍ਰੇਮ ਧਿਆਨ ਕਰਿਆ ਕਰੋ ਕਿ 5 ਮਿੰਟ ਵਾਸਤੇ ਆਪਣੇ ਆਪ ਨੂੰ ਫੀਲ ਕਰਿਆ ਕਰੋ, ਮੇਰਾ ਰੋਮ ਰੋਮ ਪ੍ਰੇਮ ਨਾਲ ਭਰਿਆ ਹੋਇਆ ਹੈ, ਮੇਰਾ ਰੋਮ ਰੋਮ ਪ੍ਰੇਮ ਨਾਲ ਭਰਿਆ ਹੋਇਆ ਹੈ, ਔਰ ਮੈਂ ਇਸ ਪੂਰੇ ਬ੍ਰਹਿਮੰਡ ਨੂੰ ਪ੍ਰੇਮ ਕਰਦਾ ਹਾਂ, ਔਰ ਪੂਰਾ ਬ੍ਰਹਿਮੰਡ ਮੈਨੂੰ ਪ੍ਰੇਮ ਕਰਦਾ ਹੈ। ਮੈਂ ਸੰਸਾਰ ਦੇ ਹਰ ਪ੍ਰਾਣੀ ਨੂੰ ਪ੍ਰੇਮ ਕਰਦਾ ਹਾਂ, ਔਰ ਸੰਸਾਰ ਦਾ ਹਰ ਪ੍ਰਾਣੀ ਮੈਨੂੰ ਪ੍ਰੇਮ ਕਰਦਾ ਹੈ। ਦਿਲੋਂ ਕਹਿਣੀ ਹੈ ਇਹ ਗੱਲ। ਅਗਰ ਤੁਸੀਂ ਰੋਜ਼ ਇਹ ਚੀਜ਼ ਕਹੋਗੇ ਤਾਂ 15 ਦਿਨਾਂ ਦੇ ਅੰਦਰ ਤੁਸੀਂ ਆਪਣੇ ਅੰਦਰ ਬਦਲਾਵ ਦੇਖੋਗੇ। ਤੁਹਾਨੂੰ ਇਦਾਂ ਲੱਗੇਗਾ ਵਾਕਈ ਸੰਸਾਰ ਦੀ ਹਰ ਚੀਜ਼ ਮੈਨੂੰ ਪ੍ਰੇਮ ਕਰਨ ਲੱਗ ਗਈ ਹੈ। ਕਿਉਂਕਿ ਜੈਸੀ ਅਸੀਂ ਭਾਵਨਾ ਆਪਣੇ ਹਿਰਦੇ 'ਚ ਰੱਖਣੀ ਹੈ, ਵੈਸਾ ਹੀ ਸਾਨੂੰ ਅੱਗਿਓਂ ਰਿਜ਼ਲਟ ਰਿਵਰਸ ਹੋ ਕੇ ਮਿਲਣਾ ਹੈ। ਵਾਪਸ ਵੈਸੀ ਭਾਵਨਾ ਸਾਡੇ ਤੱਕ ਆਣੀ ਹੈ। ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਸਿਰਫ ਸੁਣਿਓ ਨਾ, ਕਰਕੇ ਦੇਖਿਓ। 5 ਮਿੰਟ ਦਾ ਟਾਈਮ ਲੱਗਣਾ ਹੈ, ਪਰ ਕਰਕੇ ਦੇਖੋ। ਇੱਥੇ ਤੱਕ ਕਿ ਜੇ ਇਨਸਾਨ ਨੂੰ ਕੋਈ ਬਿਮਾਰੀ ਵੀ ਹੈ ਨਾ, ਤਾਂ ਜ਼ਰਾ ਧਿਆਨ ਦੇਣਾ। ਜੇ ਤੁਹਾਡੇ ਸਿਰ ਦਰਦ ਰਹਿੰਦੀ ਹੈ, ਤੁਹਾਡੇ ਕਮਰ ਦਰਦ ਰਹਿੰਦੀ ਹੈ, ਤੁਹਾਡੇ ਗੋਡਿਆਂ 'ਚ ਦਰਦ ਰਹਿੰਦੀ ਹੈ, ਕਿਤੇ ਵੀ ਦਰਦ ਰਹਿੰਦੀ ਹੈ, ਤਾਂ ਅੱਖਾਂ ਬੰਦ ਕਰਕੇ ਕਹੋ ਮੈਨੂੰ ਇਹ ਦਰਦ ਨਾਲ ਪਿਆਰ ਹੈ, ਮੈਂ ਦਰਦ ਨੂੰ ਵੀ ਪ੍ਰੇਮ ਕਰਦਾ ਹਾਂ। ਔਰ ਯਾਦ ਰੱਖੋ, ਜਿਹੜੀ ਚੀਜ਼ ਨੂੰ ਤੁਸੀਂ ਪ੍ਰੇਮ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ, ਯਾਨੀ ਭਾਵਨਾ ਦੇਣੀ ਸ਼ੁਰੂ ਕਰ ਦਿੰਦੇ ਹੋ ਪ੍ਰੇਮ ਦੀ, ਤਾਂ ਪ੍ਰੇਮ ਦੀ ਭਾਵਨਾ ਪਰਮਾਤਮਾ ਦੀ ਭਾਵਨਾ ਹੈ। ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਜਦੋਂ ਪ੍ਰੇਮ ਦੀ ਭਾਵਨਾ ਦਰਦ ਵੱਲ ਜਾਏਗੀ ਤਾਂ ਤੁਹਾਡਾ ਦਰਦ ਵੀ ਠੀਕ ਹੋਣਾ ਸ਼ੁਰੂ ਹੋ ਜਾਏਗਾ। ਜਿੱਦਾਂ ਸਮਝ ਲਓ ਕਿ ਇੱਕ ਕਿਆਰਾ ਸੁੱਕਾ ਹੈ। ਹੁਣ ਕਿਆਰਾ ਸੁੱਕਾ ਹੈ ਔਰ ਪਿੱਛੋਂ ਨਹਿਰ 'ਚ ਪਾਣੀ ਹੈ। ਹੁਣ ਉਹ ਨਹਿਰ ਦਾ ਪਾਣੀ ਤੁਸੀਂ ਉਹਦੇ ਨੱਕੇ ਨੂੰ ਜਿਸ ਕਿਆਰੇ ਵੱਲ ਮੋੜ ਦੇਣਾ ਹੈ, ਜਦੋਂ ਉਹ ਕਿਆਰੇ ਦਾ ਪਾਣੀ ਯਾਨੀ ਉਹ ਨਹਿਰ ਦਾ ਪਾਣੀ ਉਸ ਕਿਆਰੀ ਤੱਕ ਪਹੁੰਚਣਾ ਹੈ ਤਾਂ ਉਹਨੂੰ ਵੀ ਪਾਣੀ ਮਿਲ ਜਾਣਾ ਹੈ, ਉਹਦੇ ਵੀ ਸੁੱਕਾਪਨ ਖਤਮ ਹੋ ਜਾਣਾ ਹੈ। ਹੁਣ ਅੰਦਰ ਪੀੜਾ ਦਾ ਮਤਲਬ ਹੀ ਇਹ ਹੈ ਕਿ ਉੱਥੇ ਤੱਕ ਹਾਲੇ ਪ੍ਰਭੂ ਦਾ ਪ੍ਰੇਮ ਪਹੁੰਚਿਆ ਹੀ ਨਹੀਂ, ਇਸੇ ਲਈ ਉੱਥੇ ਦਰਦ ਹੈ, ਇਸੇ ਲਈ ਉੱਥੇ ਪੀੜਾ ਹੈ। ਹੁਣ ਜਦੋਂ ਤੁਸੀਂ ਉਹ ਦਰਦ ਦੀ ਜਗ੍ਹਾ ਵੱਲ ਧਿਆਨ ਦੇ ਕੇ ਉਹਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ, ਜਿੱਦਾਂ ਬੰਦਾ ਕਹਿੰਦਾ ਮੇਰੇ ਪੇਟ 'ਚ ਦਰਦ ਹੈ, ਬੰਦਾ ਅੱਖਾਂ ਬੰਦ ਕਰਕੇ ਮੈਂ ਆਪਣੇ ਪੇਟ ਦਰਦ ਨਾਲ ਵੀ ਪ੍ਰੇਮ ਕਰਦਾ ਹਾਂ, ਮੈਨੂੰ ਇਹਦੇ ਨਾਲ ਵੀ ਪ੍ਰੇਮ ਹੈ, ਉਹਦੇ ਬਾਰੇ ਸੋਚ ਕੇ ਉੱਧਰ ਧਿਆਨ ਦਿਓ ਔਰ ਪ੍ਰੇਮ ਦੀ ਭਾਵਨਾ ਪਹੁੰਚੋ। ਤੁਸੀਂ ਦੇਖੋਗੇ ਜਿੱਦਾਂ ਜਿੱਦਾਂ ਪ੍ਰੇਮ ਦੀ ਤਰੰਗ, ਪ੍ਰੇਮ ਦੀ ਭਾਵਨਾ ਉਸ ਦਰਦ ਵੱਲ ਜਾਏਗੀ, ਦਰਦ ਵੀ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਜਾਏਗਾ।
ਇਹ ਇਦਾਂ ਹੀ ਖੁਰਨਾ ਸ਼ੁਰੂ ਹੋ ਜਾਣਾ, ਜਿੱਦਾਂ ਨਮਕ ਹੁੰਦਾ ਉਹਦੇ ਪਾਣੀ ਪਾਣਾ ਸ਼ੁਰੂ ਕਰ ਦਿਓ ਨਾ, ਨਮਕ ਘੁਲਣਾ ਸ਼ੁਰੂ ਹੋ ਜਾਂਦਾ ਹੈ, ਉਹ ਦਰਦ ਠੀਕ ਹੋਣੀ ਸ਼ੁਰੂ ਹੋ ਜਾਏਗੀ। ਇਹ ਅਜਮਾ ਕੇ ਦੇਖਣਾ। ਇਸ ਲਈ ਪ੍ਰੇਮ ਪ੍ਰੇਮ ਕਹਿੰਦਾ ਹਰ ਕੋਈ ਹੈ, ਪਰ ਪ੍ਰੇਮ ਦੀ ਸ਼ਕਤੀ ਨੂੰ ਬੰਦਾ ਨਾ ਸਮਝਿਆ ਹੈ ਤਾਂ ਨਾ ਹੀ ਬੰਦਾ ਉਹਦਾ ਇਸਤੇਮਾਲ ਕਰਦਾ ਹੈ। ਜੇ ਕਿਹਾ ਲਵ ਇਜ਼ ਗੋਡ, ਕਿ ਪ੍ਰੇਮ ਹੀ ਪਰਮਾਤਮਾ ਹੈ, ਤਾਂ ਜ਼ਰਾ ਸੋਚੋ ਇਸ ਪ੍ਰੇਮ ਤੋਂ ਤੁਸੀਂ ਕਿੰਨਾ ਕੁਝ ਕਰ ਸਕਦੇ ਹੋ, ਇਹ ਪ੍ਰੇਮ ਨਾਲ ਤੁਸੀਂ ਕੀ ਕੁਝ ਪ੍ਰਾਪਤ ਕਰ ਸਕਦੇ ਹੋ। ਪਰ ਪ੍ਰਾਪਤ ਬੰਦੇ ਨੂੰ ਕਿਉਂ ਨਹੀਂ ਹੁੰਦਾ? ਕਿਉਂਕਿ ਬੰਦਾ ਪ੍ਰੇਮ ਘੱਟ ਨਫ਼ਰਤ ਜ਼ਿਆਦਾ ਕਰਦਾ ਹੈ। ਬੰਦਾ ਪ੍ਰੇਮ ਘੱਟ ਬੈਰ ਜ਼ਿਆਦਾ ਰੱਖਦਾ ਹੈ ਆਪਣੇ ਅੰਦਰ, ਈਰਖਾ ਜ਼ਿਆਦਾ ਰੱਖਦਾ ਹੈ, ਦੁਵੇਸ਼ ਜ਼ਿਆਦਾ ਬੰਦਾ ਆਪਣੇ ਅੰਦਰ ਰੱਖਦਾ ਹੈ। ਔਰ ਉਹੀ ਇਹ ਗੱਲ ਯਾਦ ਰੱਖਣਾ ਕਿ ਜਿੰਨਾ ਅਸੀਂ ਆਪਣੇ ਅੰਦਰ ਦੁਵੇਸ਼ ਰੱਖਾਂਗੇ, ਨਫ਼ਰਤ ਰੱਖਾਂਗੇ, ਕਿਸੇ ਦੇ ਵਾਸਤੇ ਈਰਖਾ ਰੱਖਾਂਗੇ, ਉਨਾ ਹੀ ਸਾਡੇ ਜਿਸਮ 'ਚ ਬਿਮਾਰੀਆਂ ਜ਼ਿਆਦਾ ਬਣਨੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ ਨਫ਼ਰਤ ਦੀ ਗੰਢ ਜਦੋਂ ਅੰਦਰ ਪੈਣੀ ਸ਼ੁਰੂ ਹੋ ਗਈ ਤਾਂ ਉਹ ਗੰਢ ਨੇ ਕਿਤੇ ਨਾ ਕਿਤੇ ਰਸੌਲੀ ਦਾ ਰੂਪ ਲੈ ਲੈਣਾ ਹੈ, ਉਹ ਗੰਢ ਨੇ ਕਿਤੇ ਨਾ ਕਿਤੇ ਫੋੜੇ ਫਿੰਸੀ ਦਾ ਰੂਪ ਲੈ ਲੈਣਾ ਹੈ। ਜਿਹਦੇ ਅਸੀਂ ਤਾਂ ਇੱਥੇ ਤੱਕ ਕਵਾਂਗੇ ਕਿ ਜੇ ਤੁਹਾਡੇ ਫੇਸ ਤੇ ਕੋਈ ਪਿੰਪਲ ਵੀ ਹੁੰਦਾ ਹੈ ਨਾ, ਤਾਂ ਅੱਖਾਂ ਬੰਦ ਕਰਕੇ ਫੀਲ ਕਰੋ ਕਿ ਮੇਰੇ ਅੰਦਰ ਕੋਈ ਨਫ਼ਰਤ ਤਾਂ ਨਹੀਂ। ਫਿਰ ਆਪਣੇ ਆਪ ਰਿਲੀਜ਼ ਕਰੋ, ਮੈਂ ਬਿਲਕੁਲ ਸ਼ਾਂਤ ਹਾਂ, ਮੈਂ ਆਪਣੀ ਸਾਰੀ ਨਫ਼ਰਤ ਕੱਢ ਦਿੱਤੀ, ਮੈਂ ਪ੍ਰੇਮ ਨਾਲ ਭਰਿਆ ਹੋਇਆ ਹਾਂ। ਤਾਂ ਤੁਸੀਂ ਦੇਖੋਗੇ ਜੇ ਉਹ ਫੈਂਸੀਆਂ 'ਚ ਖਚਾਵ ਹੈ ਨਾ, ਜਿੱਦਾਂ ਬੰਦਾ ਕਹਿੰਦਾ ਕਿ ਆਕੜ ਜੀ ਪੈਂਦੀ ਹੈ, ਹੌਲੀ ਹੌਲੀ ਉਸੇ ਵੇਲੇ 5 ਮਿੰਟ 'ਚ ਤੁਹਾਨੂੰ ਰਿਲੀਫ ਮਹਿਸੂਸ ਹੋਏਗੀ, ਕਿਉਂਕਿ ਤੁਸੀਂ ਉੱਥੇ ਪ੍ਰੇਮ ਭੇਜਣਾ ਸ਼ੁਰੂ ਕਰ ਦਿੱਤਾ। ਇਹ ਪ੍ਰੇਮ ਦੀ ਬਹੁਤ ਬੜੀ ਸ਼ਕਤੀ ਹੈ। ਪ੍ਰੇਮ ਦੀ ਪਾਵਰ ਨਾਲ ਬੜੇ ਬੜੇ ਕੈਂਸਰ ਵੀ ਠੀਕ ਹੁੰਦੇ ਦੇਖੇ ਹੈ, ਬੜੀਆਂ ਬੜੀਆਂ ਤਕਲੀਫਾਂ ਠੀਕ ਹੁੰਦੀਆਂ ਦੇਖੀਆਂ ਹੈ। ਇਸ ਲਈ ਇਹ ਲਵ ਮੈਡੀਟੇਸ਼ਨ, ਇਹ ਪ੍ਰੇਮ ਧਿਆਨ 5 ਮਿੰਟ ਵਾਸਤੇ ਸਵੇਰੇ ਸਵੇਰੇ ਜ਼ਰੂਰ ਕਰ ਲਿਆ ਕਰੋ। ਬੰਦਾ ਕਹੇ ਉਸ ਲਈ ਬੋਲਣਾ ਕੀ ਹੈ, ਕੋਈ ਸਿਮਰਨ ਕਰਨਾ, ਕੋਈ ਸਿਮਰਨ ਨਹੀਂ ਕਰਨਾ, ਕਿਉਂਕਿ ਤੁਸੀਂ ਪ੍ਰੇਮ ਦਾ ਭਾਵ ਹੀ ਆਪਣੇ ਅੰਦਰ ਮਹਿਸੂਸ ਕਰ ਲੈਣਾ ਹੈ, ਤਾਂ ਉਹੀ ਤਾਂ ਪਰਮਾਤਮਾ ਹੈ। ਇਸ ਲਈ ਜੀਸਸ ਕ੍ਰਾਈਸਟ ਨੇ ਲਵ ਇਜ਼ ਗੋਡ ਕਿਹਾ ਹੈ। ਉਹਨਾਂ ਨੇ ਕੋਈ ਸ਼ਬਦ ਨਹੀਂ ਕਿਹਾ, ਕੋਈ ਨਾਮ ਨਹੀਂ ਲਿਆ ਕਿ ਆਹ ਨਾਮ ਗੋਡ ਦਾ ਹੈ ਜਾਂ ਆਹ ਚੀਜ਼ ਗੋਡ ਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਉਹ ਕਹਿੰਦੇ ਪ੍ਰੇਮ, ਔਰ ਪ੍ਰੇਮ ਇੱਕ ਨਾਮ ਨਹੀਂ ਹੈ, ਪ੍ਰੇਮ ਇੱਕ ਭਾਵ ਹੈ। ਤੁਸੀਂ ਜੇ ਕਾਗਜ਼ ਤੇ ਲਿਖ ਲਿਆ ਪ੍ਰੇਮ, ਤਾਂ ਫਿਰ ਉਹ ਕਾਗਜ਼ ਤੇ ਲਿਖਿਆ ਅੱਖਰ ਹੀ ਹੈ। ਪਰ ਜੇ ਤੁਸੀਂ ਇੱਥੇ ਫੀਲ ਕਰ ਲਿਆ ਕਿ ਪ੍ਰੇਮ ਇੱਕ ਭਾਵ ਮਹਿਸੂਸ ਕੀਤਾ, ਤਾਂ ਫਿਰ ਉਹ ਪ੍ਰੇਮ ਤੁਹਾਡੇ ਰੋਮ ਰੋਮ ਨੂੰ ਭਰਦਾ ਹੈ। ਜਿੱਦਾਂ ਕਈ ਵਾਰ ਬੰਦਾ ਕਹਿੰਦਾ ਨਾ, ਮੇਰੇ ਅੰਦਰ ਇੰਨਾ ਪ੍ਰੇਮ ਹੈ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਰੋਮ ਰੋਮ ਭਰ ਗਿਆ, ਹੁਣ ਮੇਰੇ ਤੋਂ ਸੰਭਾਲਿਆ ਨਹੀਂ ਜਾ ਰਿਹਾ। ਕਈ ਵੇਲੇ ਫੀਲ ਹੁੰਦਾ ਹੈ ਕਿ ਨਹੀਂ? ਬਸ ਉਹ ਭਾਵ ਹੈ ਪ੍ਰੇਮ, ਜੋ ਕਿ ਸ਼ਬਦਾਂ 'ਚ ਨਹੀਂ ਦੱਸਿਆ ਜਾ ਸਕਦਾ। ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ, ਪੋਥੀ ਪੜ੍ਹ ਪੜ੍ਹ ਜਗ ਮੁਆ, ਪੰਡਿਤ ਹੁਆ ਨਾ ਕੋਏ, ਢਾਈ ਅਕਸ਼ਰ ਪ੍ਰੇਮ ਕਾ ਪੜ੍ਹੇ ਸੋ ਪੰਡਿਤ ਹੋਏ। ਹੁਣ ਇੱਥੇ ਗੱਲ ਪੜ੍ਹਨ ਦੀ ਨਹੀਂ ਕੀਤੀ ਉਹਨਾਂ ਨੇ, ਕਿਉਂਕਿ ਪੜ੍ਹਨਾ ਤਾਂ ਬਹੁਤ ਸੌਖਾ ਹੈ, ਤੁਸੀਂ ਰੋਜ਼ ਪੜ੍ਹਦੇ ਹੋ, ਲਿਖ ਲਓ ਪ੍ਰੇਮ। ਉਹਨਾਂ ਨੇ ਕਿਹਾ ਹੈ ਕਿ ਆਪਣੇ ਅੰਦਰ ਪ੍ਰੇਮ ਨੂੰ ਫੀਲ ਕਰਨਾ ਹੈ, ਪ੍ਰੇਮ ਨੂੰ ਮਹਿਸੂਸ ਕਰਨਾ ਹੈ। ਜ਼ਰਾ ਹੁਣੇ ਕਰਕੇ ਦੇਖੋ ਥੋੜਾ ਅੰਦਰ ਕਿ ਮੇਰਾ ਰੋਮ ਰੋਮ ਪ੍ਰੇਮ ਨਾਲ ਭਰਿਆ ਹੈ, ਮੇਰਾ ਰੋਮ ਰੋਮ ਪ੍ਰੇਮ ਨਾਲ ਭਰਪੂਰ ਹੈ। ਜਰਾ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਬੋਲ ਕੇ ਦੇਖੋ ਕਿ ਮੈਂ ਇਸ ਬ੍ਰਹਿਮੰਡ ਨੂੰ ਬਹੁਤ ਪ੍ਰੇਮ ਕਰਦਾ ਹਾਂ, ਔਰ ਇਹ ਪੂਰਾ ਬ੍ਰਹਿਮੰਡ ਮੈਨੂੰ ਪ੍ਰੇਮ ਕਰਦਾ ਹੈ। ਮੇਰਾ ਰੋਮ ਰੋਮ ਪ੍ਰੇਮ ਨਾਲ ਭਰਪੂਰ ਹੈ। ਮੈਂ ਇਸ ਪੂਰੇ ਬ੍ਰਹਿਮੰਡ ਨੂੰ ਪ੍ਰੇਮ ਕਰਦਾ ਹਾਂ, ਔਰ ਇਹ ਪੂਰਾ ਬ੍ਰਹਿਮੰਡ ਮੈਨੂੰ ਪ੍ਰੇਮ ਕਰਦਾ ਹੈ। ਮੈਂ ਸੰਸਾਰ ਦੇ ਹਰ ਪ੍ਰਾਣੀ ਨਾਲ ਪਿਆਰ ਕਰਦਾ ਹਾਂ, ਔਰ ਸੰਸਾਰ ਦਾ ਹਰ ਪ੍ਰਾਣੀ ਮੇਰੇ ਨਾਲ ਪਿਆਰ ਕਰਦਾ ਹੈ। ਇੱਥੇ ਕਿਸੇ ਸ਼ਕਲ ਨਹੀਂ ਲਿਆਣੀ ਕਿ ਉਹ ਤਾਂ ਮੇਰੇ ਨਾਲ ਨਫ਼ਰਤ ਕਰਦਾ ਹੈ, ਉਹ ਤਾਂ ਮੇਰੇ ਨਾਲ ਕੱਲ ਹੀ ਲੜ ਕੇ ਗਿਆ ਹੈ। ਫਿਰ ਤੁਸੀਂ ਬਲੌਕੇਜ ਪੈਦਾ ਕਰ ਦੋਗੇ। ਜਦੋਂ ਤੁਸੀਂ ਕਿਸੇ ਦੀ ਨਫ਼ਰਤ ਲੈ ਕੇ ਬਹਿ ਗਏ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੋਣਾ। ਜਿਹੜੀ ਪ੍ਰਭੂ ਦੀ ਕਿਰਪਾ ਤੁਹਾਡੇ ਤੱਕ ਆਣੀ ਹੈ, ਤੁਸੀਂ ਆਪ ਹੀ ਉਹ ਰਸਤੇ ਨੂੰ ਬਲੌਕ ਕਰ ਦਿੰਦੇ ਹੋ, ਆਪਣੇ ਹੱਥੀ ਪੱਥਰ ਰੱਖ ਦਿੰਦੇ ਹੋ ਕਿ ਉਹਦੀ ਕਿਰਪਾ ਤੁਹਾਡੇ ਤੱਕ ਨਹੀਂ ਪਹੁੰਚਦੀ। ਇਸ ਲਈ ਯਾਦ ਰੱਖੋ, ਦੂਜਾ ਬੇਸ਼ੱਕ ਤੁਹਾਡੇ ਨਾਲ ਨਫ਼ਰਤ ਕਰਦਾ ਕਰੀ ਜਾਵੇ, ਪਰ ਤੁਸੀਂ ਆਪਣੀ ਹਿਰਦੇ ਨੂੰ ਕਲੀਅਰ ਕਰ ਲਓ, ਸਾਫ਼ ਕਰ ਲਓ, ਤਾਂ ਕਿ ਪ੍ਰਭੂ ਦੀ ਕਿਰਪਾ ਤੁਹਾਡੇ ਤੱਕ ਬਿਨਾਂ ਰੁਕਾਵਟ ਤੋਂ ਪਹੁੰਚੇ। ਬਿਨਾਂ ਰੁਕਾਵਟ ਤੋਂ ਤੁਹਾਨੂੰ ਪ੍ਰਭੂ ਦੀ ਕਿਰਪਾ ਹਾਸਿਲ ਹੋਵੇ, ਉਹਦੀ ਰਹਿਮਤ ਹਾਸਿਲ ਹੋਵੇ। ਇਸ ਲਈ ਚੈੱਕ ਕਰੋ ਆਪਣੇ ਆਪ ਨੂੰ, ਮੇਰੇ ਅੰਦਰ ਕੋਈ ਨਫ਼ਰਤ ਤਾਂ ਨਹੀਂ, ਮੇਰੇ ਅੰਦਰ ਕਿਸੇ ਵਾਸਤੇ ਕੋਈ ਵੈਰ ਤਾਂ ਨਹੀਂ। ਜੇ ਹੈ ਤਾਂ ਯਾਦ ਰੱਖੋ, ਇਹ ਪੱਥਰ ਹੈ ਜਿਨ੍ਹਾਂ ਉਹ ਕਿਰਪਾ ਦੇ ਜਲ ਨੂੰ ਰੋਕਿਆ ਹੋਇਆ ਹੈ ਤੁਹਾਡੇ ਤੱਕ ਪਹੁੰਚਣ ਤੋਂ। ਜੇ ਤੁਸੀਂ ਚਾਹੁੰਦੇ ਹੋ ਉਹਦੀ ਕਿਰਪਾ ਦਾ ਜਲ ਸਾਡੇ ਤੱਕ ਪਹੁੰਚੇ, ਤਾਂ ਜਿੰਨੀ ਜਲਦੀ ਹੋ ਸਕਦਾ ਪੱਥਰ ਨੂੰ ਤੋੜ ਦਿਓ। ਜਿੱਦਾਂ ਤੁਸੀਂ ਪਹਿਲੇ ਸਮੇਂ ਦੇਖਿਆ ਨਾ, ਕੋਈ ਕਿਸਾਨ ਜਦੋਂ ਖੇਤਾਂ ਨੂੰ ਪਾਣੀ ਲਾਉਂਦਾ ਹੁੰਦਾ ਸੀ, ਟਿਊਬਵੈੱਲ ਤੋਂ ਪਾਣੀ ਲੱਗਦਾ ਸੀ, ਤਾਂ ਜਦੋਂ ਪਾਣੀ ਨੱਕੇ ਤੱਕ ਨਹੀਂ ਪਹੁੰਚਦਾ ਸੀ ਤਾਂ ਦੇਖਦਾ ਸੀ ਜਾ ਕੇ ਪਿੱਛੇ ਕੋਈ ਰੁਕਾਵਟ ਆ ਗਈ ਹੈ। ਜੇ ਕਿਤੇ ਉਹ ਆੜ ਟੁੱਟ ਗਈ ਹੈ ਤਾਂ ਉਹਨੂੰ ਠੀਕ ਕਰਦਾ ਸੀ। ਜੇ ਕੋਈ ਵਿੱਚ ਰੁਕਾਵਟ ਆ ਗਈ ਉਹਨੂੰ ਹਟਾਉਂਦਾ ਸੀ, ਤਾਂ ਕਿ ਸਹੀ ਸਲਾਮਤ ਪਾਣੀ ਮੇਰੇ ਕਿਆਰੇ ਤੱਕ ਪਹੁੰਚੇ।
बस इसी तरह चेक करो कि प्रभु की कृपा का अमृत तो 24 घंटे बरस रहा है, फिर भी जे मेरे तक नहीं पहुंच रहा तो कित्थे को रुकावट है। और ये अंदरली रुकावट तुहानू ही दूर करनी पैनी है, क्योंकि नफरत परमात्मा ने नहीं पैदा की, नफरत तुसी लैके बैठे हो, इसलिए हटानी भी तुहानू पैनी है। जे किते बाहरली चीज हुंदी, बाहरला कोई पत्थर हुंदा, फिर तो कोई भी हेल्प कर दिंदा, पर जो पत्थर ही बंदे ने अपनी सोच नाल रखे हुए है, पत्थर ही बंदे ने अपनी सोच नाल अपने अंदर रखे हुए है, तो हटाने भी बंदे नू किद्दां पैने है कि मैं उन्हें क्षमा करना, उन्हें चाहे जो भी मेरे नाल कीता है मैं उन्हें माफ करदा हाँ, मैं उन्हें क्षमा करदा हाँ, मैं अपने दिल नू बिल्कुल खाली करदा हाँ। इसलिए ये प्रेम ध्यान 5 मिनट अगर रोज तुसी करो, फील करो कि मैं पूरे संसार नू प्रेम करदा है, संसार दे हर प्राणी नाल प्यार करदा हाँ, और खास करके जे किसी वास्ते नफरत है ना, ਉਹਦੀ ਸ਼ਕਲ ਸਾਹਮਣੇ ਲਿਆ ਕੇ ਕਹੋ ਮੈਂ ਇਹਨੂੰ ਵੀ ਪ੍ਰੇਮ ਕਰਦਾ ਹਾਂ, ਮੈਂ ਇਹਦੇ ਨਾਲ ਵੀ ਬਹੁਤ ਪ੍ਰੇਮ ਕਰਦਾ ਹਾਂ, ਪਰਮਾਤਮਾ ਇਹਨੂੰ ਖੁਸ਼ੀਆਂ ਦੇਵੇ, ਇਹਦਾ ਭਲਾ ਕਰੇ। ਜਦੋਂ ਉਹਦੇ ਚਿਹਰੇ ਨੂੰ ਲਿਆ ਕੇ ਉਹਦੇ ਨਾਲ ਪ੍ਰੇਮ ਦੀ ਭਾਵਨਾ ਦਿੱਤੀ, ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਉਹਦੇ ਕੋਲ ਜਾ ਕੇ, ਤੁਹਾਨੂੰ ਪਤਾ ਤੁਹਾਡਾ ਸ਼ਤਰੂ ਹੈ, ਤੁਹਾਡੇ ਨਾਲ ਨਫ਼ਰਤ ਕਰਦਾ, ਉਹਦੇ ਮੂਹਰੇ ਖੜ ਜਾਓ ਜਾ ਕੇ ਤਾਂ ਉਹ ਤੁਹਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ, ਇਹ ਵੀ ਨਹੀਂ। ਕਹਿਣ ਦਾ ਮਤਲਬ ਕੀ ਹੈ, ਤੁਸੀਂ ਆਪਣੇ ਦਿਲ ਨੂੰ ਸਾਫ਼ ਕਰੋ, ਅਗਲਾ ਕਰੇ ਨਾ ਕਰੇ, ਇਹ ਅੰਦਰ ਦੀ ਗੱਲ ਹੈ, ਇਹ ਮੈਂਟਲੀ ਤੌਰ ਤੇ, ਇਹ ਅੰਦਰੂਨੀ ਤੌਰ ਤੇ ਅਸੀਂ ਆਪਣੀ ਸਫਾਈ ਕਰਨੀ ਹੈ, ਤਾਂ ਕਿ ਅੰਦਰੂਨੀ ਤੌਰ ਤੇ ਅਸੀਂ ਉਹ ਪਰਮਾਤਮਾ ਦੀ ਦੁਨੀਆ ਨਾਲ ਜੁੜਨ ਵਾਸਤੇ, ਉਹ ਰਹਿਮਤਾਂ ਦੀ ਦੁਨੀਆ ਨਾਲ ਜੁੜਨ ਵਾਸਤੇ ਤਿਆਰ ਹੋ ਜਾਈਏ। ਕਿਉਂਕਿ ਸਰੀਰਕ ਤੌਰ ਤੇ ਅਸੀਂ ਸੰਸਾਰ ਨਾਲ ਜੁੜਦੇ ਹਾਂ, ਤਾਂ ਮੈਂਟਲੀ ਤੌਰ ਤੇ ਜਾਂ ਕਹਿ ਲਓ ਰੂਹਾਨੀਅਤ ਤੌਰ ਤੇ ਅਸੀਂ ਆਪਣੇ ਉਹ ਪਰਮ ਪਿਤਾ ਪਰਮਾਤਮਾ ਨਾਲ ਜੁੜਦੇ ਹਾਂ। ਪਰ ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜਨ ਵਾਸਤੇ ਸਾਡਾ ਅੰਦਰ ਕਲੀਅਰ ਹੋਣਾ ਜ਼ਰੂਰੀ ਹੈ। ਇਸ ਲਈ ਇੱਕ ਹਾਰਟ ਦੇ ਹੋ ਜਾਓ, ਯਾਨੀ ਅੰਦਰ ਇੱਕੋ ਹੀ ਹਾਰਟ ਹੋਵੇ। ਇੱਕ ਹਾਰਟ ਦਾ ਮਤਲਬ ਬਸ ਮੇਰੇ ਅੰਦਰ ਪ੍ਰੇਮ ਹੀ ਪ੍ਰੇਮ ਹੈ, ਮੇਰੇ ਅੰਦਰ ਮੁਹੱਬਤ ਹੀ ਮੁਹੱਬਤ ਹੈ, ਮੇਰੇ ਅੰਦਰ ਪਿਆਰ ਹੀ ਪਿਆਰ ਹੈ। ਹੁਣ ਮੇਰੇ ਅੰਦਰ ਕੋਈ ਨਫ਼ਰਤ ਨਹੀਂ ਹੈ, ਕੋਈ ਵੈਰ ਭਾਵਨਾ ਨਹੀਂ ਹੈ, ਮੇਰੇ ਅੰਦਰ ਕੋਈ ਕਿਸੇ ਵਾਸਤੇ ਈਰਖਾ ਨਹੀਂ ਹੈ, द्वेष नहीं है, फिर देखो कितनी जल्दी प्रभु की कृपा तुहाडे तक पहुंचेगी। इसलिए संत एक हार्ट, मास्टर एक हार्ट। हुण उन्हां दे जीवन दी दो घटना दस दईए तुहानूं, फिर वो किहड़ी युक्ति दिंदे हुंदे सी अपने जीवन नूं खुशियां नाल भरन दी, अपने जीवन नूं सफल बनाउण दी, अपने जीवन चों सच्चा आनंद प्राप्त करन दी किहड़ी युक्ति दिंदे हुंदे सी, फिर उहदे बारे समझिए। एक बार एक हार्ट जंगल दे विच बैठे है, एक पेड़ दे थल्ले, और जंगल भी ऐसा कि जिथे चारों पासे खुंखार जंगली जानवर, पर वो बैठे अखां बंद करके अपने ध्यान दे विच प्रभु की याद विच, कि उत्थे चार मित्र आ गए, यानी चार दोस्त जिहड़े शिकार करने वास्ते आए थे कि जंगल च चलिए शिकार करिए। और एक गल जिहड़ी है, यानी संत एक हार्ट 1200वीं सदी च आए सी, 1260 दे विच उन्हां दा जन्म होया सी, 30 या 60, जरा गौर करना क्योंकि बहुत पुरानी उन्हां दी जन्म डेट नूं लैके थोड़ा है, कोई कहता 1230 च, कोई कहता 1260 च। हुण उस समय जिथे वो बैठे सी जंगल, और जिथे बहुत जंगली जानवर रहिंदे सी, चार मित्र शिकार करते करते उत्थे पहुंचे तो उन्होंने की देखा कि एक आदमी जिन्हां के फकीरी बाणा पाया होया है, अखां बंद करके इस जंगल च बैठा है जिथे चारों पासे जंगली जानवर है। तो चारों दोस्तों ने सलाह की कि चलो ये कल्ला है, ये को कुछ घड़ियां बैठिए और ये गलबात करिए, क्योंकि इदां दा जंगल जिथे शेर भी है, भालू भी है, चीते भी है, यानी हर तरह के जानवर इस जंगल के अंदर, पूरी अखां बंद करके बेफिक्र होकर बैठा है, इदां बैठा जिद्दां नूं डर ही कोई नहीं हुंदा, इस तरह बैठा जिद्दां किते सुरक्षित किले अंदर बैठा हुंदा कि बंदा कहंदा मैं सुरक्षित किले च बैठा हाँ, आले दुआले मैनूं कोई खतरा ही नहीं है, ये जंगल च इदां बैठा है। वो चारे ही दोस्त अपने घोड़ियां तो उतर के एक हार्ट दे कोल चले गए। जदों गए आवाज दित्ती उन्होंने, तो संत एक हार्ट ने अखां खोलियां और उन्होंने तरफ देखा, कहते हाँ दसो। वो कहते महाराज दसना की है, असीं चार मित्र शिकार खेडण आए सी और तुहानूं इत्थे कल्लियां बैठे देखिया, तो सलाह की कि तुसीं कल्ले इस जंगल च बैठे हो, इन्ना खतरनाक जंगल है, चारों पासे जंगली जानवर है, तुसीं कल्ले बैठे हो, तो सोचा चलो तुहाडे नाल कुछ घड़ियां बह लीए, तुहानूं साथ दे दईए, ताकि तुहानूं भी हिम्मत मिल जाए, हौसला मिल जाए कि मैं कल्ला नहीं है, जंगल च मेरे नाल
ਕੋਈ ਸਾਥੀ ਹੈ। ਤੁਸੀਂ ਇਕੱਲੇ ਬੈਠੇ ਸੀ, ਇਸ ਲਈ ਤੁਹਾਡੇ ਕੋਲ ਆ ਗਏ। ਤਾਂ ਇੱਕ ਹਾਰਟ ਨੇ ਉਸ ਲਈ ਕਿਹਾ, ਭਾਈ ਮੈਂ ਇਕੱਲਾ ਨਹੀਂ ਸੀ, ਮੈਂ ਇਕੱਲਾ ਨਹੀਂ ਸੀ, ਇਕੱਲਾ ਤਾਂ ਹੁਣ ਮੈਨੂੰ ਤੁਸੀਂ ਕਰ ਦਿੱਤਾ। ਉਹ ਕਹਿੰਦੇ ਕੀ ਮਤਲਬ? ਹੁਣ ਤਾਂ ਅਸੀਂ 5 ਆ, ਯਾਨੀ ਇੱਕ ਤੁਸੀਂ 4 ਅਸੀਂ। ਤੁਸੀਂ ਕਹਿੰਦੇ ਹੋ ਪਹਿਲਾਂ ਮੈਂ ਇਕੱਲਾ ਨਹੀਂ ਸੀ, ਤੁਸੀਂ ਮੈਨੂੰ ਇਕੱਲਾ ਕਰ ਦਿੱਤਾ, ਮਤਲਬ ਕੀ? ਉਹ ਇੱਕ ਹਾਰਟ ਕਹਿੰਦੇ ਜਦੋਂ ਮੇਰੀਆਂ ਅੱਖਾਂ ਬੰਦ ਸੀ ਮੈਂ ਇਕੱਲਾ ਨਹੀਂ ਸੀ, ਮੈਂ ਆਪਣੇ ਪ੍ਰਭੂ ਦੇ ਨਾਲ ਸੀ, ਆਪਣੇ ਮਾਲਿਕ ਨਾਲ ਸੀ, ਕਿਉਂਕਿ ਉਸ ਲਈ ਉਹ ਮੇਰੇ ਨਾਲ ਸੀ ਤਾਂ ਮੈਂ ਉਹਦੇ ਨਾਲ ਸੀ। ਹੁਣ ਤੁਸੀਂ ਮੈਨੂੰ ਬੁਲਾ ਕੇ ਮੈਨੂੰ ਇਕੱਲਾ ਕਰ ਦਿੱਤਾ, ਕਿਉਂਕਿ ਤੁਸੀਂ ਜਿੰਨੇ ਮਰਜ਼ੀ ਮੇਰੇ ਨੇੜੇ ਬਹਿ ਜਾਓ, ਮੇਰੇ ਨੇੜੇ ਬਹਿ ਕੇ ਵੀ ਤੁਸੀਂ ਮੇਰੇ ਨਹੀਂ ਹੋ ਸਕਦੇ, ਫਿਰ ਵੀ ਰਹਿਣਾ ਮੈਂ ਇਕੱਲਾ ਹੀ ਹੈ। ਬੋਲੋ ਹੁੰਦਾ ਹੈ ਕਿ ਨਹੀਂ? ਪਤੀ ਪਤਨੀ ਜਿੰਨਾ ਮਰਜ਼ੀ ਨੇੜੇ ਹੋ ਕੇ ਬਹਿ ਜਾਣ, ਬੱਚੇ ਜਿੰਨਾ ਮਰਜ਼ੀ ਨੇੜੇ ਹੋ ਕੇ ਬਹਿ ਜਾਣ, ਤੁਸੀਂ ਕੀ ਸੋਚਦੇ ਹੋ ਨਾਲ ਹੈ? ਕਿੰਨਾ ਚਿਰ ਨਾਲ ਰਹਿਣਗੇ? ਨਾਲ ਤਾਂ ਇੱਕੋ ਹੀ ਹੈ ਜਿਹੜਾ ਹਰ ਵੇਲੇ 24 ਘੰਟੇ ਤੁਹਾਡੇ ਨਾਲ ਹੈ। ਪਤਨੀ ਵੱਧ ਤੋਂ ਵੱਧ 8 ਘੰਟੇ 10 ਘੰਟੇ ਨਾਲ ਰਹੇਗੀ, ਫਿਰ ਤੁਸੀਂ ਕੰਮ ਤੇ ਚਲੇ ਜਾਣਾ ਹੈ, ਬੱਚਿਆਂ ਨੇ ਵੀ ਸਕੂਲ ਚਲੇ ਜਾਣਾ, ਇਕੱਲੇ ਤਾਂ ਫਿਰ ਹੋ ਗਏ। ਇਸ ਲਈ ਸਹੀ ਮਾਇਨੇ 'ਚ ਸਾਥੀ ਤਾਂ ਉਹ ਪਰਮਾਤਮਾ ਹੈ, ਔਰ ਉਹ ਤੁਹਾਡੇ ਅੰਦਰ ਹੈ। ਜਦੋਂ ਉਹਦੇ ਨਾਲ ਜੁੜਨ ਦੀ ਕਲਾ ਤੁਸੀਂ ਸਿੱਖ ਲਈ ਤਾਂ ਤੁਸੀਂ ਕਿਤੇ ਵੀ ਚਲੇ ਜਾਓ, ਇਕੱਲੇ ਤੁਸੀਂ ਕਦੀ ਹੋ ਹੀ ਨਹੀਂ ਸਕਦੇ। ਫਿਰ ਤਾਂ ਤੂੰ ਮੇਰਾ ਰਾਖਾ ਸਭਨੀ ਤਾਈਂ, ਫਿਰ ਤਾਂ ਹਰ ਜਗ੍ਹਾ ਤੁਹਾਡੇ ਨਾਲ ਹੈ। ਪਰ ਪਹਿਲਾਂ ਉਹਨੂੰ ਜਾਣਨਾ ਹੈ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਉਹਦੇ ਨਾਲ ਜੋੜਿਆ ਜਾਵੇ। ਹੁਣ ਜਿਸ ਵੇਲੇ ਉਹਨਾਂ ਨੇ ਇਹ ਗੱਲ ਸੁਣੀ, ਉਹ ਕਹਿੰਦੇ ਅੱਛਾ ਇਦਾਂ ਵੀ ਹੁੰਦੀ ਹੈ? ਇੱਕ ਹਾਰਟ ਕਹਿੰਦੇ ਹਾਂ। ਤਾਂ ਉਸ ਵੇਲੇ ਉਹਨਾਂ ਨੇ ਦੂਜਾ ਸਵਾਲ ਕੀਤਾ ਕਿ ਮਹਾਰਾਜ ਤੁਸੀਂ ਇਸ ਜੰਗਲ ਵਿੱਚ ਅੱਖਾਂ ਬੰਦ ਕਰਕੇ ਬੈਠੇ ਹੋ, ਕਿ ਤੁਹਾਨੂੰ ਡਰ ਨਹੀਂ ਲੱਗਦਾ? ਇੰਨੇ ਜੰਗਲੀ ਜਾਨਵਰ ਹੈ। ਤਾਂ ਉਸ ਵੇਲੇ ਸੰਤ ਇੱਕ ਹਾਰਟ ਉੱਠੇ, ਕਹਿੰਦੇ ਜਦੋਂ ਬੰਦਗੀ ਤੇ ਬੈਠਾ ਹੁੰਦਾ ਫਿਰ ਮੈਨੂੰ ਕੋਈ ਡਰ ਨਹੀਂ, ਚਾਹੇ ਸ਼ੇਰ ਵੀ ਲਾਗੇ ਘੁੰਮੀ ਜਾਣ, ਚੀਤੇ ਵੀ ਲਾਗੇ ਘੁੰਮੀ ਜਾਣ, ਕੋਈ ਡਰ ਨਹੀਂ। ਹਾਲੇ ਉੱਠ ਕੇ ਤੁਰੇ ਹੀ ਸੀ ਕਿ ਸਾਹਮਣੇ ਦੀ ਇੱਕ ਭੇੜੀਆ ਗੁਜ਼ਰਿਆ, ਦੌੜ ਕੇ ਗਿਆ ਭੇੜੀਆ। ਇੱਕ ਹਾਰਟ ਕਹਿੰਦੇ ਰੁਕੋ, ਅੱਗੇ ਭੇੜੀਆ, ਚਲੋ ਇੱਥੋਂ ਚਲੀਏ। ਉਹ ਬੜੇ ਹੈਰਾਨ ਹੋਏ 4 ਦੋਸਤ, ਕਹਿੰਦੇ ਮਹਾਰਾਜ ਜਿਹੜੇ ਹਿਸਾਬ ਨਾਲ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਸੀ, ਸਾਨੂੰ ਤਾਂ ਲੱਗਦਾ ਸੀ ਤੁਸੀਂ ਨਿਡਰ ਹੋ, ਤੁਸੀਂ ਬੇਖੌਫ ਹੋ, ਬੜੇ ਬਹਾਦਰ ਹੋ, ਪਰ ਹੁਣ ਤੁਸੀਂ ਭੇੜੀਏ ਨੂੰ ਦੇਖ ਕੇ ਡਰ ਰਹੇ ਹੋ। ਚਲੋ ਇੱਥੋਂ ਚਲੀਏ, ਚਲੋ ਚਲੀਏ। ਜਦੋਂ ਅੱਖਾਂ ਬੰਦ ਕਰਕੇ ਬੈਠੇ ਸੀ ਉਦੋਂ ਡਰ ਨਹੀਂ ਲੱਗਦਾ ਸੀ ਕਿ ਕੋਈ ਸ਼ੇਰ ਆ ਕੇ ਖਾ ਲੇਗਾ, ਕੋਈ ਭੇੜੀਆ ਹਮਲਾ ਕਰ ਦੇਗਾ, ਫਿਰ ਡਰ ਨਹੀਂ ਲੱਗਦਾ ਸੀ। ਹੁਣ ਤੁਸੀਂ ਭੇੜੀਏ ਨੂੰ ਦੇਖ ਕੇ ਡਰ ਰਹੇ ਹੋ। ਤਾਂ ਉਸ ਲਈ ਸੰਤ ਏਕ ਹਾਰਟ ਕਹਿੰਦੇ ਆ, ਦਰਅਸਲ ਹੁਣ ਮੈਨੂੰ ਡਰ ਇਸ ਲਈ ਲੱਗ ਰਿਹਾ ਕਿਉਂਕਿ ਹੁਣ ਮੈਂ ਤੁਹਾਡੇ ਨਾਲ ਹਾਂ। ਉਸ ਲਈ ਮੈਨੂੰ ਡਰ ਇਸ ਲਈ ਨਹੀਂ ਲੱਗਦਾ ਸੀ, ਉਸ ਲਈ ਮੈਂ ਆਪਣੇ ਪ੍ਰਭੂ ਦੇ ਨਾਲ ਸੀ। ਜਦੋਂ ਅੱਖਾਂ ਬੰਦ ਸੀ ਪ੍ਰਭੂ ਦੇ ਨਾਲ ਸੀ, ਔਰ ਜਦੋਂ ਪ੍ਰਭੂ ਦੇ ਨਾਲ ਆ ਤਾਂ ਫਿਰ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਤਾਂ ਜਦੋਂ ਮੈਂ ਦੁਨੀਆ ਨਾਲ ਆ ਤਾਂ ਫਿਰ ਮੈਨੂੰ ਡਰ ਹੈ, ਕਿਉਂਕਿ ਜੋ ਮੇਰੇ ਮਾਲਿਕ ਨੇ ਕਰਨਾ ਉਹ ਤੁਸੀਂ ਨਹੀਂ ਕਰਨਾ। ਇਹ ਸਿਰਫ ਇੱਕ ਗਿਆਨ ਦੇਣ ਲਈ ਗੱਲ ਹੈ। ਇਹ ਨਾ ਸੋਚੋ ਕਿ ਇੱਕ ਹਾਰਟ ਕੋਈ ਭੇੜੀਏ ਤੋਂ ਡਰ ਗਏ। ਉਹ ਸਿਰਫ ਸਾਨੂੰ ਸਮਝਾਉਣਾ ਕੀ ਚਾਹੁੰਦੇ ਹੈ ਕਿ ਐ ਪਿਆਰਿਆ, ਕਿ ਜਦੋਂ ਤੱਕ ਤੂੰ ਦੁਨੀਆ ਦੇ ਸਾਥੀ ਲੱਭਦਾ ਰਹੇਗਾ ਤੇਰੇ ਜੀਵਨ ਚੋਂ ਡਰ ਕਦੀ ਨਹੀਂ ਮੁੱਕਣਗੇ। ਕਿਉਂਕਿ ਦੁਨੀਆ ਦੇ ਲੱਖਾਂ ਸਾਥੀ ਵੀ ਖੜ ਜਾਣ, ਇਹ ਬਾਹਰੋਂ ਤਾਂ ਖੜ ਜਾਣਗੇ, ਪਰ ਤੇਰੇ ਅੰਦਰਲੇ ਡਰ ਨੂੰ ਇਹ ਕਦੀ ਦੂਰ ਨਹੀਂ ਕਰ ਸਕਦੇ। ਹੁਣ ਤੁਸੀਂ ਕੀ ਸੋਚਦੇ ਹੋ? ਸੱਚ ਦੱਸਿਓ। ਤੁਸੀਂ ਕਿਤੇ ਲੜਨ ਜਾਣਾ ਹੋਵੇ ਤਾਂ ਤੁਸੀਂ ਕਹਿੰਦੇ ਮੇਰੇ ਨਾਲ 10 ਦੋਸਤ ਹੈ, ਲੈ ਜਾਓ 10 ਦੋਸਤ। ਫਿਰ ਵੀ ਤੁਹਾਡੇ ਅੰਦਰ ਇੱਕ ਡਰ ਤਾਂ ਰਹਿੰਦਾ ਹੀ ਹੈ ਨਾ ਕਿ ਅੱਗੇ ਕਿਤੇ 20 ਨਾ ਹੋਣ, ਅੱਗੇ ਕਿਤੇ 50 ਨਾ ਹੋਣ। ਜਿੰਨੇ ਮਰਜ਼ੀ ਬਾਹਰੋਂ ਸਾਥੀ ਖੜੇ ਕਰ ਲਓ, ਜਿੰਨੇ ਮਰਜ਼ੀ ਬਾਹਰੋਂ ਸੈਨਾ ਖੜੀ ਕਰ ਲਓ, ਬਾਡੀਗਾਰਡ ਖੜੇ ਕਰ ਲਓ, ਪਰ ਡਰ ਅੰਦਰ ਹੈ। ਕਿਉਂਕਿ ਪਤਾ ਹੈ ਉੱਥੇ ਬੰਦੇ ਨੂੰ ਇਹ ਬਾਡੀਗਾਰਡ ਬਾਹਰ ਤਾਂ ਹੋ ਸਕਦੇ, ਅੰਦਰ ਕਿੱਦਾਂ ਖੜੇ ਕਰਾਂ। ਇਸ ਲਈ ਜਦੋਂ ਇਨਸਾਨ ਪਰਮਾਤਮਾ ਨੂੰ ਆਪਣਾ ਬਣਾ ਲੈਂਦਾ ਹੈ, ਉਹ ਪ੍ਰਭੂ ਨੂੰ ਆਪਣਾ ਸਮਝ ਲੈਂਦਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਉਹ ਮਾਲਿਕ ਕਿੱਥੇ ਹੈ? ਮੇਰੇ ਅੰਦਰ। ਜਦੋਂ ਅੰਦਰੋਂ ਉਹਦੇ ਸਾਥ ਹੋਣ ਦਾ ਅਹਿਸਾਸ ਹੋ ਜਾਂਦਾ ਹੈ, ਉਹਦੇ ਸਾਥ ਹੋਣ ਦਾ ਪਤਾ ਲੱਗ ਜਾਂਦਾ ਹੈ, ਤਾਂ ਫਿਰ ਅੰਦਰੋਂ ਬੰਦਾ ਇੰਨਾ ਬਹਾਦਰ ਹੋ ਜਾਂਦਾ ਹੈ ਕਿ ਬਾਹਰੋਂ ਕੱਲਾ ਵੀ ਹੋਵੇ ਤਾਂ ਵੀ ਨਹੀਂ ਡਰਦਾ। ਫਿਰ ਕਿਉਂਕਿ ਪਤਾ ਹੈ ਹੁਣ ਮੈਂ ਕੱਲਾ ਨਹੀਂ ਹੈ। ਆ ਜਿਹੜਾ ਦਿਲ ਡਰਦਾ ਸੀ ਨਾ, ਹੁਣ ਇਹ ਦਿਲ ਨੂੰ ਪਤਾ ਲੱਗ ਗਿਆ ਕਿ ਸਰਵ ਸ਼ਕਤੀਸ਼ਾਲੀ ਪ੍ਰਮਾਤਮਾ ਤਾਂ ਅੰਦਰ ਹੀ ਹੈ। ਹੁਣ ਉਹ ਹਿੰਮਤ ਹੌਸਲਾ ਦੇਣ ਵਾਲਾ ਮੇਰੇ ਨਾਲ ਹੈ, ਤਾਂ ਹੁਣ ਮੈਨੂੰ ਕਿਸੇ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਜਰਾ ਸਮਝਣਾ ਸਾਰਿਆਂ। ਇਸ ਲਈ ਬੰਦੇ ਦੇ ਜੀਵਨ 'ਚ ਡਰ ਉਦੋਂ ਤੱਕ ਹੀ ਹੈ ਜਦ ਤੱਕ ਬੰਦਾ ਦੁਨੀਆ ਤੇ ਆਸ ਰੱਖਦਾ ਹੈ। ਤਾਂ ਹੀ ਤਾਂ ਇੱਕ ਹਾਰਟ ਨੇ ਕੀ ਕਿਹਾ, ਜਦ ਤੱਕ ਤੁਹਾਡੇ ਨਾਲ, ਜਦੋਂ ਡਰਿਆ ਕਿਉਂਕਿ ਉਦੋਂ ਮੈਂ ਤੁਹਾਡੇ ਨਾਲ ਸੀ, ਤਾਂ ਮੈਨੂੰ ਭੇੜੀਏ ਤੋਂ ਡਰ ਲੱਗਾ। ਉਹ ਸਿਰਫ ਸਾਨੂੰ ਸਮਝਾਉਣਾ ਚਾਹੁੰਦੇ ਹੈ ਕਿ ਤੂੰ ਦੁਨੀਆ ਦੇ ਸਾਥੀਆਂ ਨੂੰ ਲੈ ਕੇ ਚਲੇਗਾ ਤਾਂ ਤੇਰੇ ਜੀਵਨ 'ਚ ਡਰ ਸਦਾ ਬਣਿਆ ਰਹੇਗਾ। ਪਰ ਜਦੋਂ ਤੂੰ ਉਹ ਸੱਚੇ ਸਾਥੀ ਨੂੰ ਸਮਝ ਲਿਆ ਕਿ ਉਹ ਹਰ ਜਗ੍ਹਾ ਮੇਰੇ ਨਾਲ ਹੈ, ਹਰ ਜਗ੍ਹਾ ਮੇਰੀ ਸੰਭਾਲ ਕਰਨ ਵਾਲਾ, ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਫਿਰ ਇਨਸਾਨ ਦੇ ਅੰਦਰੋਂ ਸਾਰੇ ਡਰ
ਖਤਮ ਹੋ ਜਾਂਦੇ ਹੈ, ਕਿਉਂਕਿ ਗੱਲ ਤਾਂ ਅੰਦਰ ਦੀ ਹੈ। ਸਮਝ ਰਹੇ ਹੋ ਕਿ ਨਹੀਂ? ਹੁਣ ਜ਼ਰਾ ਚੈੱਕ ਕਰੋ ਆਪਣੇ ਆਪ ਨੂੰ ਕਿ ਜੇ ਸਾਡੇ ਅੰਦਰ ਡਰ ਹੈ ਕਿਸੇ ਚੀਜ਼ ਨੂੰ ਲੈ ਕੇ, ਕਿਸੇ ਬਿਮਾਰੀ ਨੂੰ ਲੈ ਕੇ, ਕਿਸੇ ਕੰਮਕਾਰ ਨੂੰ ਲੈ ਕੇ, ਕਿਸੇ ਹਾਲਾਤ ਨੂੰ ਲੈ ਕੇ, ਕਿਸੇ ਵੀ ਹਾਲਾਤ ਨੂੰ ਲੈ ਕੇ ਅਗਰ ਸਾਡੇ ਅੰਦਰ ਡਰ ਹੈ ਤੇ ਇਹਦਾ ਮਤਲਬ ਅਸੀਂ ਹਾਲੇ ਆਪਣੇ ਅੰਦਰ ਬੈਠੇ ਪ੍ਰਭੂ ਨੂੰ ਸਮਝਿਆ ਹੀ ਨਹੀਂ ਹੈ, ਹਾਲੇ ਉੱਤੇ ਅਸੀਂ ਯਕੀਨ ਕੀਤਾ ਹੀ ਨਹੀਂ ਹੈ, ਹਾਲੇ ਉਹਨੂੰ ਜਾਣਿਆ ਹੀ ਨਹੀਂ ਹੈ ਕਿ ਉਹ ਮੇਰੇ ਨਾਲ ਹੈ। ਜੇ ਜਾਣ ਲਈਏ ਤਾਂ ਸਾਡੇ ਜੀਵਨ ਦੇ ਸਾਰੇ ਡਰ, ਸਾਰੀਆਂ ਫਿਕਰਾਂ ਹੀ ਖਤਮ ਹੋ ਜਾਂਦੀਆਂ। ਇਸ ਲਈ ਮਹਿਸੂਸ ਕਰੋ ਉਸ ਨੂੰ ਕਿ ਮੈਂ ਕਿਸ ਚੀਜ਼ ਦੀ ਚਿੰਤਾ ਕਰਦਾ ਹਾਂ। ਠੀਕ ਹੈ, ਮੈਂ ਕਰਮ ਕਰਨਾ ਹੈ, ਪਰ ਮੈਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਿੱਦਾਂ ਸਮਝ ਲਓ ਇੱਕ ਬੰਦੇ ਨੂੰ ਬਿਮਾਰੀ ਹੈ, ਹੁਣ ਬਿਮਾਰੀ ਹੈ ਤਾਂ ਉਹਦਾ ਹੱਲ ਕਰਨਾ ਹੈ, ਡਰੀ ਨਹੀਂ ਜਾਣਾ ਹਾਏ ਕਿਤੇ ਬਿਮਾਰੀ ਮੇਰੀ ਜਾਨ ਨਾ ਲੈ ਲਵੇ, ਹਾਏ ਕਿਤੇ ਬਿਮਾਰੀ ਮੇਰੀ ਜਾਨ ਨਾ ਲੈ ਲਵੇ। ਇਹ ਜਿਹੜਾ ਜਾਨ ਨਾ ਲੈ ਲਵੇ ਡਰ ਹੈ, ਇਹਨੂੰ ਦੂਰ ਕਰਨਾ ਹੈ। ਬਿਮਾਰੀ ਹੈ ਤਾਂ ਉਹਦਾ ਹੱਲ ਕਰਨਾ ਹੈ, ਕਿਉਂਕਿ ਜਦ ਵੀ ਇਨਸਾਨ ਦੁਖੀ ਹੁੰਦਾ ਹੈ ਨਾ ਤਾਂ ਉਹਦੀ ਸੋਚ ਹੀ ਉਹਨੂੰ ਦੁਖੀ ਕਰਦੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਜ਼ਰਾ ਸੋਚੋ, ਇੱਕ ਆਦਮੀ ਸੋਚੀ ਜਾਵੇ ਹਾਏ ਮੇਰਾ ਐਕਸੀਡੈਂਟ ਨਾ ਹੋ ਜਾਵੇ, ਹਾਏ ਮੇਰਾ ਐਕਸੀਡੈਂਟ, ਹਾਲੇ ਐਕਸੀਡੈਂਟ ਹੋਇਆ ਨਹੀਂ ਹੈ, ਪਤਾ ਨਹੀਂ ਹੋਣਾ ਹੈ ਜਾਂ ਨਹੀਂ ਹੋਣਾ, ਉਹ ਤਾਂ ਪਤਾ ਹੀ ਨਹੀਂ, ਪਰ ਹੁਣ ਸੋਚ ਸੋਚ ਕੇ ਹਾਏ ਮੇਰਾ ਐਕਸੀਡੈਂਟ ਨਾ ਹੋ ਜਾਵੇ, ਸੋਚ ਸੋਚ ਕੇ ਡਰ ਡਰ ਕੇ ਦੁਖੀ ਹੁਣੇ ਹੀ ਹੋਈ ਜਾਂਦਾ ਹੈ। ਇਹਨੂੰ ਕਹਿੰਦੇ ਡਰ। ਹੁਣ ਜਦੋਂ ਮਾਲਿਕ ਨੂੰ ਜਾਣ ਲਿਆ ਕਿ ਮੇਰੇ ਨਾਲ ਹੈ ਤਾਂ ਫਿਰ ਬੰਦਾ ਇਦਾਂ ਦੇ ਨੈਗੇਟਿਵ ਵਿਚਾਰ ਅੰਦਰ ਨਹੀਂ ਸੋਚਦਾ ਕਿ ਹਾਏ ਮੇਰੇ ਨਾਲ ਕਿਤੇ ਇਦਾਂ ਨਾ ਹੋ ਜਾਵੇ, ਕਿਤੇ ਮੇਰੇ ਘਰ ਨੂੰ ਅੱਗ ਨਾ ਲੱਗ ਜਾਵੇ, ਕਿਤੇ ਮੇਰੇ ਘਰ ਚੋਰੀ ਨਾ ਹੋ ਜਾਵੇ। ਹਾਲਾਂਕਿ ਹੋਇਆ ਕੁਝ ਵੀ ਨਹੀਂ ਹੈ, ਪਰ ਉਹ ਸੋਚਾਂ ਸੋਚ ਸੋਚ ਕੇ ਦੁਖੀ ਹੋਈ ਜਾਂਦਾ ਹੈ। ਹੁਣ ਜਿਹੜਾ ਮਾਲਿਕ ਨੂੰ ਪ੍ਰੇਮ ਕਰਨ ਵਾਲਾ ਹੈ, ਵਿਸ਼ਵਾਸ ਕਰਨ ਵਾਲਾ ਹੈ, ਉਹ ਇਦਾਂ ਦੀਆਂ ਚੀਜ਼ਾਂ ਤੇ ਆਪਣਾ ਯਕੀਨ ਵੀ ਨਹੀਂ ਕਰਦਾ ਔਰ ਉਹਨਾਂ ਚੀਜ਼ਾਂ ਨੂੰ ਸੋਚ ਸੋਚ ਕੇ ਆਪਣੇ ਜੀਵਨ 'ਚ ਦੁੱਖ ਵੀ ਨਹੀਂ ਭਰਦਾ। ਉਹ ਕਹਿੰਦੇ ਜਦੋਂ ਹੋਏਗਾ ਦੇਖੀ ਜਾਏਗੀ, ਹੁਣੇ ਕਿਉਂ ਸੋਚੀ ਜਾਣਾ? ਹੁਣ ਜ਼ਰਾ ਜਵਾਬ ਦਿਓ ਸਾਨੂੰ। ਹੁਣ ਇੱਕ ਬੰਦਾ ਸੋਚਦਾ ਕਿਤੇ ਮੇਰਾ ਐਕਸੀਡੈਂਟ ਨਾ ਹੋ ਜਾਵੇ, ਕਿਤੇ ਮੈਨੂੰ ਕੋਈ ਰੋਗ ਨਾ ਲੱਗ ਜਾਵੇ, ਹਾਲਾਂਕਿ ਰੋਗ ਹੈ ਨਹੀਂ। ਬਹੁਤ ਜੀਵ ਇਦਾਂ ਦੇ, ਕਿਤੇ ਮੈਨੂੰ ਕੈਂਸਰ ਨਾ ਹੋ ਜਾਵੇ, ਕਿਤੇ ਮੈਨੂੰ ਕੈਂਸਰ ਨਾ ਹੋ ਜਾਵੇ, ਕਿਤੇ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ। ਹੁਣ ਹਾਰਟ ਅਟੈਕ ਨੂੰ ਕੋਈ ਅਸਾਰ ਨਹੀਂ ਹੈ, ਤੇਰਾ ਕੋਲੇਸਟ੍ਰੋਲ ਵੀ ਠੀਕ ਹੈ, ਦਿਲ ਵੀ ਠੀਕ ਹੈ, ਸਭ ਕੁਝ ਠੀਕ ਹੈ, ਪਰ ਹੁਣ ਤੂੰ ਸੋਚ ਰਿਹਾ ਕਿਤੇ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ, ਹਾਰਟ ਅਟੈਕ ਨਾ ਹੋ ਜਾਵੇ। ਬੋਡੀ 'ਚ ਕੋਈ ਇਦਾਂ ਦੀ ਨਿਸ਼ਾਨੀ ਨਹੀਂ ਹੈ ਹਾਰਟ ਅਟੈਕ ਹੋਣ ਵਾਲੀ, ਪਰ ਤੇਰੀ ਸੋਚ ਇੰਨਾ ਡਰੀ ਜਾਂਦਾ ਡਰ ਦੇ ਨਾਲ ਹੀ ਤੈਨੂੰ ਹਾਰਟ ਅਟੈਕ ਹੋ ਜਾਣਾ ਹੈ। ਇਸ ਲਈ ਰੱਬ ਦਾ ਪਿਆਰਾ ਕੀ ਕਹਿੰਦਾ ਹੈ, ਮੈਂ ਕਿਉਂ ਚਿੰਤਾ ਕਰਾਂ? ਜ਼ਰਾ ਸੋਚੋ। ਹੁਣ ਫਰਜ਼ ਕਰੋ ਬੰਦਾ ਸੋਚਦਾ ਕਿ ਕਿਤੇ ਮੇਰਾ ਐਕਸੀਡੈਂਟ ਨਾ ਹੋ ਜਾਵੇ, ਹੁਣ ਹਾਲੇ ਤੱਕ ਹੋਇਆ ਨਹੀਂ, ਡਰ ਰਿਹਾ ਹੈ, ਪਰ ਜ਼ਰਾ ਸੋਚੋ ਜੇ ਹੋ ਜਾਵੇ ਤਾਂ ਕੀ ਹੋਏਗਾ? ਗੱਡੀ ਵਿਗੜ ਗਈ, ਰਿਪੇਅਰ ਕਰਾ ਲਓ, ਸੱਟ ਚੋਟ ਲੱਗ ਗਈ, ਡਾਕਟਰ ਕੋਲ ਠੀਕ ਕਰਾ ਲਓ। ਜਦੋਂ ਹੋ ਗਿਆ ਹੁਣ ਹੱਲ ਕਰੀਏ, ਪਰ ਜਦੋਂ ਹੋਇਆ ਹੀ ਨਹੀਂ ਤਾਂ ਪਹਿਲਾਂ ਸੋਚ ਸੋਚ ਕੇ ਕਿਉਂ ਡਰੀਏ? ਜੇ ਬਿਮਾਰੀ ਆ ਗਈ ਕਿਤੇ ਮੈਂ ਬਿਮਾਰ ਨਾ ਹੋ ਜਾਵਾਂ, ਉਹ ਜਦੋਂ ਆਏਗੀ ਹਰ ਚੀਜ਼ ਦਾ ਹੱਲ ਹੈ, ਹਰ ਚੀਜ਼ ਦਾ ਇਲਾਜ ਹੈ। ਨਾਲੇ ਮਾਲਿਕ ਮੇਰੇ ਨਾਲ ਹੈ, ਜੇ ਦੁੱਖ ਆਇਆ ਵੀ ਤਾਂ ਠੀਕ ਕਰਨ ਵਾਲਾ ਮੇਰੇ ਨਾਲ ਹੈ। ਪਹਿਲਾਂ ਹੀ ਸੋਚ ਸੋਚ ਕੇ ਆਪਣੇ ਜੀਵਨ ਨੂੰ ਮੈਂ ਕਿਉਂ ਦੁੱਖਾਂ ਨਾ ਭਰਾਂ? ਸਮਝ ਰਹੇ ਹੋ ਕਿ ਨਹੀਂ? ਇਸ ਲਈ ਡਰ ਕੱਢੋ ਆਪਣੇ ਅੰਦਰੋਂ, ਕਿਉਂਕਿ ਜਦ ਵੀ ਇਨਸਾਨ ਡਰਦਾ ਹੈ ਤਾਂ ਉਹਦੀ ਸੋਚ ਉਹਨੂੰ ਡਰਾਉਂਦੀ ਹੈ ਕਿਤੇ ਇਦਾਂ ਨਾ ਹੋ ਜਾਵੇ, ਕਿਤੇ ਇਦਾਂ ਨਾ ਹੋ ਜਾਵੇ। ਤਾਂ ਜਿਹੜੇ ਮਾਲਿਕ ਨਾਲ ਪਿਆਰ ਕਰਨ ਵਾਲੇ ਹੈ ਉਹ ਆਪਣੀ ਸੋਚ ਨੂੰ ਡਰਾ ਦਿੰਦੇ। ਜੇ ਆਵੇ ਨਾ ਉਹ ਕਹਿੰਦੇ ਹਟ, ਜਦ ਮੇਰਾ ਮਾਲਿਕ ਮੇਰੇ ਨਾਲ ਇਦਾਂ ਨਹੀਂ ਹੋ ਸਕਦਾ। ਸਮਝਦੇ ਹੋ ਕਿ ਨਹੀਂ? ਫਿਰ ਉਹ ਡਰ ਡਰ ਕੇ ਚਿੰਤਾ ਦੇ ਨਾਲ ਆਪਣੇ ਪਲ ਦਿਨ ਘੜੀਆਂ ਨਹੀਂ ਗੁਜ਼ਾਰਦੇ। ਇਸ ਲਈ ਕਿਸੇ ਚੀਜ਼ ਨੂੰ ਸੋਚ ਕੇ ਡਰੋ ਨਾ, ਬਲਕਿ ਇਹ ਕਹੋ ਜਦੋਂ ਹੋਏਗਾ ਦੇਖੀ ਜਾਏਗੀ। ਜੇ ਹੁੰਦਾ ਵੀ ਹੈ ਤਾਂ ਹਰ ਚੀਜ਼ ਦਾ ਹੱਲ ਵੀ ਹੈ। ਫਰਜ਼ ਕਰੋ ਕਿਸੇ ਨੂੰ ਹਾਰਟ ਅਟੈਕ ਹੀ ਆ ਗਿਆ ਤਾਂ ਕੀ ਉਹਦਾ ਹੱਲ ਨਹੀਂ ਹੈ? ਹੱਲ ਨਹੀਂ ਹੈ ਉਹਦਾ, ਸਟੰਟ ਪੈ ਜਾਂਦੇ ਆ, ਬਹੁਤ ਕੁਝ ਹੱਲ ਹੈ, ਪਰ ਉਹ ਜਦੋਂ ਹੋਏਗਾ ਦੇਖੀ ਜਾਏਗੀ। ਪਹਿਲੇ ਕਿਉਂ ਸੋਚ ਸੋਚ ਕੇ ਆਪਣੇ ਆਪ ਨੂੰ ਪਰੇਸ਼ਾਨ ਕਰਾਂ? ਇਸ ਲਈ ਦੱਸਣਾ ਕੀ ਚਾਹੁੰਦੇ ਆ, ਜ਼ਿੰਦਗੀ ਜੀਓ ਤਾਂ ਨਿਡਰਤਾ ਦੇ ਨਾਲ, ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ। ਪਹਿਲੇ ਨਹੀਂ ਮੈਂ ਐਵੇਂ ਡਰੀ ਜਾਣਾ। ਹੁਣ ਬੱਚਾ ਪਹਿਲੇ ਹੀ ਡਰੀ ਜਾਵੇ ਕਿਤੇ ਫੇਲ ਨਾ ਹੋ ਜਾਵਾਂ। ਹੁਣ ਜਰਾ ਸੋਚੇ, ਉਹ ਜਦੋਂ ਹੋ ਗਿਆ ਫਿਰ ਦੇਖੀ ਜਾਏਗੀ, ਕੰਪਾਰਟਮੈਂਟ ਆ ਜਾਏਗੀ, ਦੁਬਾਰਾ ਭਰ ਦੇਵਾਂਗੇ, ਸਪਲੀ ਭਰ ਦੇਵਾਂਗੇ। ਜੇ ਫੇਲ ਹੋ ਗਿਆ 1 ਸਾਲ ਹੀ ਜਾਏਗਾ, ਦੁਬਾਰਾ ਪੇਪਰ ਦੇ ਦੇਵਾਂਗੇ। ਪਰ ਪਹਿਲੇ ਹੀ ਸੋਚ ਸੋਚ ਕੇ ਕੋਈ ਡਰੀ ਜਾਂਦਾ। ਮੈਂ ਆਪਣੀ ਜ਼ਿੰਦਗੀ ਨੂੰ ਨਰਕ ਕਿਉਂ ਬਣਾਇਆ ਹੈ? ਇਹ ਡਰ ਸਾਡੇ ਅੰਦਰ ਉਹ ਬਿਮਾਰੀਆਂ ਖੜੀਆਂ ਕਰ ਦਿੰਦਾ ਹੈ ਜਿਹੜੀਆਂ ਬਿਮਾਰੀਆਂ ਸਾਨੂੰ ਨਹੀਂ ਹੋਣੀਆਂ ਚਾਹੀਦੀਆਂ। ਇਹ ਗੱਲ ਸਮਝ ਲੈਣਾ ਸਾਰਿਆਂ ਨੇ, ਕਿਉਂਕਿ ਜਿੰਨੇ ਵੀ ਤੁਸੀਂ ਬੈਠੇ ਹੋ ਨਾ, ਜ਼ਿਆਦਾਤਰ ਤੁਹਾਡੀਆਂ ਬਿਮਾਰੀਆਂ ਤੁਹਾਡੇ ਡਰ ਦੀ ਵਜ੍ਹਾ ਨਾਲ ਹੁੰਦੀਆਂ ਹੈ। ਨਹੀਂ ਤਾਂ ਫਿਜ਼ੀਕਲੀ ਤੌਰ ਤੇ ਅਗਰ ਸਰੀਰ ਨੂੰ ਦੇਖਿਆ ਜਾਵੇ ਤਾਂ ਅਸੀਂ ਕਈ ਵਾਰ ਦੱਸਿਆ ਹੈ, ਇਹ ਪ੍ਰਮਾਤਮਾ ਨੇ ਸਾਡਾ ਸਰੀਰ ਹੀ ਇਦਾਂ ਦਾ ਬਣਾਇਆ ਹੈ
ਕਿ ਇਹ ਆਪਣੇ ਆਪ ਨੂੰ ਆਪ ਹੀ ਠੀਕ ਕਰ ਲੈਂਦਾ ਹੈ, ਇਹਦੇ ਅੰਦਰ ਇਮਿਊਨਿਟੀ ਪਾਵਰ ਹੈ। ਪਰ ਜਦੋਂ ਇਨਸਾਨ ਡਰੀ ਜਾਵੇ ਤਾਂ ਹੀ ਤਾਂ ਕਹਿੰਦੇ ਹਰ ਚੀਜ਼ ਦਾ ਇਲਾਜ ਹੈ, ਪਰ ਡਰ ਦਾ ਵਹਿਮ ਦਾ ਕੋਈ ਇਲਾਜ ਨਹੀਂ ਹੈ। ਇਸ ਲਈ ਵਹਿਮ ਨੂੰ ਦੂਰ ਕਰੋ ਔਰ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੈਨੂੰ ਪੂਰਾ ਯਕੀਨ ਹੈ ਜੇ ਕੋਈ ਜੀਵਨ 'ਚ ਮੁਸ਼ਕਿਲ ਹੈ ਤਾਂ ਠੀਕ ਵੀ ਹੋਏਗੀ। ਇਸ ਲਈ ਏਕ ਹਾਰਟ ਕਹਿੰਦੇ ਹੈ ਕਿ ਜਦੋਂ ਮੇਰਾ ਮਾਲਿਕ ਨਾਲ ਹੋਵੇ ਤਾਂ ਫਿਰ ਮੈਨੂੰ ਕਿਤੇ ਕੋਈ ਡਰ ਨਹੀਂ ਹੈ। ਫਿਰ ਜੰਗਲ 'ਚ ਅੱਖਾਂ ਬੰਦ ਕਰਕੇ ਹੀ ਬਹਿ ਜਾਵਾਂ ਤਾਂ ਮੈਨੂੰ ਪਤਾ ਹੈ ਜਿਹਦੇ ਨਾਲ ਮੈਂ ਲਾਈ ਹੈ ਨਾ, ਜਿਹੜਾ ਮੇਰੇ ਨਾਲ ਹੈ, ਉਹ ਹਰ ਜਗ੍ਹਾ ਮੇਰੀ ਸੰਭਾਲ ਵੀ ਕਰ ਸਕਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਚੀਜ਼ ਸਮਝ ਲੈਣੀ ਸਾਰਿਆਂ ਦੀ ਬਾਤ ਹੈ। ਹੁਣ ਆਈਏ ਏਕ ਹਾਰਟ ਨੇ ਕੀ ਵਚਨ ਕੀਤੇ, ਹੁਣ ਉਹਨਾਂ ਵਚਨਾਂ ਨੂੰ ਥੋੜਾ ਜਿਹਾ ਸਮਝੀਏ ਕਿ ਆਪਣੇ ਜੀਵਨ ਨੂੰ ਅਸੀਂ ਕਿੱਦਾਂ ਖੁਸ਼ੀਆਂ ਨਾਲ ਭਰ ਸਕਦੇ ਹਾਂ, ਆਪਣੇ ਜੀਵਨ 'ਚ ਅਸੀਂ ਆਨੰਦ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ। ਇੱਕ ਵਾਰ ਇੱਕ ਪ੍ਰੇਮੀ ਨੇ ਆ ਕੇ ਏਕ ਹਾਰਟ ਨੂੰ ਪੁੱਛਿਆ ਕਿ ਮਹਾਰਾਜ ਜੀਵਨ 'ਚ ਖੁਸ਼ੀ ਪ੍ਰਾਪਤ ਕਰਨ ਵਾਸਤੇ, ਸ਼ਾਂਤੀ ਪ੍ਰਾਪਤ ਕਰਨ ਵਾਸਤੇ, ਇਹ ਜੀਵਨ ਨੂੰ ਸਫਲ ਬਣਾਉਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਉਸ ਲਈ ਏਕ ਹਾਰਟ ਨੇ 5 ਨਿਯਮ ਦੱਸੇ। ਉਹ 5 ਨਿਯਮ ਤੁਹਾਨੂੰ ਵੀ ਦੱਸਣਾ ਚਾਹਾਂਗੇ ਅਸੀਂ, ਕਿਉਂਕਿ ਜੀਵਨ 'ਚ ਸਫਲਤਾ ਤੁਸੀਂ ਵੀ ਚਾਹੁੰਦੇ ਹੋ, ਖੁਸ਼ੀਆਂ ਤੁਸੀਂ ਵੀ ਚਾਹੁੰਦੇ ਹੋ, ਆਨੰਦ ਤੁਸੀਂ ਵੀ ਚਾਹੁੰਦੇ ਹੋ। ਪਹਿਲਾ ਨਿਯਮ ਉਹਨਾਂ ਨੇ ਕਿਹਾ, ਹੁਣ ਜ਼ਰਾ ਸਮਝਣਾ ਕਿ ਜੇ ਜੀਵਨ 'ਚ ਖੁਸ਼ੀ ਚਾਹੀਦੀ ਹੈ, ਸਫਲਤਾ ਚਾਹੀਦੀ ਹੈ, ਆਨੰਦ ਚਾਹੀਦਾ ਹੈ, ਉਹ ਕਹਿੰਦੇ ਪਹਿਲਾ ਨਿਯਮ ਹੈ ਈਟ ਹੈਲਦੀ ਫੂਡ, ਯਾਨੀ ਈਟ ਹੈਲਦੀ। ਕਹਿੰਦੇ ਅੱਛਾ ਭੋਜਨ ਖਾਓ। ਅਗਰ ਤੰਦਰੁਸਤੀ ਵੀ ਚਾਹੀਦੀ ਹੈ, ਸ਼ਾਂਤੀ ਵੀ ਚਾਹੀਦੀ ਹੈ, ਕਿਉਂਕਿ ਇੱਥੇ ਇਹ 5 ਨਿਯਮ ਉਹ ਦੱਸ ਰਹੇ ਹੈ ਜਿਹਦੇ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ, ਸਾਡਾ ਮਨ ਵੀ ਔਰ ਸਾਡੀ ਆਤਮਾ ਵੀ ਆਨੰਦ ਨਾਲ ਭਰਪੂਰ ਹੋ ਜਾਂਦੀ ਹੈ। ਇਸ ਲਈ ਹੁਣ ਜ਼ਰਾ ਆਪਣੇ ਆਪ ਨੂੰ ਚੈੱਕ ਕਰਨਾ ਕਿ ਅਸੀਂ ਇਹਨਾਂ 5 ਨਿਯਮਾਂ ਤੇ ਚੱਲਦੇ ਹਾਂ ਕਿ ਨਹੀਂ। ਪਹਿਲਾ ਨਿਯਮ ਕਿਹੜਾ ਸੀ, ਜ਼ਰਾ ਦੱਸੋ ਬੋਲ ਕੇ? ਈਟ ਹੈਲਦੀ ਫੂਡ, ਯਾਨੀ ਪੌਸ਼ਟਿਕ ਭੋਜਨ ਖਾਓ, ਅੱਛਾ ਖਾਣਾ ਖਾਓ। ਅੱਛੇ ਖਾਣੇ ਦਾ ਮਤਲਬ ਕੀ ਹੈ? ਅੱਛਾ ਖਾਣਾ ਖਾਓ ਜੋ ਤੁਹਾਡੀ ਸਿਹਤ ਵਾਸਤੇ ਅੱਛਾ ਹੋਵੇ, ਸਵਾਦ ਵਾਸਤੇ ਨਾ ਖਾਓ, ਕਿਉਂਕਿ ਅੱਜ ਇਨਸਾਨ ਜ਼ਿਆਦਾ ਸਵਾਦ ਵਾਸਤੇ ਖਾਂਦਾ ਹੈ, ਸਿਹਤ ਨਾਲ ਉਹਨੂੰ ਕੋਈ ਮਤਲਬ ਹੀ ਨਹੀਂ ਹੈ। ਜਰਾ ਸੋਚ ਕੇ ਦੇਖੋ ਤੁਸੀਂ, ਹੁਣ ਜਵਾਬ ਦੇਣਾ ਸਾਨੂੰ। ਸਮੋਸੇ ਹੋ ਗਏ, ਆਲੂ ਭਟੂਰੇ ਹੋ ਗਏ, 버ਗਰ ਹੋ ਗਏ, ਪੀਜ਼ੇ ਹੋ ਗਏ, ਸਾਰਿਆਂ ਨੂੰ ਸਵਾਦ ਲੱਗਦੇ ਆ ਨਾ, ਜਲੇਬੀਆਂ ਹੋ ਗਈਆਂ, ਪਰ ਜਰਾ ਸੋਚੋ ਇਹ ਸਿਹਤ ਵਾਸਤੇ ਅੱਛੀਆਂ ਹੈ? ਬਸ ਇਹ ਸਵਾਦ ਹੈ। ਅਗਰ ਹੈਲਥ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹਨਾਂ 'ਚ ਕੋਈ ਸਾਡੇ ਹੈਲਥ ਵਾਸਤੇ ਕੋਈ ਚੀਜ਼ ਨਹੀਂ ਹੈ ਕਿ ਜੋ ਅਸੀਂ ਕਹਿ ਸਕੀਏ ਖਾ ਕੇ ਮੈਂ ਤੰਦਰੁਸਤ ਹੋਣਾ ਹੈ। ਬਲਕਿ ਉਲਟਾ ਜਦੋਂ ਹਾਰਟ ਦੀ ਪ੍ਰੋਬਲਮ ਆਉਂਦੀ ਹੈ, ਬੀਪੀ ਘਟਦਾ ਵੱਧਦਾ ਹੈ, ਜੋੜਾਂ ਦੇ ਦਰਦਾਂ ਹੁੰਦੀਆਂ, ਤਾਂ ਡਾਕਟਰ ਇਹਨਾਂ ਚੀਜ਼ਾਂ ਨੂੰ ਖਾਣ ਲਈ ਮਨਾ ਕਰਦੇ, ਫਾਸਟ ਫੂਡ ਨਾ ਖਾਈ, ਕਹਿੰਦੇ ਆ ਕਿ ਨਹੀਂ ਡਾਕਟਰ? ਹਾਰਟ ਵਾਲਿਆਂ ਨੂੰ ਤਾਂ ਸਪੈਸ਼ਲ ਕਹਿ ਦਿੱਤਾ ਜਾਂਦਾ ਕਿ ਬਾਹਰਲੀ ਚੀਜ਼ ਨਹੀਂ ਖਾਣੀ ਕੋਈ। ਹੁਣ ਜੇ ਪਹਿਲਾਂ ਹੀ ਅਸੀਂ ਈਟ ਹੈਲਦੀ ਫੂਡ, ਜੇ ਸ਼ੁਰੂਆਤ ਵਿੱਚ ਹੀ ਅਸੀਂ ਨਿਯਮ ਬਣਾ ਲਈਏ ਕਿ ਬਾਅਦ ਵਿੱਚ ਡਾਕਟਰ ਬੰਦ ਕਰਾਵੇ ਬਿਮਾਰੀ ਕਰਕੇ, ਇਧਰੋਂ ਚੰਗਾ ਪਹਿਲਾਂ ਹੀ ਬੰਦ ਕਰ ਦਈਏ, ਤਾਂ ਬਿਮਾਰੀ ਕਦੀ ਸਾਡੇ ਨੇੜੇ ਆਏਗੀ ਨਹੀਂ। ਸਮਝਦੇ ਹੋ ਕਿ ਨਹੀਂ? ਇਸ ਲਈ ਜ਼ਰਾ ਯਾਦ ਰੱਖੋ ਕਿ ਅੱਜ ਇਨਸਾਨ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ 'ਚ ਜਾਂ ਗੁਰੂਆਂ, ਰਹਿਬਰਾਂ, ਸੰਤਾਂ ਦੇ ਕੋਲ ਜਾ ਕੇ ਸਭ ਤੋਂ ਜ਼ਿਆਦਾ ਬੇਨਤੀਆਂ ਕਾਹਦੀਆਂ ਕਰਦਾ? ਆਪਣੀ ਸਿਹਤ ਨੂੰ ਲੈ ਕੇ ਕਰਦਾ ਹੈ। ਹੁਣ ਸਿਹਤ ਨੂੰ ਲੈ ਕੇ ਬੇਨਤੀ ਕਰਦੇ ਹਾਂ ਅਸੀਂ, ਡਾਕਟਰਾਂ ਦੇ ਕੋਲ ਜਾਂਦੇ ਹਾਂ ਅਸੀਂ, ਪਰ ਇਹ ਨਿਯਮ ਨਹੀਂ ਸਮਝ ਸਕਦੇ ਕਿ ਅਗਰ ਅਸੀਂ ਅੱਛਾ ਖਾਣਾ ਖਾਣ ਦੀ ਆਦਤ ਬਣਾ ਲਈਏ ਤਾਂ ਸਾਨੂੰ ਦਵਾਈਆਂ ਜਾਂ ਡਾਕਟਰਾਂ ਦੇ ਚੱਕਰ ਲਾਉਣ ਲਈ ਕਦੀ ਡਾਕਟਰਾਂ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ ਪਏਗੀ। ਹਾਂ, ਗੁਰੂਆਂ, ਰਹਿਬਰਾਂ, ਸੰਤਾਂ ਕੋਲ ਜਾਣਾ ਹੈ ਗਿਆਨ ਲੈਣ ਵਾਸਤੇ, ਨੌਲੇਜ ਲੈਣ ਵਾਸਤੇ, ਆਪਣੇ ਜੀਵਨ ਨੂੰ ਕਿੱਦਾਂ ਸਫਲ ਬਣਾਇਆ ਜਾਵੇ, ਕਿੱਦਾਂ ਉਹ ਆਨੰਦ ਨਾਲ ਜੁੜਿਆ ਜਾਵੇ, ਉਹਦੇ ਵਾਸਤੇ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਬਾਅਦ ਖਾਣ ਵਾਸਤੇ ਜਦ ਵੀ ਕੁਝ ਖਾਓ ਤਾਂ ਇਹ ਦੇਖੋ ਕਿ ਇਹ ਜੋ ਮੈਂ ਖਾ ਰਿਹਾ ਹਾਂ ਇਹ ਮੇਰੀ ਸਵਾਦ ਵਾਸਤੇ ਖਾ ਰਿਹਾ ਜਾਂ ਸਿਹਤ ਵਾਸਤੇ ਖਾ ਰਿਹਾ। ਬਸ ਇੰਨਾ ਧਿਆਨ ਰੱਖਣਾ, ਕਿਉਂਕਿ ਅਸੀਂ ਆਪ ਵੀ ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖੀਦਾ ਹੈ। ਇੱਕ ਜਗ੍ਹਾ ਸਾਡਾ ਪ੍ਰੋਗਰਾਮ ਸੀ, ਆਪਣੀ ਆਪ ਬੀਤੀ ਦੱਸਣ ਲੱਗੇ ਹਾਂ ਤੁਹਾਨੂੰ ਕਿ ਸਾਡੇ 2 ਉਸ ਦਿਨ ਪ੍ਰੋਗਰਾਮ ਸੀ। ਇੱਕ ਤਾਂ ਸੀ ਮਨਸੂਰਵਾਲ ਵੇਟ ਪੈ ਜਾਂਦਾ ਹੈ ਆਪਣੇ ਬਿਆਸ ਦੇ ਨਜ਼ਦੀਕ, ਔਰ ਉਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਸੀ। ਔਰ ਜਦੋਂ ਅਸੀਂ ਪਹਿਲੇ ਪ੍ਰੋਗਰਾਮ ਤੋਂ ਫ੍ਰੀ ਹੋ ਕੇ ਦੂਜੀ ਜਗ੍ਹਾ ਗਏ ਤਾਂ ਸਾਡੇ ਨਾਲ ਸੇਵਾਦਾਰ ਸੀ, ਇੱਕ ਸੇਵਾਦਾਰ ਰਾਜੂ ਹੈ। ਜਦੋਂ ਘਰ ਦੇ ਅੰਦਰ ਗਏ ਕਿ ਰਾਜੂ ਅੱਜ ਖਾਣਾ ਨਹੀਂ ਖਾਧਾ, ਭੁੱਖ ਲੱਗੀ ਹੋਈ ਹੈ। ਜਿੱਦਾਂ ਹੀ ਅੰਦਰ ਗਏ ਤਾਂ ਉੱਥੇ ਗਰਮ ਸਮੋਸੇ ਨਿਕਲ ਰਹੇ ਸੀ, ਸਮੋਸਿਆਂ ਦੀ ਮਹਿਕ ਆਈ। ਰਾਜੂ ਕਹਿੰਦਾ ਮਾਲਕ ਹੁਣੇ ਲੈ ਕੇ ਆਏ ਨਾ, ਸਫਾਈ ਨਾਲ ਜਾ ਕੇ ਸਮੋਸੇ ਕਢਾਏ, ਐਨ ਟਿਸ਼ੂ 'ਚ ਸਾਫ਼ ਸੂਫ ਕਰਕੇ ਸਾਡੇ ਮੂਹਰੇ ਰੱਖੇ। ਜਦੋਂ ਅਸੀਂ ਦੇਖਿਆ, ਰਾਜੂ ਕਹਿੰਦਾ ਮਾਲਕੋ ਖਾ ਲਓ, ਪੂਰੇ ਸਾਫ਼ ਸੁਥਰੇ ਹੈ।
ਮੈਂ ਪੂਰੇ ਸਫਾਈ ਨਾਲ ਲੈ ਕੇ ਆਇਆ ਹਾਂ। ਇਹ ਕਿ ਅਸੀਂ ਇਸ ਕਰਕੇ ਨਹੀਂ ਦੇਖ ਰਹੇ, ਬਸ ਦੇਖ ਰਹੇ ਹਾਂ ਇਹ ਸਾਡੀ ਸਿਹਤ ਵਾਸਤੇ ਅੱਛਾ ਹੈ ਜਾਂ ਸਿਰਫ ਸਵਾਦ ਦੀ ਖਾਤਰ ਖਾ ਰਹੇ ਹਾਂ, ਇਹ ਸੋਚ ਰਹੇ ਹਾਂ। ਫਿਰ ਅਸੀਂ ਉਹਨੂੰ ਇੱਕ ਪਾਸੇ ਕਰ ਦਿੱਤਾ ਕਿ ਲੈ ਦੇਖ ਲਿਆ, ਇਹ ਸਾਡੀ ਸਿਹਤ ਵਾਸਤੇ ਅੱਛਾ ਨਹੀਂ ਹੈ। ਭੁੱਖੇ ਰਹਿਣਾ ਮਨਜ਼ੂਰ ਹੈ, ਪਰ ਉਹ ਚੀਜ਼ ਖਾਣੀ ਮਨਜ਼ੂਰ ਨਹੀਂ ਜੋ ਸਾਡੀ ਸਿਹਤ ਵਾਸਤੇ ਠੀਕ ਨਾ ਹੋਵੇ। ਇਹਨੂੰ ਕਹਿੰਦੇ ਆ ਜਾਗਰੂਕ ਹੋਣਾ ਆਪਣੇ ਭੋਜਨ ਨੂੰ ਲੈ ਕੇ, ਕਿ ਮੈਂ ਜੋ ਖਾ ਰਿਹਾ ਹਾਂ ਉਹ ਹੈਲਦੀ ਹੈ ਜਾਂ ਸਿਰਫ ਟੇਸਟੀ ਹੈ। ਕਿਉਂਕਿ ਟੇਸਟ ਨੇ ਤੁਹਾਨੂੰ, ਜੇ ਬੰਦਾ ਕਹੇ ਟੇਸਟ ਨੂੰ ਖਾਣਾ ਹੈ ਤਾਂ ਟੇਸਟ ਵਾਸਤੇ ਅੱਜ ਆਪਣੀ 1.5 ਇੰਚ ਦੀ ਜਵਾਨ ਦੇ ਟੇਸਟ ਨੂੰ ਪੂਰਾ ਕਰਨ ਵਾਸਤੇ ਤੁਸੀਂ ਆਪਣੇ 5 ਫੁੱਟ 5.5 6 ਫੁੱਟ ਦੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਲਾ ਕੇ ਬੈਠ ਜਾਂਦੇ। ਇੰਨਾ ਚੰਗਾ ਨਾ ਜਵਾਨ ਤੇ ਕੰਟਰੋਲ ਕਰ ਲਈਏ ਤਾਂ ਕਿ 6 ਫੁੱਟ ਲੰਬਾ ਸਰੀਰ ਸਾਡਾ ਸੁਰੱਖਿਅਤ ਰਵੇ। ਇਹ ਤਾਂ ਮੂਰਖਤਾ ਨਾ ਇੰਨੇ ਕਿ ਹਿੱਸੇ ਨੂੰ ਖੁਸ਼ ਕਰਨ ਵਾਸਤੇ। ਕਿਉਂਕਿ ਜ਼ਰਾ ਸੱਚ ਦੱਸਿਓ, ਇਹ ਸਵਾਦ ਸਿਰਫ ਇੱਥੇ ਹੀ ਹੁੰਦਾ ਹੈ, ਜਿੱਦਾਂ ਹੀ ਗਲੇ ਤੋਂ ਥੱਲੇ ਜਾਂਦਾ ਕੋਈ ਸਵਾਦ ਦਾ ਪਤਾ ਲੱਗਦਾ ਅੰਦਰ ਕੀ ਗਿਆ, ਬਸ ਇੱਥੇ ਜੀਭ ਦੇ ਉੱਪਰ ਹੀ ਸਵਾਦ ਹੈ। ਹੁਣ ਇੰਨੇ ਹਿੱਸੇ ਨੂੰ ਜੇ ਕੰਟਰੋਲ ਕਰ ਲਈਏ ਕਿ ਆਹ 1.5 ਇੰਚ ਦੀ ਜੀਭ ਨੂੰ ਕੰਟਰੋਲ ਕਰ ਲੈਣਾ ਹੈ, ਪਰ ਅੰਦਰ ਉਹੀ ਚੀਜ਼ ਜਾਵੇ ਜੋ ਮੇਰੇ ਵਾਸਤੇ, ਮੇਰੀ ਸਿਹਤ ਵਾਸਤੇ ਅੱਛੀ ਹੋਵੇ। ਸਮਝਦੇ ਹੋ ਕਿ ਨਹੀਂ? ਅਸੀਂ ਇੱਕ ਫਕੀਰ ਦੀ ਜੀਵਨੀ ਪੜ੍ਹ ਰਹੇ ਸੀ। ਫਕੀਰ ਨੇ ਕਿਹਾ ਜੋ ਲਸਣ ਖਾਂਦਾ ਹੈ ਨਾ, ਜਿੱਦਾਂ ਸ਼੍ਰੀ ਕ੍ਰਿਸ਼ਨ ਨੇ ਵੀ ਗੀਤਾ 'ਚ ਕਿਹਾ ਹੈ ਕਿ ਲਸਣ ਜਿਹੜਾ ਹੈ ਸਾਡੀ ਸਪਿਰਿਚੁਅਲ એનર્ਜੀ ਨੂੰ ਘਟਾਉਂਦਾ ਹੈ। ਜਦੋਂ ਅਸੀਂ ਪੜ੍ਹਿਆ ਤਾਂ ਸਾਡੀ ਇੱਕ ਆਦਤ ਹੁੰਦੀ ਹੈ, ਅਸੀਂ ਪਹਿਲਾਂ ਐਕਸਪੈਰੀਮੈਂਟ ਕਰਦੇ ਹਾਂ ਔਰ ਫਿਰ ਅਸੀਂ ਉਹਨੂੰ ਦੂਜਿਆਂ ਨੂੰ ਕਹੀਦਾ ਕਿ ਕਰਕੇ ਦੇਖੋ। ਅਸੀਂ ਲਸਣ ਕੁਝ ਮਹੀਨਿਆਂ ਵਾਸਤੇ ਬੰਦ ਕਰਤਾ ਕਿ ਲਸਣ ਨਾ ਪਾਇਓ ਸਾਡੇ ਖਾਣੇ 'ਚ, ਅਸੀਂ ਦੇਖਣਾ ਹੈ ਕਿ ਇਹਦਾ ਇਫੈਕਟ ਵਾਕਈ ਬੋਡੀ ਤੇ ਪੈਂਦਾ ਹੈ। ਪਰ ਜਦੋਂ ਫੀਲ ਕੀਤਾ, ਕਿਉਂਕਿ ਤਾਂ ਹੀ ਦੱਸਿਆ ਸਟੈਪ ਬਾਈ ਸਟੈਪ ਚੜ੍ਹ ਕੇ ਅੱਜ ਇੱਥੇ ਤੱਕ ਪਹੁੰਚੇ ਹਾਂ, ਕਿਉਂਕਿ ਜੀਵਨ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਹੈ, ਬਹੁਤ ਕੁਝ ਸਮਝਣ ਨੂੰ ਹੈ। ਔਰ ਜਿਹੜੀ ਚੀਜ਼ ਨੂੰ ਸਮਝਣ ਵਾਸਤੇ ਪੀਰ ਫਕੀਰ ਕਿੰਨੇ ਕਿੰਨੇ ਸਾਲ ਲਾ ਦਿੰਦੇ, ਉਹ ਸਾਨੂੰ ਇਦਾਂ ਹੀ ਬੜੀ ਆਸਾਨੀ ਨਾਲ ਦੱਸ ਦਿੰਦੇ ਆ। ਵਾਕਈ ਜਦੋਂ ਉਹ ਲਸਣ ਛੱਡ ਕੇ ਦੇਖਿਆ, ਲਹਿਸੁਨ ਗਾਰਲਿਕ, ਤਾਂ ਵਾਕਈ ਪਤਾ ਲੱਗਾ ਕਿ ਸਿਮਰਨ ਦੀ એનર્ਜੀ ਨੂੰ ਬਹੁਤ ਪ੍ਰਭਾਵ ਪੈਂਦਾ ਹੈ। ਸਹੀ ਕਿ ਉਹਨੂੰ ਖਾ ਕੇ ਦੇਖੀਏ, ਜਦੋਂ ਖਾਧਾ ਤਾਂ ਇਫੈਕਟ ਪਤਾ ਲੱਗਦਾ ਸੀ ਕਿ ਇਹ ਚੀਜ਼ ਦਾ ਵਾਕਈ ਇਫੈਕਟ ਹੈ। ਅਸੀਂ ਤੁਹਾਨੂੰ ਵੀ ਕਹਾਂਗੇ 20 ਦਿਨ ਵਾਸਤੇ ਛੱਡ ਕੇ ਦੇਖੋ, ਫਿਰ ਦੇਖੋ ਤੁਹਾਡੀ ਬੋਡੀ 'ਚ એનર્ਜੀ ਲੈਵਲ ਕੀ ਹੁੰਦਾ ਹੈ, ਫਿਰ ਖਾ ਕੇ ਦੇਖੋ, ਫਿਰ ਪਤਾ ਲੱਗੇਗਾ ਤੁਹਾਨੂੰ ਕਿ ਵਾਕਈ ਇਹ ਚੀਜ਼ ਨਾਲ ਸਾਡੇ ਜੀਵਨ ਤੇ ਪ੍ਰਭਾਵ ਪੈਂਦਾ। ਨੂੰ ਮੰਨੋ ਨਾ, ਅਜਮਾ ਕੇ ਦੇਖੋ। 20 ਦਿਨ ਦੇ ਐਕਸਪੈਰੀਮੈਂਟ ਨਾਲ ਹੀ ਤੁਹਾਨੂੰ ਇੱਕ ਪਤਾ ਲੱਗ ਜਾਏਗਾ ਕਿ ਲਸਣ ਦਾ ਹੀ ਸਾਡੀ ਬੋਡੀ ਤੇ ਕੀ ਪ੍ਰਭਾਵ ਪੈਂਦਾ ਹੈ। ਜ਼ਰਾ ਸਮਝਣਾ, ਕਿਉਂਕਿ ਪਹਿਲੇ ਸਮੇਂ ਅੰਦਰ ਅਗਰ ਰਿਸ਼ੀ ਮੁਨੀ ਜਾਂ ਸੰਤ ਗੁਰੂ ਰਹਿਬਰ ਕੋਈ ਚੀਜ਼ ਮਨਾ ਕਰਦੇ ਸੀ ਤਾਂ ਉਹਦੇ ਪਿੱਛੇ ਉਹ ਦੁਨੀਆ ਦਾ ਸਵਾਦ ਨਹੀਂ ਦੇਖਦੇ ਸੀ, ਉਹ ਦੇਖਦੇ ਸੀ ਕਿ ਰੂਹਾਨੀ ਤੌਰ ਤੇ ਸਾਨੂੰ ਕੀ ਫਾਇਦਾ ਹੋ ਸਕਦਾ ਹੈ। ਹਾਂ, ਸਰੀਰ ਦੇ ਤੌਰ ਤੇ ਲਸਣ ਦੇ ਬਹੁਤ ਫਾਇਦੇ ਦੱਸੇ ਜਾਂਦੇ ਆ, ਪਰ ਉਹ ਫਾਇਦੇ ਅਸੀਂ ਕਿਸੇ ਹੋਰ ਚੀਜ਼ ਤੋਂ ਵੀ ਲੈ ਸਕਦੇ ਹਾਂ। ਪਰ ਇਹਦਾ ਇਫੈਕਟ ਸਿੱਧਾ, ਤਾਂ ਹੀ ਤੈਨੂੰ ਸ਼੍ਰੀ ਕ੍ਰਿਸ਼ਨ ਨੇ ਗੀਤਾ ਦੇ ਅੰਦਰ ਦੱਸਿਆ ਹੈ, ਇਹ ਤਮੋਗੁਣੀ ਭੋਜਨ ਹੈ। ਤਾਂ ਹੀ ਕਹਿੰਦਾ 3 ਪ੍ਰਕਾਰ ਦਾ ਭੋਜਨ ਹੁੰਦਾ, ਤਮੋਗੁਣੀ, ਰਜੋਗੁਣੀ ਔਰ ਸਤੋਗੁਣੀ। ਜਿਹੜਾ ਸਤੋਗੁਣੀ ਭੋਜਨ ਹੁੰਦਾ ਹੈ ਉਹ ਸਾਡੇ ਅੰਦਰ ਸੱਤ ਦੀ ਊਰਜਾ ਨੂੰ ਪੈਦਾ ਕਰਦਾ ਹੈ, ਸਾਡੇ ਅੰਦਰ ਉਹ એનર્ਜੀ ਪੈਦਾ ਕਰਦਾ ਹੈ ਜੋ ਸਾਨੂੰ ਸਤ ਨਾਲ ਜੋੜਦੀ ਹੈ, ਪਰਮਾਤਮਾ ਨਾਲ ਜੋੜਦੀ ਹੈ। ਤਾਂ ਹੀ ਤਾਂ ਕਹਿੰਦੇ ਕਿ ਜਿੱਦਾਂ ਦਾ ਅੰਨ ਖਾਣਾ ਹੈ, ਜਿੱਦਾਂ ਦਾ ਪਾਣੀ ਪੀਣਾ, ਉਦਾਂ ਦਾ ਤੇਰਾ ਮਨ ਹੋ ਜਾਣਾ ਹੈ। ਸਮਝ ਆ ਰਹੀ ਹੈ ਸਾਡੀ ਗੱਲ? ਕਿਤੇ ਨਾ ਕਿਤੇ ਜਦੋਂ ਅਸੀਂ ਲਸਣ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ, ਸਾਡੀ ਸੋਚ ਤੇ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ ਹੈ, ਸਾਡੇ ਅੰਦਰੋਂ ਕਲੈਰਿਟੀ ਖਤਮ ਹੋ ਜਾਂਦੀ ਹੈ, ਅਸੀਂ ਜਲਦੀ ਡੀਪਲੀ ਵਿਚਾਰ ਨਹੀਂ ਲੈ ਪਾਉਂਦੇ। ਤਾਂ ਹੀ ਤਾਂ ਤੁਸੀਂ ਦੇਖੋਗੇ ਹਰ ਚੀਜ਼ ਵਿੱਚ, ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਨਾ, ਉਹ ਹਰ ਚੀਜ਼ ਵਿੱਚ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਲਸਣ ਪਾ ਕੇ ਖਿਲਾਣਗੇ। ਲਸਣ ਖਾਂਦਾ ਰਹੇ ਤਾਂ ਕਿ ਬੰਦੇ ਦੀ ਸੋਚਣ ਸਮਝਣ ਦੀ ਸ਼ਕਤੀ ਜਿਹੜੀ ਹੈ ਉਹ ਇਹਦੇ ਕੰਟਰੋਲ ਤੋਂ ਬਾਹਰ ਰਹੇ। ਤਾਂ ਹੀ ਤਾਂ ਤੁਸੀਂ ਦੇਖਦੇ ਹੋ ਨਾ, ਚੀਜ਼ ਤੁਹਾਡੇ ਸਾਹਮਣੇ ਆਂਦੀ, ਤੁਸੀਂ ਸੋਚ ਹੀ ਨਹੀਂ ਪਾਉਂਦੇ ਮੇਰੇ ਵਾਸਤੇ ਹੈਲਦੀ ਹੈ ਜਾਂ ਅਨਹੈਲਦੀ ਹੈ, ਚੱਕਦੇ ਹੋ ਫਟਾਫਟ ਖਾਣ ਦੀ ਗੱਲ ਕਰਦੇ ਹੋ, ਕਿਉਂਕਿ ਉੱਥੇ ਤੱਕ ਵਿਵੇਕ ਸੋਚ ਹੀ ਨਹੀਂ ਪਾਉਂਦਾ। ਜਰਾ ਸਮਝਣਾ। ਇਸ ਲਈ ਇੱਕ ਹਾਰਟ ਕਹਿੰਦੇ ਹੈ ਕਿ ਅਗਰ ਜੀਵਨ 'ਚ ਖੁਸ਼ੀ ਚਾਹੀਦੀ ਹੈ ਤਾਂ ਈਟ ਹੈਲਦੀ ਫੂਡ, ਅੱਛਾ ਭੋਜਨ ਖਾ ਜੋ ਤੇਰੀ ਸਿਹਤ ਵਾਸਤੇ ਅੱਛਾ ਹੋਵੇ। ਇਸ ਲਈ ਹੁਣ ਜਰਾ ਸੋਚ ਕੇ ਦੇਖੋ, ਕੋਈ ਮਸਾਲਾ ਖਾਂਦੇ ਆ, ਕੋਈ ਤਮਾਕੂ ਖਾਂਦੇ ਆ, ਕੋਈ ਸਿਗਰਟਾਂ ਪੀਂਦੇ, ਸੋਚੋ ਇਹ ਮੇਰੇ ਸਿਹਤ ਵਾਸਤੇ ਅੱਛੀਆਂ ਹੈ? ਸਿਰਫ ਆਪਣੇ ਸਵਾਦ ਨੂੰ ਪੂਰਾ ਕਰਨ ਦੀ ਖਾਤਰ, ਜਾਂ ਇੱਕ ਸਰੀਰ ਦੇ ਵਿੱਚ ਸਲਫਰ ਦੀ ਕਮੀ ਆ ਜਾਂਦੀ, ਉਹ ਕਮੀ ਨੂੰ ਪੂਰਾ ਕਰਨ ਦੀ ਖਾਤਰ ਮੈਂ ਇਹ ਨਸ਼ਾ ਕਰਦਾ ਆ ਜੋ ਕਿ ਮੇਰੀ ਸਿਹਤ ਵਾਸਤੇ ਨੁਕਸਾਨਦਾਇਕ ਹੈ, ਤਾਂ ਫਿਰ ਕਿਉਂ ਨਾ ਮੈਂ ਇਹ ਚੀਜ਼ ਨੂੰ ਛੱਡਾਂ। ਈਟ ਹੈਲਦੀ ਫੂਡ। ਸੋ ਖਾਣੇ ਤੇ ਬਹੁਤ ਕੁਝ ਦੱਸਣ ਨੂੰ ਹੈ, ਪਰ ਹਾਲੇ ਅਗਲੇ ਵੀ 4 ਪੁਆਇੰਟ ਦੱਸਣੇ ਆ, ਇਸ ਲਈ ਇਹਨੂੰ ਇੱਥੇ ਹੀ ਕਹਿ ਦਈਏ, ਕਿਉਂਕਿ ਤੁਸੀਂ ਸਾਰੇ ਸਤਸੰਗੀ ਹੋ, ਸਮਝਦਾਰ ਹੋ। ਇਸ ਲਈ ਆਪਣੇ ਅੰਦਰ ਇਹ ਯਾਦ ਰੱਖਣਾ ਕੀ ਕਰਨਾ ਹੈ, ਈਟ ਹੈਲਦੀ ਫੂਡ। ਜੋ ਵੀ ਖਾਓ ਇੱਕ ਵਾਰ ਸਾਹਮਣੇ ਰੱਖ ਕੇ ਜ਼ਰੂਰ ਵਿਚਾਰ ਕਰੋ, ਇਹ ਜੋ ਮੈਂ ਖਾਣ ਲੱਗਾ ਆ
ਇਹ ਮੈਂ ਸਿਹਤ ਵਾਸਤੇ ਖਾਣ ਲੱਗਾ ਜਾਂ ਆਪਣੇ ਸਵਾਦ ਵਾਸਤੇ ਖਾਣ ਲੱਗਾ? ਜੇ ਅੰਦਰੋਂ ਆਵਾਜ਼ ਆਵੇ ਸਵਾਦ ਵਾਸਤੇ ਖਾਣ ਲੱਗਾ ਆ ਤਾਂ ਫਿਰ ਛੱਡ ਦਿਓ। ਜੇ ਅੰਦਰੋਂ ਆਵੇ ਇਹ ਚੀਜ਼ ਮੇਰੀ ਸਿਹਤ ਵਾਸਤੇ ਅੱਛੀ ਹੈ, ਫਿਰ ਖਾਓ। ਸਮਝਦੇ ਹੋ ਕਿ ਨਹੀਂ? ਇਸ ਲਈ ਈਟ ਹੈਲਦੀ ਫੂਡ। ਔਰ ਫਿਰ ਦੂਸਰੀ ਚੀਜ਼ ਉਹਨਾਂ ਨੇ ਕੀ ਕਹੀ ਹੈ? ਦੂਸਰੀ ਚੀਜ਼ ਉਹ ਕਹਿੰਦੇ ਸੀ ਡੀਪ ਬਰੀਥਿੰਗ। ਬਰੀਥਿੰਗ ਕਹਿੰਦੇ ਹੈ ਸਾਹ ਲੈਣ ਨੂੰ, ਕਹਿੰਦੇ ਡੀਪ ਬਰੀਥਿੰਗ, ਕਿ ਲੰਬਾ ਸਵਾਸ ਲਓ। ਇਸ ਲਈ ਡੀਪ ਬਰੀਥਿੰਗ ਦਾ ਇੱਕ ਤਰੀਕਾ ਤੁਹਾਨੂੰ ਦੱਸ ਦਈਏ ਕਿ ਜਦੋਂ ਸਾਹ ਲੈਣਾ ਹੈ ਤਾਂ ਇਸ ਤਰ੍ਹਾਂ ਸਾਹ ਲੈਣਾ ਹੈ ਕਿ ਤੁਸੀਂ ਆਰਾਮ ਨਾਲ ਅੰਦਰ ਨੂੰ ਸਾਹ ਖਿੱਚਣਾ ਹੈ। 4 ਤੱਕ ਗਿਣਤੀ ਕਰਦੇ ਹਾਂ। ਜਿਹਦਾ ਬੰਦਾ ਕਹਿੰਦਾ ਹੈ ਆਪਣੇ ਅੰਦਰ ਗਿਣਤੀ ਕਰੀ ਜਾਣੀ, 1 2 3 4 ਕਰਦੇ ਹਾਂ, ਸਾਹ ਖਿੱਚ ਲਿਆ, ਫਿਰ ਅੰਦਰ ਸਾਹ ਭਰ ਕੇ 4 ਗਿਣਨੇ ਆ, ਰੁਕਣਾ ਹੈ, ਰੋਕ ਕੇ ਸਾਹ 4 ਗਿਣਨੇ ਆ, ਫਿਰ 5 ਗਿਣਦੇ ਆ, ਸਾਹ ਪੂਰਾ ਬਾਹਰ ਛੱਡਣਾ, ਫਿਰ ਦੁਬਾਰਾ 4 ਗਿਣਦੇ ਆ, ਸਾਹ ਲੈ ਲੈਣਾ, ਯਾਨੀ ਬਾਹਰ ਨਹੀਂ ਰੁਕਣਾ। ਸਮਝਦੇ ਹੋ ਕਿ ਨਹੀਂ? ਜਿਹਦਾ ਬੰਦਾ ਕਹਿੰਦਾ ਨਾ ਹੁਣ ਸਾਹ ਤੁਸੀਂ ਦੇਖ ਨਹੀਂ ਸਕਦੇ, ਅਸੀਂ ਹੱਥ ਨਾਲ ਇਸ਼ਾਰਾ ਕਰਦੇ ਹਾਂ। ਫਰਜ਼ ਕਰੋ ਬੰਦਾ ਕਹਿੰਦਾ ਸਾਹ ਲੈਣਾ, 1 2 3 4 ਕਰਦੇ ਆ, ਸਾਹ ਪੂਰਾ 4 ਦੀ ਗਿਣਤੀ ਕਰਦੇ ਸਾਹ ਪੂਰਾ ਅੰਦਰ, ਅੰਦਰ ਸਾਹ ਰੋਕ ਕੇ ਫਿਰ 4 ਗਿਣੋ, 1 2 3 4, ਫਿਰ 4 ਪੂਰੇ ਹੁੰਦੇ ਆ, ਫਿਰ ਸਾਹ ਬਾਹਰ ਛੱਡਣਾ ਹੈ, 1 2 3 4 5, ਸਵਾਸ ਬਾਹਰ ਨੂੰ 5 ਗਿਣਦਿਆਂ ਛੱਡਣਾ ਹੈ, ਫਿਰ ਨਾਲ ਹੀ ਸਵਾਸ ਅੰਦਰ ਲੈਣਾ ਤਾਂ 4 ਗਿਣਦਿਆਂ। ਇਹਨੂੰ ਕਹਿੰਦੇ ਡੀਪ ਬਰੀਥਿੰਗ। ਅਗਰ ਇਹ ਤੁਸੀਂ ਕਰੋਗੇ ਤੁਹਾਡਾ એનર્ਜੀ ਲੈਵਲ ਵਧਣਾ ਸ਼ੁਰੂ ਹੋ ਜਾਏਗਾ। ਇਹ ਬਰੀਥਿੰਗ ਟੈਕਨੀਕ ਹੈ। ਸਮਝ ਆ ਗਈ ਸਾਰਿਆਂ ਨੂੰ? 4 ਗਿਣਦਿਆਂ ਅੰਦਰ ਲੈਣਾ ਹੈ, 4 ਤੇ ਰੋਕਣਾ ਹੈ ਅੰਦਰ, ਔਰ 5 ਗਿਣਦਿਆਂ ਬਾਹਰ ਛੱਡਣਾ ਹੈ, ਯਾਨੀ ਬਾਹਰ ਨੂੰ ਲੰਬਾ ਛੱਡਣਾ ਹੈ, ਫਿਰ ਬਾਹਰ ਨਹੀਂ ਰੋਕਣਾ। ਬਾਹਰ ਫਿਰ ਜਦੋਂ ਪੂਰਾ ਹੋ ਗਿਆ ਫਿਰ ਦੁਬਾਰਾ 1 2 3 4, ਪਰ ਗਿਣਨੇ ਆਰਾਮ ਨਾਲ, ਨਹੀਂ 1 2 3 4, ਕਿਉਂਕਿ ਦੇਖਿਆ ਬੰਦਾ ਕਾਹਲੀ ਬਹੁਤ ਰਹਿੰਦਾ ਹੈ। ਇਸ ਲਈ ਦੂਸਰਾ ਸਟੈਪ ਕੀ ਹੈ? ਡੀਪ ਬਰੀਥਿੰਗ। ਡੂੰਘਾ ਸਾਹ ਲੈਣਾ, ਗਹਿਰਾ ਸਵਾਸ ਲੈਣਾ। ਇਹ ਸਾਡੇ ਫਿਜ਼ੀਕਲੀ ਬਾਡੀ ਵਾਸਤੇ, ਮੈਂਟਲੀ ਬਾਡੀ ਵਾਸਤੇ, ਸਪਿਰਚੁਅਲ ਬਾਡੀ ਵਾਸਤੇ, ਇਹ ਤਿੰਨਾਂ ਵਾਸਤੇ ਠੀਕ ਹੈ, ਕਿਉਂਕਿ ਇਹ ਸਵਾਸਾਂ ਨੂੰ ਹੀ ਪ੍ਰਾਣ ਸ਼ਕਤੀ ਕਿਹਾ ਜਾਂਦਾ ਹੈ। ਤਾਂ ਹੀ ਤਾਂ ਪ੍ਰਾਣ ਕਦੋਂ ਜਾਂਦੇ ਆ? ਬੰਦਾ ਕਹਿੰਦਾ ਸਾਹ ਗਏ, ਲੈ ਵੀ ਪ੍ਰਾਣ ਮੁੱਕ ਗਏ, ਇੱਦਾਂ ਹੀ ਕਹਿੰਦੇ ਆ ਨਾ। ਇੱਕ ਗੱਲ ਦਾ ਜਵਾਬ ਦਿਓ, ਜਦੋਂ ਬੰਦਾ ਮਰਦਾ ਪਤਾ ਕਿੱਥੋਂ ਲੱਗਦਾ ਬੰਦਾ ਮਰ ਗਿਆ? ਉਹਦੇ ਸਵਾਸਾਂ ਨੂੰ ਬੰਦਾ ਚੈੱਕ ਕਰਦਾ ਹੈ, ਉਹਦੇ ਦਿਲ ਦੀ ਧੜਕਣ ਚੈੱਕ ਕਰਦਾ, ਔਰ ਦਿਲ ਦੀ ਧੜਕਣ ਵੀ ਸਵਾਸਾਂ ਨਾਲ ਹੀ ਜੁੜੀ ਹੋਈ ਹੈ। ਜਦੋਂ ਸਵਾਸ ਰੁਕ ਗਏ ਤਾਂ ਦਿਲ ਧੜਕ ਨਹੀਂ ਸਕਦਾ ਬਿਨਾਂ ਸਵਾਸਾਂ ਤੋਂ, ਇਹ ਯਾਦ ਰੱਖਣਾ। ਇਸ ਲਈ ਇੱਧਰ ਸਵਾਸ ਮੁੱਕੇ, ਉਧਰ ਨਬਜ਼, ਧੜਕਣ, ਸਭ ਕੁਝ ਖਤਮ। ਤਾਂ ਹੀ ਤਾਂ ਐਦਾਂ ਕਰਕੇ ਚੈੱਕ ਕੀਤਾ ਜਾਂਦਾ, ਜਾਂ ਇੱਥੋਂ ਨਬਜ਼ ਦੇਖੀ ਜਾਂਦੀ ਹੈ, ਇੱਥੋਂ ਚੈੱਕ ਕੀਤਾ ਜਾਂਦਾ ਹੈ, ਜਾਂ ਦਿਲ ਨੂੰ ਦੇਖਿਆ ਜਾਂਦਾ ਹੈ। ਇਹੀ ਤਾਂ ਇੱਕ ਢੰਗ ਹੈ ਬੰਦੇ ਦਾ ਚੈੱਕ ਕਰਨ ਦਾ, ਮਰ ਗਿਆ। ਸਮਝਦੇ ਹੋ ਕਿ ਨਹੀਂ? ਇਸ ਲਈ ਸਮਝ ਲਓ ਇਹ ਡੀਪ ਬਰੀਥਿੰਗ ਹੈ। ਇਹ ਤੁਸੀਂ ਜਿੰਨਾ ਗਹਿਰਾ ਸਵਾਸ ਲੈਂਦੇ ਹੋ, ਉਨੀ ਤੁਸੀਂ ਉਹ ਪਰਮ ਸ਼ਕਤੀ ਨੂੰ, ਉਹ એનર્ਜੀ ਨੂੰ, ਉਹ ਜੀਵਨ ਸ਼ਕਤੀ ਨੂੰ ਆਪਣੇ ਅੰਦਰ ਲੈ ਰਹੇ ਹੋ, ਜਿਹਨਾਂ ਤੁਹਾਨੂੰ ਤਾਕਤ ਦੇਣੀ ਹੈ। ਕਿਉਂਕਿ ਇੱਕ ਪਾਸੇ ਇਹ ਸੰਸਾਰ ਨਾਲ ਸਵਾਸ ਸਾਨੂੰ ਸੰਸਾਰ ਨਾਲ ਜੋੜਦੇ ਆ, ਦੂਜੇ ਪਾਸੇ ਇਹ ਸਵਾਸ ਸਾਨੂੰ ਪਰਮਾਤਮਾ ਨਾਲ ਜੋੜਦੇ ਆ, ਪ੍ਰਾਣਾਂ ਦੇ ਦਾਤੇ ਨਾਲ ਜੋੜਦੇ ਆ। ਇਹ ਕੁਝ ਪੁਆਇੰਟ ਅੱਜ ਦੱਸ ਰਹੇ ਆ ਤੁਹਾਡੇ ਸਾਰਿਆਂ ਦੀ ਸਿਹਤ ਵਾਸਤੇ। ਸਮਝ ਆ ਗਈ ਕਿ ਨਹੀਂ? ਪਹਿਲੀ ਕੀ ਹੈ? ਈਟ ਹੈਲਦੀ ਫੂਡ। ਦੂਸਰਾ ਕੀ ਹੈ? ਡੀਪ ਬਰੀਥਿੰਗ, ਡੀਪ ਬਰੀਥਿੰਗ। ਔਰ ਤੀਸਰਾ ਹੈ ਡੋਂਟ ਓਵਰ ਥਿੰਕਿੰਗ। ਜ਼ਿਆਦਾ ਨਾ ਸੋਚੋ। ਜਿੱਦਾਂ ਕਿ ਪਹਿਲਾਂ ਹੀ ਅਸੀਂ ਇਸ਼ਾਰਾ ਕੀਤਾ ਕਿ ਬਿਨਾਂ ਮਤਲਬ ਤੋਂ ਨਾ ਸੋਚੀ ਜਾਓ, ਹਾਏ ਕੀ ਬਣੇਗਾ ਜੇ ਮੈਂ ਦੁਕਾਨ ਖੋਲ ਲਈ, ਇਹ ਦੁਕਾਨ ਚੱਲਣੀ ਹੈ ਜਾਂ ਨਹੀਂ ਚੱਲਣੀ, ਇਹ ਦੁਕਾਨ ਸਫਲਤਾ ਮਿਲਣੀ ਹੈ ਜਾਂ ਨਹੀਂ ਮਿਲਣੀ। ਉਹ ਪਹਿਲਾਂ ਖੋਲ ਲੈ ਭਾਈ, ਪਹਿਲਾਂ ਕਿਉਂ ਟੈਨਸ਼ਨ ਲੈਣ ਲੱਗਾ? ਜੇ ਖੋਲ੍ਹਣ ਹੀ ਲੱਗਾ ਹੈ ਤਾਂ ਹੁਣ ਖੋਲ ਲੈ, ਮਿਹਨਤ ਕਰ, ਚਿੰਤਾ ਨਾ ਕਰ। ਜੇ ਤੈਨੂੰ ਆਪਣੇ ਤੇ ਕੌਨਫੀਡੈਂਸ ਨਹੀਂ ਹੈ, ਯਕੀਨ ਹੀ ਨਹੀਂ ਹੈ, ਤਾਂ ਫਿਰ ਕੰਮ ਹੀ ਕਿਉਂ ਕਰ ਰਿਹਾ? ਕਰ ਜਿੱਥੇ ਤੈਨੂੰ ਪੂਰਾ। ਔਰ ਜੇ ਵਿਸ਼ਵਾਸ, ਹੁਣ ਬੰਦੇ ਨਾਲ ਪਲੈਨਿੰਗ ਕਰ ਹੀ ਲਈ ਹੈ, ਤਾਂ ਫਿਰ ਆਪਣੇ ਰੱਬ ਤੇ ਯਕੀਨ ਕਰ ਕਿ ਜੇ ਮੈਂ ਪਲੈਨਿੰਗ ਕਰ ਲਈ ਇਸ ਰਸਤੇ ਤੁਰਨ ਦੀ, ਤਾਂ ਮੈਨੂੰ ਪੂਰਾ ਯਕੀਨ ਹੈ ਕਿ ਮੈਨੂੰ ਕਾਮਯਾਬੀ ਵੀ ਜ਼ਰੂਰ ਮਿਲੇਗੀ। ਫਿਰ ਮੈਂ ਚਿੰਤਾ ਕਿਉਂ ਕਰਾਂ? ਕਿਉਂਕਿ ਜ਼ਿਆਦਾ ਸੋਚਣ ਨਾਲ ਕੀ ਹੁੰਦਾ ਹੈ? ਕਹਿੰਦੇ ਇੱਥੇ ਨੱਥੂ ਲਾਲ ਦੀ ਗੱਲ ਯਾਦ ਆ ਗਈ ਸਾਨੂੰ, ਬੜੀ ਪਿਆਰੀ, ਕਿ ਨੱਥੂ ਲਾਲ ਬੜਾ ਸੋਚਦਾ ਹੁੰਦਾ ਸੀ, ਬਿਨਾਂ ਮਤਲਬ ਤੋਂ ਹੀ ਸੋਚਦਾ ਰਹਿੰਦਾ ਸੀ। ਇੱਦਾਂ ਹੋ ਗਿਆ ਕੀ ਬਣੂਗਾ, ਉੱਦਾਂ ਹੋ ਗਿਆ ਕੀ ਬਣੂਗਾ, ਇਹ ਚੀਜ਼ ਮੇਰੇ ਵਾਸਤੇ ਇੱਦਾਂ ਰਹੇਗੀ, ਉੱਦਾਂ ਰਹੇਗੀ, ਕੀ ਬਣੇਗਾ ਇਹ? ਜਰਾ ਸਮਝਣਾ। ਕਹਿੰਦੇ ਹੈ ਕਿ ਜਦੋਂ ਉਹਨੂੰ ਜ਼ਿਆਦਾ ਸੋਚਣ ਦੀ ਆਦਤ ਦੇਖੀ ਤਾਂ ਉਹਦੇ ਮਾਤਾ ਪਿਤਾ ਪਰੇਸ਼ਾਨ ਹੋਏ, ਬਣੇਗਾ ਕੀ? ਜਦੋਂ 20 ਸਾਲ ਦਾ ਹੋਇਆ ਤਾਂ ਪਰੇਸ਼ਾਨ ਹੋ ਗਏ, ਬਣੇਗਾ ਕੀ? ਇਹਦਾ ਬੜਾ ਸੋਚਦਾ ਰਹਿੰਦਾ ਹੈ। ਤਾਂ ਬਾਪ ਨੇ, ਕਿਉਂਕਿ ਬਾਪ ਦਾ ਇੱਕ ਮਿੱਤਰ ਸੀ ਜਿਹੜਾ ਫੌਜ ਵਿੱਚ ਬਹੁਤ ਉੱਚੇ ਅਹੁਦੇ ਤੇ ਸੀ, ਤਾਂ ਉਹਦੇ ਨਾਲ ਉਹਨਾਂ ਗੱਲ ਕੀਤੀ। ਤਾਂ ਉਹ ਅਫਸਰ ਨੇ ਕਿਹਾ, ਕੋਈ ਨਹੀਂ ਦੋਸਤ, ਤੂੰ ਆਪਣੇ ਬੇਟੇ ਨੂੰ ਮੇਰੇ ਕੋਲ ਭੇਜ ਦੇ, ਨੂੰ ਆਰਮੀ 'ਚ ਭਰਤੀ ਕਰਵਾ ਦਿੰਦੇ, ਕਿਉਂਕਿ ਮੇਰੀ ਬੜੀ ਚੱਲਦੀ ਹੈ, ਕਿਉਂਕਿ ਬੜਾ ਅਫਸਰ ਸੀ।
ਉਸ ਆਫੀਸਰ ਨੇ ਨੱਥੂ ਲਾਲ ਨੂੰ ਆਰਮੀ 'ਚ ਜੁਆਇਨ ਕਰਾ ਦਿੱਤੀ। ਹੁਣ ਜਦੋਂ ਜੁਆਇਨ ਕਰਾਈ, ਟ੍ਰੇਨਿੰਗ ਸ਼ੁਰੂ ਹੋਈ ਤਾਂ ਟ੍ਰੇਨਿੰਗ ਵਿੱਚ ਦੱਸਿਆ ਜਾਂਦਾ ਲੈਫਟ ਰਾਈਟ, ਲੈਫਟ ਮੁੜੋ, ਰਾਈਟ ਮੁੜੋ, ਸਿੱਧਾ ਚਲੋ, ਕਿਉਂਕਿ ਉੱਥੇ ਕਰਾਇਆ ਜਾਂਦੀ, ਟ੍ਰੇਨਿੰਗ ਦਿੱਤੀ ਜਾਂਦੀ ਹੈ। ਹੁਣ ਨੱਥੂ ਲਾਲ ਖੜਾ ਹੈ, ਸਾਹਮਣੇ ਜਿਹੜਾ ਟ੍ਰੇਨਰ ਹੈ ਕਹਿੰਦੇ ਟਰਨ ਰਾਈਟ, ਸਾਰੇ ਰਾਈਟ ਨੂੰ ਟਰਨ ਕਰ ਲਿਆ, ਨੱਥੂ ਲਾਲ ਖੜਾ ਹੈ। ਅਫਸਰ ਨੇ ਦੇਖਿਆ, ਕਹਿੰਦੇ ਪੁੱਤ ਤੂੰ ਨਹੀਂ ਕਰਦਾ, ਰਾਈਟ ਟਰਨ ਕਿਉਂ ਨਹੀਂ ਕੀਤਾ? ਕਿਉਂਕਿ ਪਤਾ ਹੈ ਕਿ ਅਫਸਰ ਦਾ ਇਹ ਰੱਖਿਆ ਹੋਇਆ ਸਿਫਾਰਸ਼ੀ ਬੰਦਾ ਹੈ, ਇਹਨੂੰ ਕਹਿ ਵੀ ਨਹੀਂ ਸਕਦਾ ਕੁਝ, ਕਿਉਂਕਿ ਅਫਸਰ ਨਾਲ ਸਿੱਧੀ ਜਾਣ ਪਛਾਣ ਹੈ ਇਹਦੀ। ਕਹਿੰਦੇ ਪੁੱਤ ਤੂੰ ਟਰਨ ਨਹੀਂ ਕੀਤਾ? ਕਹਿੰਦਾ ਮੈਂ ਸੋਚਦਾ ਪਿਆ ਟਰਨ ਕਰਾਂ ਜਾਂ ਨਾ ਕਰਾਂ। ਟਰਨ ਕਰਨਾ ਮੈਨੂੰ ਕੀ ਮਿਲਣਾ ਹੈ, ਮੇਰਾ ਫਾਇਦਾ ਕੀ ਹੋਏਗਾ, ਇਸ ਲਈ ਪਹਿਲਾਂ ਸੋਚਦਾ ਲੈਣ ਦਿਓ। ਉਹ ਬੜਾ ਪਰੇਸ਼ਾਨ ਹੋ ਗਿਆ ਕਿ ਕੱਲ ਨੂੰ ਇਹਦੇ ਹੱਥ ਬੰਦੂਕ ਦੇ ਕੇ ਇਹਨੂੰ ਬਾਰਡਰ ਤੇ ਭੇਜਤਾ, ਉਧਰੋਂ ਦੁਸ਼ਮਣ ਗੋਲੀਆਂ ਚਲਾਉਂਦੇ ਹੋਣ, ਇਹਨੂੰ ਕਹਿਣਾ ਫਾਇਰ, ਸੋਚਦਾ ਲੈਣ ਦਿਓ ਗੋਲੀ ਚਲਾਵਾਂ ਜਾਂ ਨਾ ਚਲਾਵਾਂ। ਗਨ ਕਰਨੀ ਕਿ ਇਹਨੂੰ ਦੁਸ਼ਮਣਾਂ ਨੂੰ ਕਰਨੀ ਕਿ ਇੱਧਰ ਨੂੰ ਕਰਨੀ ਹੈ, ਸੋਚਦਾ ਲੈਣ ਦਿਓ। ਇਦਾਂ ਦਾ ਵਿਚਾਰਕ ਬੰਦਾ ਇਹ ਆਰਮੀ 'ਚ ਕਾਮਯਾਬ ਨਹੀਂ ਹੋ ਸਕਦਾ। ਉਹਨੇ ਜਾ ਕੇ ਅਫਸਰ ਨੂੰ ਦੱਸਿਆ, ਕਹਿੰਦਾ ਮਹਾਰਾਜ ਤੁਸੀਂ ਆਪ ਹੀ ਦੇਖ ਲਓ। ਅਫਸਰ ਕਹਿੰਦੇ ਚੱਲ ਤੂੰ ਦੁਬਾਰਾ ਪਰੇਡ ਕਰਾ, ਮੈਂ ਦੇਖਦਾ ਆ। ਹੁਣ ਉਹਨਾਂ ਫਿਰ ਬੱਚੇ ਖੜੇ ਕੀਤੇ, ਕਹਿੰਦੇ ਟਰਨ ਲੈਫਟ, ਸਾਰੇ ਬੱਚੇ ਮੁੜ ਗਏ। ਨੱਥੂ ਲਾਲ ਫਿਰ ਸਿੱਧਾ ਹੀ ਦੇਖ ਰਿਹਾ, ਕਹਿੰਦਾ ਮਹਾਰਾਜ ਦੇਖ ਲਓ, ਹੁਣ ਤੁਸੀਂ ਆਪ ਪੁੱਛ ਲਓ। ਉਹਨਾਂ ਕਿਹਾ ਬੇਟਾ ਕੀ ਗੱਲ, ਤੂੰ ਕਿਉਂ ਨਹੀਂ ਲੈਫਟ ਮੁੜਦਾ, ਸਾਰੇ ਤੇਰੇ ਸਾਥੀ ਲੈਫਟ ਮੁੜ ਰਹੇ ਆ। ਕਹਿੰਦਾ ਮੈਂ ਮੁੜ ਜਾਊਂਗਾ, ਪਹਿਲਾਂ ਮੈਨੂੰ ਵਿਚਾਰ ਤਾਂ ਕਰਨ ਦਿਓ, ਮੁੜਨਾ ਮੇਰੇ ਵਾਸਤੇ ਚੰਗਾ ਕਿ ਨਹੀਂ, ਸੋਚ ਤਾਂ ਲੈਣ ਦਿਓ ਮੈਨੂੰ। ਅਫਸਰ ਕਹਿੰਦਾ ਵਾਕਿਆ ਹੀ, ਇੱਥੋਂ ਛੱਡੋ ਇਹਨੂੰ। ਇਦਾਂ ਕਰਦੇ ਇਹਨੂੰ ਆਰਮੀ ਦੀ ਕੰਟੀਨ 'ਚ ਰੱਖ ਲੈਂਦੇ ਆ, ਕਿਉਂਕਿ ਕੰਟੀਨ 'ਚ ਕੋਈ ਯੁੱਧ ਨਹੀਂ ਕੀਤਾ ਜਾਂਦਾ, ਕੰਟੀਨ ਵਾਲਿਆਂ ਨੇ ਸਿਰਫ ਲੰਗਰ ਬਣਾਉਣਾ ਹੈ, ਆਰਮੀ ਵਾਸਤੇ ਭੋਜਨ ਬਣਾਉਣਾ ਆ। ਉੱਥੇ ਕੋਈ ਯੁੱਧ ਦੀ ਟੈਨਸ਼ਨ ਨਹੀਂ, ਕੋਈ ਲੜਾਈ ਦੀ ਟੈਨਸ਼ਨ ਨਹੀਂ, ਬਸ ਉੱਥੇ ਕੀ ਹੈ, ਸਿਰਫ ਖਾਣਾ ਤਿਆਰ ਕਰਨਾ ਹੈ। ਇਸ ਲਈ ਅਫਸਰ ਨੇ ਜੋ ਕੰਟੀਨ ਦਾ ਮੇਨ ਸੀ ਉਹਨੂੰ ਬੁਲਾਇਆ ਕਿ ਅੱਜ ਤੋਂ ਇਹ ਬੱਚੇ ਨੂੰ ਕੰਟੀਨ 'ਚ ਰੱਖਣਾ ਹੈ ਤੂੰ। ਹੁਣ ਉਹ ਕਹਿੰਦਾ ਜੀ ਠੀਕ ਹੈ, ਅਫਸਰ ਨੇ ਕਿਹਾ, ਹੁਣ ਮਨਾ ਨਾ ਕਰ ਨਹੀਂ ਸਕਦਾ। ਉਹਨੂੰ ਲੈ ਗਿਆ ਕੰਟੀਨ 'ਚ। ਹੁਣ ਸ਼ਾਮ ਦਾ ਟਾਈਮ ਆ ਗਿਆ, ਬਣਨੇ ਸੀ ਆਲੂ ਮਟਰ। ਹੁਣ ਕੰਟੀਨ ਦਾ ਜਿਹੜਾ ਬੰਦਾ ਸੀ, ਦੁਪਹਿਰ ਦਾ ਸਮਾਂ ਸੀ, ਉਹਨੇ ਟੋਕਰੀ ਉਹਦੇ ਸਾਹਮਣੇ ਰੱਖੀ ਮਟਰਾਂ ਦੀ। ਕਹਿੰਦਾ ਲੈ ਪੁੱਤ ਮੈਂ ਚੱਲਣਾ ਕੰਮ, ਮੇਰੇ ਆਂਦੇ ਨੂੰ ਮਟਰ ਕੱਢ ਕੇ ਰੱਖੀ, ਮੇਰੇ ਆਂਦੇ ਨੂੰ ਮਟਰ ਕੱਢ ਕੇ ਰੱਖੀ। ਔਰ ਇਦਾਂ ਕਰੀ, ਆ 2 ਥਾਲ ਹੈ, ਜਿਹੜੇ ਵੱਡੇ ਦਾਣੇ ਹੋਣਗੇ ਉਹ ਇਸ ਥਾਲ 'ਚ ਪਾਈ ਜਾਈ, ਜਿਹੜੇ ਛੋਟੇ ਦਾਣੇ ਹੋਣਗੇ ਇਸ ਥਾਲ 'ਚ ਪਾਈ ਜਾਈ, ਕਿਉਂਕਿ ਛੋਟੇ ਦਾਣਿਆਂ ਦੇ ਸਮੋਸੇ ਬਣਾਣੇ, ਸਮੋਸਿਆਂ 'ਚ ਪਾਣੇ ਆ, ਇਹ ਵੱਡੇ ਦਾਣਿਆਂ ਦੀ ਸਬਜ਼ੀ ਬਣਾਵਾਂਗੇ, ਇਸ ਲਈ ਪੁੱਤ ਕਰਕੇ ਰੱਖੀ, ਮੈਂ ਜਰਾ ਵਾਪਸ ਆਉਂਦਾ ਹਾਂ। ਉਹ ਚਲਾ ਗਿਆ। 2-2.5 ਘੰਟੇ ਬਾਅਦ ਜਦੋਂ ਵਾਪਸ ਆਇਆ ਤਾਂ ਨੱਥੂ ਲਾਲ ਉੱਦਾਂ ਹੀ ਮਟਰਾਂ ਦੀ ਟੋਕਰੀ ਪਈ ਆ, ਖਾਲੀ ਥਾਲ ਪਈ, ਇਦਾਂ ਬੈਠਾ ਹੈ। ਉਹ ਕਹਿੰਦਾ ਇੱਕ ਵੀ ਦਾਣਾ ਨਹੀਂ ਕੱਢਿਆ, ਕਰ ਕੀ ਰਿਹਾ ਤੂੰ? ਕਹਿੰਦਾ ਜੀ ਵਿਚਾਰ ਕਰ ਰਿਹਾ ਮੈਂ। ਉਹ ਕਹਿੰਦੇ ਕਾਹਦਾ ਵਿਚਾਰ? ਉਹ ਕਹਿੰਦਾ ਜੀ ਮੈਂ ਸੋਚ ਰਿਹਾ ਸੀ, ਤੁਸੀਂ ਕਹਿੰਦਾ ਵੱਡੇ ਦਾਣੇ ਇੱਥੇ ਰੱਖਣੇ ਆ, ਛੋਟੇ ਦਾਣੇ ਇੱਧਰ ਰੱਖਣੇ ਆ, ਤਾਂ ਜਿਹੜੇ ਗਵਲੇ ਹੋਏ ਉਹਨਾਂ ਨੂੰ ਕਿੱਥੇ ਰੱਖਣਾ ਹੈ? ਉਹ ਤਾਂ ਤੁਸੀਂ ਦੱਸਿਆ ਹੀ ਨਹੀਂ, ਉਹ ਤਾਂ ਦੱਸ ਦਿੰਦੇ ਤਾਂ ਮੈਂ ਕੱਢਿਆ ਹੀ ਨਹੀਂ, ਕਿ ਜਦ ਤੱਕ ਮਸਲਾ ਹੀ ਨਹੀਂ ਹੱਲ ਹੋ ਜਾਂਦਾ, ਛੋਟੇ ਇੱਧਰ ਵੱਡੇ ਇੱਧਰ ਗਵਲੇ ਕਿੱਥੇ? ਉਹਨਾਂ ਮੱਥੇ ਹੱਥ ਮਾਰਿਆ, ਕਹਿੰਦਾ ਜੇ ਇਹਦੇ ਭਰੋਸੇ ਬੈਠੇ ਨਾ, ਇਹ ਪੂਰਾ ਸਾਡਾ ਜਿਹੜਾ ਮਜਮਾ ਆ, ਯਾਨੀ ਜਿੰਨੇ ਮੈਂਬਰ ਆ ਭੁੱਖੇ ਹੀ ਮਰਨਗੇ। ਉਹਨੇ ਜਾ ਕੇ ਅਫਸਰ ਨੂੰ ਦੱਸਿਆ, ਕਹਿੰਦਾ ਮਹਾਰਾਜ ਇਹਨੂੰ ਕੰਟੀਨ 'ਚ ਨਾ ਰੱਖੋ, ਜੇ ਕੱਲ ਨੂੰ ਮੈਂ ਨਮਕ ਦਾਲ ਕੋਈ ਪਾਣਾ ਹੋਵੇ ਦਾਲ ਦੇ ਵਿੱਚ ਤਾਂ ਫੇਰ ਕਹੇਗਾ ਪਹਿਲਾਂ ਮੈਨੂੰ ਸੋਚ ਲੈਣ ਦਿਓ ਪਾਣਾ ਜਾਂ ਨਹੀਂ ਪਾਣਾ, ਇਹ ਤਾਂ ਵਿਚਾਰ ਹੀ ਬੜਾ ਕਰਦਾ ਹੈ। ਹੁਣ ਅਫਸਰ ਨੱਥੂ ਲਾਲ ਦੇ ਡੈਡੀ ਨੂੰ ਬੁਲਾਇਆ, ਕਹਿੰਦਾ ਭਾਈ ਲੈ ਜਾ ਇਹਨੂੰ, ਇਹ ਮੇਰੇ ਵੱਸ ਦੀ ਗੱਲ ਹੈ ਨਹੀਂ, ਇਹਨੂੰ ਆਰਮੀ 'ਚ ਸੈੱਟ ਕਰਨਾ, ਲੈ ਜਾ, ਕਿਉਂਕਿ ਐਡਾ ਵੱਡਾ ਵਿਚਾਰਕ ਹੈ, ਇਹ ਇੱਥੇ ਸੈੱਟ ਨਹੀਂ ਹੋ ਸਕਦਾ। ਚਲੋ ਨੱਥੂ ਲਾਲ ਘਰ ਆ ਗਿਆ। ਘਰ ਆ ਗਿਆ, 23-24 ਸਾਲ ਦਾ ਹੋਇਆ ਤਾਂ ਉਹਨੂੰ ਇੱਕ ਲੜਕੀ ਨੇ ਪ੍ਰਪੋਜ਼ ਕੀਤਾ, ਕਹਿੰਦੀ ਦੇਖ ਮੈਂ ਮੈਡੀਕਲ ਦੀ ਸਟੂਡੈਂਟ ਹੈ, ਥੋੜੇ ਸਾਲਾਂ 'ਚ ਮੈਂ ਡਾਕਟਰ ਬਣ ਜਾਣਾ ਹੈ, ਮੈਂ ਤੈਨੂੰ ਬੜਾ ਪਿਆਰ ਕਰਦੀ ਹਾਂ, ਕਿ ਤੂੰ ਮੇਰੇ ਨਾਲ ਸ਼ਾਦੀ ਕਰੂੰਗਾ? ਕਹਿੰਦਾ ਸੋਚ ਕੇ ਦੱਸੋ। ਆਪ ਨਿਕੰਮਾ, ਕਿਸੇ ਕੰਮ ਦਾ ਨਹੀਂ ਹੈ, ਸੋਚ ਕੇ ਦੱਸੋ। ਲੜਕੀ ਇੰਤਜ਼ਾਰ ਕਰ ਰਹੀ ਹੈ, 3 ਸਾਲ ਬਾਅਦ ਸੋਚਿਆ, 3 ਸਾਲ ਬਾਅਦ ਲੜਕੀ ਦੇ ਘਰ ਗਿਆ, ਦਰਵਾਜ਼ਾ ਖੜਕਾਇਆ, ਕਹਿੰਦਾ ਹਾਂ ਮੈਂ ਸੋਚ ਲਿਆ, ਮੈਂ ਤੇਰੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ। ਕਹਿੰਦੀ ਹੁਣ ਤਾਂ ਮੇਰੇ ਇੱਕ ਬੱਚਾ ਵੀ ਹੋ ਗਿਆ, 2 ਸਾਲ ਪਹਿਲੇ ਵਿਆਹ ਕਰਕੇ ਮੈਂ ਘਰ ਵਸਾ ਲਿਆ, ਹੁਣ ਦੱਸਣਾ ਸੀ। ਫਿਰ ਨੱਥੂ ਲਾਲ ਦੇ ਪੇ ਨੇ ਹੱਥ ਮਾਰਿਆ ਕਿ ਜ਼ਿਆਦਾ ਵਿਚਾਰ ਕਰਨ ਵਾਲੇ ਬੜੀਆਂ ਬੜੀਆਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਆ। ਜੇ ਤੁਸੀਂ ਵੀ ਰੱਬ ਦੀਆਂ ਰਹਿਮਤਾਂ ਨੂੰ ਪਾਣਾ ਹੈ ਨਾ, ਤਾਂ ਵਿਸ਼ਵਾਸ ਕਰੋ, ਜ਼ਿਆਦਾ ਵਿਚਾਰ ਨਾ ਕਰੋ। ਹੁਣ ਫਰਜ਼ ਕਰੋ ਜੇ ਰਹਿਮਤ ਦਿੱਤੀ ਤੁਹਾਨੂੰ, ਅੱਛਾ ਇਹ ਰਹਿਮਤ ਦਾ ਅਸਰ ਹੋਏਗਾ ਕਿ ਨਹੀਂ ਹੋਏਗਾ, ਇਹਨੂੰ ਮੈਂ ਇਦਾਂ ਪੀਣਾ ਹੈ, ਪਤਾ ਨਹੀਂ ਕੰਮ ਕਰਨਾ ਕਿ ਨਹੀਂ ਕਰਨਾ, ਪਾਣੀ ਤਾਂ ਮੈਂ ਰੋਜ਼ ਪੀਂਦਾ ਹਾਂ, ਇਹ ਪਾਣੀ ਨਾਲ ਵੀ ਬੰਦਾ ਠੀਕ ਹੋ ਜਾਂਦਾ ਹੈ, ਤਾਂ ਅਸੀਂ ਕਹਾਂਗੇ ਪਾਣੀ ਨਾਲ ਵੀ ਬੰਦਾ ਠੀਕ ਹੋ ਜਾਂਦਾ ਹੈ। ਜੇ ਨਹੀਂ ਯਕੀਨ ਤਾਂ ਡਾਕਟਰ ਮਸਾਰੋ ਇਮੋਟੋ ਦੀ ਰਿਸਰਚ ਪੜ੍ਹ ਕੇ ਦੇਖੋ। ਜਾਪਾਨ ਦੇ ਡਾਕਟਰ ਹੋਏ ਮਸਾਰੋ ਇਮੋਟੋ,
ਉਹਨਾਂ ਨੇ ਦੱਸਿਆ ਸੀ ਕਿ ਇੱਕ ਪਾਣੀ ਨੂੰ ਜਿੱਦਾਂ ਦੀ ਭਾਵਨਾ ਦੇ ਕੇ ਅਸੀਂ ਪੀਂਦੇ ਆ ਉਦਾਂ ਦਾ ਸਾਡੇ ਤੇ ਅਸਰ ਉਹਦਾ ਹੋ ਜਾਂਦਾ ਹੈ, ਕਿਉਂਕਿ ਪਾਣੀ ਸਾਡੀ એનર્ਜੀ ਨੂੰ ਬੜੀ ਜਲਦੀ ਗ੍ਰਹਿਣ ਕਰਦਾ ਹੈ। ਕਿਸੇ ਬੁਰੇ ਇਨਸਾਨ ਕੋ ਪਾਣੀ ਰੱਖ ਕੇ ਤੁਸੀਂ ਪੀਂਦੇ ਹੋ ਤਾਂ ਤੁਹਾਡੇ ਅੰਦਰ ਬੁਰੀ એનર્ਜੀ ਜਾਂਦੀ ਹੈ, ਪਰ ਕੋਈ ਪੋਜ਼ਿਟਿਵ એનર્ਜੀ ਵਾਲਾ ਤੁਹਾਨੂੰ ਉਹ ਪਾਣੀ ਦੇ ਦੇਵੇ ਤਾਂ ਉਹਦੀ ਪੋਜ਼ਿਟਿਵ એનર્ਜੀ ਉਹ ਪਾਣੀ ਦੇ ਜ਼ਰੀਏ ਤੁਹਾਡੇ ਅੰਦਰ ਜਾਂਦੀ ਹੈ ਤਾਂ ਆਪਣਾ ਅਸਰ ਵੀ ਕਰਨਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਤੁਹਾਡੇ ਸਰੀਰ 'ਚ ਵੀ ਤਾਂ 70% ਪਾਣੀ ਹੈ। ਪੋਜ਼ਿਟਿਵ એનર્ਜੀ ਵਾਲਾ ਪਾਣੀ ਤੁਹਾਡੇ ਅੰਦਰ ਜਾਏਗਾ ਤਾਂ ਸਿੱਧਾ ਜਾ ਕੇ ਤੁਹਾਡੇ ਸਰੀਰ ਦੇ 70% ਪਾਣੀ ਤੇ ਅਸਰ ਕਰੇਗਾ, ਔਰ ਜਦੋਂ 70% ਸਰੀਰ ਠੀਕ ਹੋ ਗਿਆ ਤਾਂ 30% ਆਪੇ ਹੀ, ਜਿੱਦਾਂ ਕਹਿੰਦੇ 70% ਬੰਦੇ ਮੇਰੇ ਵੱਲ ਹੋ ਗਏ ਤਾਂ 30 ਦਾ ਕੀ ਹੈ, ਉਹਨਾਂ ਨੂੰ ਵੀ ਖਿੱਚ ਕੇ ਕਰ ਹੀ ਲੈਣਾ। ਸਮਝਣਾ ਜ਼ਰਾ ਸਾਰਿਆਂ ਨੇ। ਇਸ ਲਈ YouTube ਤੇ ਜਾ ਕੇ ਤੁਸੀਂ ਡਾਕਟਰ ਮਿਸਾਰੋ ਇਮੋਟੋ ਬਾਰੇ ਦੇਖ ਸਕਦੇ ਹੋ, ਜਿਨ੍ਹਾਂ ਨੇ ਪਾਣੀ ਤੇ ਰਿਸਰਚ ਕੀਤੀ ਹੈ। ਇਸ ਲਈ ਸਮਝੋ ਕਿ ਵਿਸ਼ਵਾਸ ਕਰੀਏ, ਯਕੀਨ ਕਰੀਏ, ਨਾ ਕਿ ਸ਼ੰਕਾ ਕਰੀਏ, ਬਹੁਤਾ ਵਿਚਾਰ ਕਰੀਏ। ਹੁਣ ਜੇ ਨੱਥੂ ਲਾਲ ਯਕੀਨ ਕਰਦਾ ਕਿ ਠੀਕ ਹੈ ਕਹਿਤਾ ਲੈਫਟ ਰਾਈਟ ਤਾਂ ਸ਼ਾਇਦ ਆਰਮੀ ਦਾ ਕੋਈ ਬੜਾ ਅਫਸਰ ਬਣ ਜਾਂਦਾ। ਜੇ ਲੜਕੀ ਨੇ ਕਿਹਾ ਸੀ, ਜੇ ਉਹਨੂੰ ਉਸੇ ਵੇਲੇ ਯੈਸ ਕਰ ਲੈਂਦਾ ਕਿ ਮੇਰੇ ਵਾਸਤੇ ਅੱਛੀ ਇੱਕ ਆਫਰ ਹੈ, ਤਾਂ ਸ਼ਾਇਦ ਉਹ ਡਾਕਟਰ ਸੀ, ਇਹ ਵੀ ਕੁਝ ਜੀਵਨ 'ਚ ਬਣ ਜਾਂਦਾ। ਪਰ ਦੇਖੋ ਇੱਕ ਸੋਚ ਇਨਸਾਨ ਦੀ ਇਨਸਾਨ ਨੂੰ ਕਿੰਨੀਆਂ ਚੀਜ਼ਾਂ ਤੋਂ ਦੂਰ ਕਰ ਦਿੰਦੀ ਹੈ। ਇਸ ਲਈ ਕਹਿੰਦੇ ਡੋਂਟ ਓਵਰ ਥਿੰਕਿੰਗ। ਇਹ ਤੀਸਰਾ ਪੁਆਇੰਟ ਹੈ। ਕਿੰਨਾ ਪੁਆਇੰਟ ਹੈ? ਤੀਸਰਾ। ਪਹਿਲਾ ਕਿਹੜਾ ਹੈ? ਈਟ ਹੈਲਦੀ ਫੂਡ। ਦੂਸਰਾ ਡੀਪ ਬਰੀਥਿੰਗ। ਤੀਸਰਾ ਡੋਂਟ ਓਵਰ ਥਿੰਕਿੰਗ। ਜ਼ਿਆਦਾ ਐਵੇਂ ਸੋਚਦੇ ਨਾ ਬੈਠੇ ਬੈਠੇ ਬਿਨਾ ਮਤਲਬ ਤੋਂ। ਕੀ ਕਰਦੇ ਸੀ? ਬਸ ਸੋਚ ਰਹੇ ਸੀ। ਸਮਝਦੇ ਹੋ ਕਿ ਨਹੀਂ? ਕਹਿੰਦੇ ਰਾਮ ਔਰ ਸ਼ਾਮ ਬੜੇ ਪਿਆਰੇ ਮਿੱਤਰ ਸੀ। ਇੱਕ ਦਿਨ ਦੋਨਾਂ ਦਾ ਇੰਨਾ ਝਗੜਾ ਹੋ ਗਿਆ ਕਿ ਦੋਨਾਂ ਦੇ ਕੱਪੜੇ ਫਟ ਗਏ, ਲਹੂ ਲਹਾਨ ਹੋ ਗਏ। ਉਹਨਾਂ ਦੋਨਾਂ ਨੂੰ ਫੜ ਕੇ ਕਹਿੰਦੇ ਪਿੰਡ ਦੇ ਸਰਪੰਚ ਸਾਹਮਣੇ ਪੇਸ਼ ਕੀਤਾ ਗਿਆ, ਪਿੰਡ ਦੇ ਮੁਖੀਆ ਸਾਹਮਣੇ ਪੇਸ਼ ਕੀਤਾ ਗਿਆ। ਉਹ ਮੁਖੀਆ ਨੇ ਕਿਹਾ ਤੁਸੀਂ ਤਾਂ ਦੋਨੇ ਬੜੇ ਪਿਆਰੇ ਮਿੱਤਰ ਸੀ, ਆਪਸ ਵਿੱਚ ਲੜ ਕਿਉਂ ਪਏ? ਲੜ ਕਿਉਂ ਪਏ? ਉਹ ਕਹਿੰਦੇ ਮਾਰੇ ਕਾਰਨ ਨਾ ਪੁੱਛੋ, ਕਾਰਨ ਨਾ ਪੁੱਛੋ। ਉਹ ਕਹਿੰਦੇ ਕਾਰਨ ਤਾਂ ਪੁੱਛਣਾ ਹੀ ਪੈਣਾ, ਮੁਖੀਆ ਮੈਂ, ਫੈਸਲਾ ਵੀ ਕਰਨਾ ਹੈ ਤੁਹਾਡਾ, ਕਾਰਨ ਦੱਸੋ ਲੜੇ ਕਿਉਂ? ਤਾਂ ਉਸ ਵੇਲੇ ਰਾਮ ਨੇ ਦੱਸਿਆ, ਕਹਿੰਦਾ ਮਹਾਰਾਜ ਅਸੀਂ ਪੇੜ ਥੱਲੇ ਬੈਠੇ ਸੀ, ਪੇੜ ਥੱਲੇ ਬੈਠਿਆਂ ਬੈਠਿਆਂ ਅਚਾਨਕ ਮੈਂ ਸ਼ਾਮ ਨੂੰ ਕਿਹਾ ਕਿ ਭਾਈ ਮੇਰਾ ਦਿਲ ਕਰਦਾ ਹੈ ਮੈਂ ਇੱਕ ਮੱਝ ਖਰੀਦਾਂ, ਮੱਝ ਨੂੰ ਖਰੀਦਾਂ, ਔਰ ਮੱਝ ਜਦੋਂ ਮੇਰੇ ਕੋਲ ਆ ਗਈ ਤਾਂ ਉਹਦਾ ਦੁੱਧ ਵੇਚ ਕੇ ਪੈਸੇ ਕਮਾਊਂਗਾ। ਤਾਂ ਸ਼ਾਮ ਕਹਿੰਦਾ ਫਿਰ ਮੇਰਾ ਵੀ ਦਿਲ ਕਰਦਾ ਮੈਂ ਵੀ ਇੱਕ ਜ਼ਮੀਨ ਦਾ ਟੁਕੜਾ ਲੈ ਲਵਾਂ, ਉੱਥੇ ਫਸਲ ਬੀਜਾਂ, ਉੱਥੇ ਫਸਲ ਬੀਜਾਂ, ਫਿਰ ਫਸਲ ਨੂੰ ਬੀਜ ਕੇ ਕਮਾਈ ਕਰੂੰਗਾ। ਰਾਮ ਨੇ ਕਿਹਾ ਫਿਰ ਤਾਂ ਠੀਕ ਹੈ, ਜੇ ਤੂੰ ਖੇਤ ਲੈ ਲੂੰਗਾ ਉਹ 'ਚ ਫਸਲ ਹੋਏਗੀ ਤਾਂ ਕਦੀ ਕਦੀ ਮੇਰੀ ਮੱਝ ਉੱਥੇ ਚਰ ਵੀ ਲਏਗੀ, ਮੇਰੀ ਮੱਝ ਕਦੀ ਕਦੀ ਆ ਕੇ ਉੱਥੇ ਪੱਠੇ ਵੀ ਖਾ ਲੇਗੀ। ਸ਼ਾਮ ਕਹਿੰਦਾ ਪਹਿਲੇ ਹੀ ਦੱਸ ਦੇ ਮੈਂ ਯਾਰੀ ਆਪਣੀ ਜਗ੍ਹਾ ਰਹੀ, ਤੇਰੀ ਮੱਝ ਮੇਰੇ ਖੇਤ 'ਚ ਨਹੀਂ ਬਣਨੀ ਚਾਹੀਦੀ। ਇਹ ਗੱਲ ਦਾ ਖਾਸ ਖਿਆਲ ਰੱਖੀ, ਜੇ ਤੇਰੀ ਮੱਝ ਮੇਰੇ ਖੇਤ 'ਚ ਵੜੀ ਤਾਂ ਲੱਤਾਂ ਭੰਦੂ ਉਹਦੀ। ਰਾਮ ਕਹਿੰਦਾ ਤੇਰੀ ਇੰਨੀ ਹਿੰਮਤ ਯਾਰ, ਮੇਰਾ ਦੋਸਤ ਹੋ ਕੇ ਮੇਰੀ ਮੱਝ ਨੂੰ ਮਾਰੂੰਗਾ, ਮੇਰੀ ਮੱਝ ਤੇ ਡੰਡਾ ਮਾਰੂ, ਇਦਾਂ ਦੀ ਯਾਰੀ ਆਪਣੀ? ਉਹ ਕਹਿੰਦਾ ਯਾਰੀ ਆਪਣੀ ਜਗ੍ਹਾ, ਪਰ ਜੇ ਮੇਰੀ ਜ਼ਮੀਨ 'ਚ ਤੇਰੀ ਮੱਝ ਆਈ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ। ਕਹਿੰਦਾ ਇਦਾਂ ਡੰਡਾ ਚੱਕ ਕੇ ਇਦਾਂ ਮਾਰਨਾ ਹੈ, ਕਹਿ ਕੇ ਉਦਾਂ ਹੀ ਡੰਡਾ ਪਿਆ ਜ਼ਮੀਨ ਤੇ ਮਾਰ ਕੇ ਦਿਖਾਤਾ ਉਹਨਾਂ। ਤਾਂ ਉਹਨੂੰ ਵੀ ਗੁੱਸਾ ਚੜ ਗਿਆ, ਰਾਮ ਇਦਾਂ ਮੇਰੀ ਮੱਝ ਨੂੰ ਮਾਰਨਾ ਹੈ? ਯਾਦ ਰੱਖ ਜੇ ਮੇਰੀ ਮੱਝ ਨੂੰ ਮਾਰਿਆ ਤਾਂ ਮੈਂ ਕੋਈ ਚੂੜੀਆਂ ਨਹੀਂ ਪਾਈਆਂ, ਮੈਂ ਤੇਰੀਆਂ ਲੱਤਾਂ ਭੰਨੂ। ਫਿਰ ਕਹਿ ਕੇ ਉਹਨਾਂ ਦੀ ਧੌਣ ਫੜ ਲਈ, ਬਸ ਗੁੱਥਮ ਗੁੱਥਾ ਹੋ ਗਏ। ਨਾ ਉੱਥੇ ਕੋਈ ਮੱਝ ਹੈ ਨਾ ਹੀ ਕੋਈ ਜ਼ਮੀਨ ਹੈ, ਬਸ ਓਵਰ ਥਿੰਕਿੰਗ। ਸਮਝਦੇ ਹੋ ਕਿ ਨਹੀਂ? ਓਵਰ ਥਿੰਕਿੰਗ ਨਹੀਂ ਉਹਨਾਂ ਦੀ ਯਾਰੀ ਨੂੰ ਖਤਮ ਕਰ ਦਿੱਤਾ। ਜਿੱਥੇ ਪਿਆਰ ਸੀ ਉੱਥੇ ਦੁਸ਼ਮਣੀ ਪੈਦਾ ਹੋ ਗਈ। ਹੁਣ ਤੁਸੀਂ ਵੀ ਕੀ ਕਰਦੇ ਹੋ? ਬੈਠੇ ਘਰ ਹੁੰਦੇ ਹੋ, ਆ ਗੁਆਂਢੀ ਕੁਛ ਕਰਦਾ ਨਾ ਹੋਵੇ, ਹੋ ਗਿਆ ਗੁਆਂਢੀ ਹੁਣ ਕੁਛ ਕਰੇਗਾ। ਓਵਰ ਥਿੰਕਿੰਗ। ਬੈਠੇ ਬੈਠੇ ਤੁਸੀਂ ਕਿਸੇ ਨੂੰ ਬੁਰਾ ਬਣਾ ਦਿੰਦੇ ਹੋ, ਬੈਠੇ ਬੈਠੇ ਹੀ ਕਿਸੇ ਦੇ ਪ੍ਰਤੀ ਆਪਣੇ ਅੰਦਰ ਨਫ਼ਰਤ ਪੈਦਾ ਕਰ ਲੈਂਦੇ ਹੋ। ਅਗਲਾ ਵਿਚਾਰਾ ਘਰੋਂ ਨਿਕਲਿਆ ਰਾਸ਼ਨ ਲੈਣ ਵਾਸਤੇ, ਪਰ ਤੁਸੀਂ ਸੋਚ ਲੈਂਦੇ ਹੋ ਕੁਛ ਕਰਨ ਗਿਆ, ਅੱਜ ਗਿਆ ਕਿਤੇ, ਅੱਜ ਕੁਛ ਕਰਾ ਕੇ ਲਿਆਏਗਾ। ਓਵਰ ਥਿੰਕਿੰਗ। ਇਦਾਂ ਦੀ ਓਵਰ ਥਿੰਕਿੰਗ ਤੋਂ ਬਚੋ, ਕਿਉਂਕਿ ਓਵਰ ਥਿੰਕਿੰਗ ਹੀ ਤੁਹਾਡੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ, ਤੁਹਾਡੇ ਪ੍ਰੇਮ ਨੂੰ ਖਤਮ ਕਰ ਦਿੰਦੀ ਹੈ। ਜਰਾ ਸੱਚ ਦੱਸਿਓ, ਕਈ ਪਤੀ ਇੱਥੇ ਬੈਠੇ ਹੋਣਗੇ, ਕਈ ਪਤਨੀਆਂ ਬੈਠੀਆਂ ਹੋਣਗੀਆਂ ਕਿ ਪਤੀ ਕਿਤੇ ਅੰਦਰ ਬੈਠਾ ਹੋਵੇ ਨਾ, ਉਹ ਵਿਚਾਰਾ ਆਪਣਾ ਹਿਸਾਬ ਕਿਤਾਬ ਹੀ ਮੋਬਾਈਲ ਤੇ ਦੇਖਦਾ ਹੋਵੇ, ਇਹਨੂੰ ਮੈਸੇਜ ਭੇਜ ਰਹੇ ਹੈ, ਇਹਦੇ ਨਾਲ ਗੱਲ ਕਰ ਰਹੇ ਹੈ, ਚੋਰੀ ਚੋਰੀ ਕਰ ਰਹੇ ਹੈ, ਲੋਕੇ ਕਰ ਰਹੇ ਹੈ, ਕੋਈ ਗੜਬੜ ਹੈ। ਓਵਰ ਥਿੰਕਿੰਗ ਇਹੀ ਚੀਜ਼ ਪਿਆਰ ਨੂੰ ਖਤਮ ਕਰ ਦਿੰਦੀ ਹੈ। ਇਧਰ ਪਤੀ ਸੋਚਦਾ ਹੈ ਉਹ ਬੈਠੀ ਹੈ, ਅੱਜ ਕੱਲ ਮੈਨੂੰ ਹੱਸ ਕੇ ਬੁਲਾਉਂਦੀ ਨਹੀਂ, ਪਤਾ ਨਹੀਂ ਕਿੰਨਾ ਚੱਕਰ ਹੈ। ਯਾਨੀ ਓਵਰ ਥਿੰਕਿੰਗ। ਅਸੀਂ ਕਹਿਣਾ ਕੀ ਚਾਹੁੰਦੇ, ਇਹ ਕੁਝ ਗੱਲਾਂ ਸੁਣਨ ਨੂੰ ਹੱਸੀ ਵਾਲੀਆਂ ਲੱਗਦੀਆਂ ਹੈ, ਪਰ ਇਹ ਜੀਵਨ ਦੀ ਸੱਚਾਈ ਹੈ ਕਿ ਬੰਦਾ ਉਧਰ ਸੱਚਾ ਵੀ ਹੋਵੇ, ਇੱਧਰ ਬੰਦਾ ਆਪਣੇ ਸੋਚ ਕੇ ਉਹਨੂੰ ਆਪਣੀਆਂ ਨਜ਼ਰਾਂ 'ਚ
ਸਾਬਿਤ ਕਰ ਦਿੰਦਾ ਹੈ ਕਿ ਅਪਰਾਧੀ ਹੈ ਇਹ। ਆਪਣੀਆਂ ਨਜ਼ਰਾਂ 'ਚ ਇਦਾਂ ਦੇ ਸਬੂਤ ਇਕੱਠੇ ਕਰਦਾ ਰਹਿੰਦਾ ਹੈ ਕਿ ਮਨ 'ਚ ਬਹਿ ਹੀ ਜਾਂਦਾ ਹੈ ਇਹ ਵਾਕਈ ਬੰਦਾ ਬੇਵਫਾ ਹੈ, ਇਹ ਵਾਕਈ ਔਰਤ ਗਲਤ ਕਰ ਰਹੀ ਹੈ, ਵਾਕਈ ਗੁਆਂਢੀ ਗਲਤ ਕਰ ਰਿਹਾ, ਇਹ ਵਾਕਈ ਕੋਈ ਮੈਨੂੰ ਧੋਖਾ ਦੇ ਰਿਹਾ ਹੈ। ਕੋਈ ਉਹਨੂੰ ਤਾਂ ਪੁੱਛ ਲਓ। ਸਮਝਦੇ ਹੋ ਕਿ ਨਹੀਂ? ਇਹਨੂੰ ਕਹਿੰਦੇ ਓਵਰ ਥਿੰਕਿੰਗ। ਓਵਰ ਥਿੰਕਿੰਗ ਦਾ ਮਤਲਬ ਹੈ ਕਿ ਅਸੀਂ ਫਾਲਤੂ ਦੇ ਵਿਚਾਰ ਲੈ ਲੈ ਕੇ ਆਪਣੇ ਜੀਵਨ ਨੂੰ ਦੁੱਖਾਂ ਨਾਲ ਭਰ ਲੈਂਦੇ। ਇਸ ਲਈ ਉਹਨਾਂ ਨੇ ਕਿਹਾ ਡੋਂਟ ਓਵਰ ਥਿੰਕਿੰਗ। ਐਵੇਂ ਉਹ ਚੀਜ਼ਾਂ ਬਾਰੇ ਨਾ ਸੋਚ ਜੋ ਚੀਜ਼ ਤੇਰੇ ਜੀਵਨ 'ਚ ਦੁੱਖ ਲਿਆਉਣ। ਜ਼ਰਾ ਸੋਚ ਕੇ ਦੇਖੋ, ਆ ਮੈਂ ਜੋ ਸੋਚ ਰਿਹਾ ਹਾਂ ਇਹ ਚੀਜ਼ ਮੈਨੂੰ ਸ਼ਾਂਤੀ ਦਿੰਦੀ ਹੈ, ਇਹ ਚੀਜ਼ ਮੈਨੂੰ ਖੁਸ਼ੀ ਦਿੰਦੀ ਹੈ, ਜਾਂ ਇਹ ਚੀਜ਼ ਸੋਚ ਕੇ ਮੇਰੇ ਅੰਦਰ ਗੁੱਸਾ ਵੱਧ ਰਿਹਾ ਹੈ, ਇਹ ਚੀਜ਼ ਮੇਰੇ ਅੰਦਰ ਟੈਨਸ਼ਨ ਵਧਾ ਰਹੀ ਹੈ। ਅਗਰ ਉਹ ਚੀਜ਼ ਟੈਨਸ਼ਨ ਵਧਾ ਰਹੀ ਹੈ, ਗੁੱਸਾ ਵਧਾ ਰਹੀ ਹੈ, ਤੇ ਇਹਦਾ ਮਤਲਬ ਇਹ ਚੀਜ਼ ਤੇਰੇ ਵਾਸਤੇ ਅੱਛੀ ਨਹੀਂ ਹੈ। ਸੋਚ ਨੂੰ ਹਟਾ। ਜਦੋਂ ਬੁਰੀ ਸੋਚ ਚਲੇ ਨਾ ਉਹਨੂੰ ਕਹਿ ਦਿਓ ਕੈਂਸਲ, ਮੈਨੂੰ ਇਹ ਸੋਚ ਨਹੀਂ ਚਾਹੀਦੀ ਕਿਉਂਕਿ ਮੈਂ ਪ੍ਰਭੂ ਦਾ ਬੱਚਾ ਆ, ਮੇਰੇ ਅੰਦਰ ਮੇਰਾ ਪ੍ਰਭੂ ਬੈਠਾ ਹੈ, ਤਾਂ ਮੈਂ ਨਹੀਂ ਚਾਹੁੰਦਾ ਜਿੱਥੇ ਮੇਰਾ ਮਾਲਿਕ ਬੈਠਾ ਹੋਵੇ ਉੱਥੇ ਬੁਰੀ ਚੀਜ਼ ਆਵੇ, ਉੱਥੇ ਕੋਈ ਬੁਰੀ ਚੀਜ਼ ਜਾਵੇ। ਤੁਹਾਡੇ ਘਰ 'ਚ ਤੁਹਾਡਾ ਕੋਈ ਮਹਿਮਾਨ ਵੀ ਆ ਜਾਵੇ, ਤੁਸੀਂ ਕਹਿੰਦੇ ਗੰਦੀ ਚੀਜ਼ ਇਹ ਕਮਰੇ 'ਚ ਨਾ ਜਾਵੇ ਕਿਉਂਕਿ ਮਹਿਮਾਨ ਬੈਠਾ ਹੈ। ਤਾਂ ਜ਼ਰਾ ਸੋਚੋ, ਤੁਹਾਡਾ ਮਾਲਿਕ ਤੁਹਾਡੇ ਅੰਦਰ ਬੈਠਾ ਹੈ। ਨਾ ਜ਼ੁਬਾਨ ਤੋਂ ਕੁਝ ਗੰਦਾ ਅੰਦਰ ਜਾਣਾ ਚਾਹੀਦਾ ਯਾਨੀ ਖਾਣੇ ਦੇ ਰੂਪ 'ਚ, ਨਾ ਕੰਨਾਂ ਤੋਂ ਕੁਝ ਅੰਦਰ ਜਾਣਾ ਚਾਹੀਦਾ ਸ਼ਬਦਾਂ ਦੇ ਰੂਪ 'ਚ, ਨਾ ਅੱਖਾਂ ਤੋਂ ਕੁਝ ਗੰਦਾ ਅੰਦਰ ਜਾਣਾ ਚਾਹੀਦਾ ਹੈ ਨਜ਼ਰ ਦੇ ਰੂਪ 'ਚ, ਕਿਉਂਕਿ ਅੰਦਰ ਬੈਠਾ ਹੈ ਮੇਰਾ ਮਾਲਿਕ। ਜਦੋਂ ਗੰਦਾ ਚਲੇ, ਬੁਰਾ ਚਲੇ, ਰੋਕ ਦਿਓ, ਉਹ ਮੇਰਾ ਮਾਲਿਕ ਅੰਦਰ ਬੈਠਾ ਹੈ, ਬੁਰੇ ਵਿਚਾਰ ਨਹੀਂ ਅੰਦਰ ਜਾ ਸਕਦੇ, ਰੋਕੋ ਇਹਨਾਂ ਨੂੰ। ਹੁਣ ਮੈਂ ਚੰਗਾ ਸੋਚਣਾ ਹੈ। ਜੇ ਮਨ 'ਚ ਸ਼ੰਕਾ ਆਵੇ ਉਹ ਕਿਤੇ ਮੇਰੇ ਨਾਲ ਧੋਖਾ ਨਹੀਂ, ਮੈਨੂੰ ਪੂਰਾ ਯਕੀਨ ਹੈ ਉਹ ਮੇਰੇ ਪ੍ਰਤੀ ਵਫਾਦਾਰ ਹੈ, ਕਿਉਂਕਿ ਵਫਾਦਾਰ ਸੋਚਾਂਗੇ, ਅੱਛਾ ਸੋਚਾਂਗੇ ਤਾਂ ਖੁਸ਼ੀ ਹੁੰਦੀ ਹੈ, ਬੁਰਾ ਸੋਚਾਂਗੇ ਅੰਦਰ ਤਕਲੀਫ ਹੁੰਦੀ ਹੈ, ਦੁੱਖ ਹੁੰਦਾ ਹੈ। ਇਸ ਲਈ ਡੋਂਟ ਓਵਰ ਥਿੰਕਿੰਗ। ਓਵਰ ਥਿੰਕਿੰਗ ਛੱਡੋ। ਐਵੇਂ ਨਾ ਬੈਠੇ ਬੈਠੇ ਫੈਸਲੇ ਲਈ ਜਾਓ। ਕਈ ਵਾਰ ਦੇਖਿਆ ਨਾ ਅਦਾਲਤ ਹਾਲੇ ਫੈਸਲਾ ਸੁਣਾਉਂਦੀ ਨਹੀਂ ਹੈ, ਉਹ ਵੀ ਸਬੂਤ ਲੈ ਕੇ ਫੈਸਲਾ ਸੁਣਾਉਂਦੀ ਹੈ, ਤਾਂ ਬੰਦਾ ਇੱਕ ਸੈਕਿੰਡ 'ਚ ਨਿਰਣੇ ਕਰ ਲੈਂਦਾ ਹੈ ਪਾਪੀ ਹੈ ਤੇ ਪਵਿੱਤਰ ਹੈ। ਕਦੀ ਤੁਸੀਂ ਸਬੂਤ ਇਕੱਠੇ ਕੀਤੇ? ਹੁਣ ਕੋਈ ਆ ਕੇ ਤੁਹਾਨੂੰ ਕਹਦੇ ਉਹ ਬੰਦਾ ਤੈਨੂੰ ਇਦਾਂ ਬੋਲਦਾ ਸੀ, ਤੁਸੀਂ ਫਟਾਫਟ ਮੰਨ ਲੈਣਾ, ਅੱਛਾ ਇਦਾਂ, ਨਾਲ ਹੀ ਤੁਸੀਂ ਗੁੱਸੇ ਨਾਲ ਭਰ ਜਾਣਾ ਹੈ। ਇਹ ਵੀ ਸੋਚੋ, ਕੋਰਟ ਵੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਬੂਤ ਇਕੱਠਾ ਕਰਦੀ ਕਿ ਗੱਲ ਸਹੀ ਹੈ ਜਾਂ ਨਹੀਂ। ਤੁਸੀਂ ਵੀ ਥੋੜਾ ਸੋਚੋ ਕਿ ਇਹਨਾਂ ਤੇ ਆ ਕੇ ਕਹਿ ਦਿੱਤਾ ਮੈਂ ਵੀ ਸਬੂਤ ਇਕੱਠੇ ਕਰਾਂ, ਉਹ ਬੰਦਾ ਵਾਕਈ ਮੇਰੇ ਬਾਰੇ ਇਦਾਂ ਦਾ ਹੈ, ਇਹਦੀ ਗੱਲ ਤੇ ਮੈਂ ਯਕੀਨ ਕਰਕੇ ਕਿਉਂ ਆਪਣੇ ਰਿਸ਼ਤਿਆਂ ਨੂੰ ਖਰਾਬ ਕਰਾਂ, ਕਿਉਂ ਆਪਣੇ ਰਿਸ਼ਤਿਆਂ ਵਿੱਚ ਦਰਾਰ ਪਾਵਾਂ, ਕਿਉਂ ਆਪਣੀ ਸ਼ਾਂਤੀ ਨੂੰ ਭੰਗ ਕਰਾਂ। ਇਸ ਲਈ ਡੋਂਟ ਓਵਰ ਥਿੰਕਿੰਗ। ਇਹ ਸੀ ਤੀਸਰਾ ਪੁਆਇੰਟ। ਹੁਣ ਚੌਥਾ ਪੁਆਇੰਟ ਕੀ ਹੈ? ਕੀਪ ਸਮਾਈਲਿੰਗ। ਉਹ ਚੌਥਾ ਪੁਆਇੰਟ ਕਹਿੰਦੇ ਹੈ ਮੁਸਕਰਾਤੇ ਰਹੋ। ਹਾਲਾਤ ਚਾਹੇ ਜੈਸੇ ਮਰਜ਼ੀ ਹੋਣ, ਤੁਹਾਡੇ ਚਿਹਰੇ ਤੇ ਸਦਾ ਸਮਾਈਲ ਰਹਿਣੀ ਚਾਹੀਦੀ ਹੈ। ਇਹ ਚੌਥਾ ਪੁਆਇੰਟ ਹੈ ਉਹਨਾਂ ਦਾ। ਕਿਉਂਕਿ ਜੇ ਬੁਰੇ ਹਾਲਾਤ ਵੀ ਹੈ, ਤੁਹਾਡੇ ਚਿਹਰੇ ਤੇ ਸਮਾਈਲ ਹੈ ਨਾ, ਤਾਂ ਯਾਦ ਰੱਖੋ ਜਿਨ੍ਹਾਂ ਦੇ ਚਿਹਰੇ ਤੇ ਸਮਾਈਲ ਹੁੰਦੀ ਹੈ, ਜਿਹੜੇ ਹਰ ਹਾਲਾਤ ਵਿੱਚ ਖੁਸ਼ ਰਹਿਣਾ ਸਿੱਖ ਲੈਂਦੇ ਆ, ਫਿਰ ਬੁਰੇ ਹਾਲਾਤ ਜ਼ਿਆਦਾ ਦੇਰ ਉਹਨਾਂ ਦੇ ਲਾਗੇ ਠਹਿਰ ਨਹੀਂ ਸਕਦੇ। ਇਹ ਗੱਲ ਯਾਦ ਰੱਖੋ। ਏਦਾਂ ਹੀ ਸਮਝ ਲਓ ਕਿ ਹੰਸਾਂ ਵਿੱਚ ਕਊਆ ਜ਼ਿਆਦਾ ਢੇਰ ਰਹਿ ਨਹੀਂ ਸਕਦਾ, ਕਿਉਂਕਿ ਹੰਸਾਂ ਵਿੱਚ ਜੇ ਕਊਆ ਪੇੜ ਤੇ ਆ ਕੇ ਬਹਿ ਵੀ ਜਾਏਗਾ ਨਾ, ਤਾਂ ਉਹਨੂੰ ਪਤਾ ਇਹ ਹੰਸਾਂ ਦਾ ਪੇੜ ਹੈ, ਇੱਥੋਂ ਮੈਨੂੰ ਉਡਾਰੀ ਮਾਰਨੀ ਪੈਣੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਹੱਸਦੇ ਹੋ ਤਾਂ ਹੱਸਣ ਵਾਲੇ ਹੰਸ ਹੁੰਦੇ ਆ, ਤਾਂ ਹੀ ਤਾਂ ਕਹਿੰਦੇ ਸਮਾਈਲ ਯਾਨੀ ਹਸੀ, ਹਸੀ ਯਾਨੀ ਹੰਸ। ਸਮਝਦੇ ਹੋ ਕਿ ਨਹੀਂ? ਤਾਂ ਹੀ ਕਹਿੰਦੇ ਹੱਸਦੇ ਰਹੋ। ਹੱਸਦੇ ਰਹੋ ਦਾ ਮਤਲਬ ਹੰਸ ਰਹੋ, ਹੰਸ ਬਣ ਕੇ ਰਹੋ, ਕਿਉਂਕਿ ਹੰਸ ਹਮੇਸ਼ਾ ਚੰਗਾ ਖਾਂਦਾ ਹੈ, ਮੋਤੀ ਖਾਂਦਾ ਹੈ, ਗੰਦਗੀ ਨੂੰ ਮੂੰਹ ਨਹੀਂ ਲਾਂਦਾ। ਤੁਸੀਂ ਵੀ ਹੰਸ ਬਣੋ ਕਿ ਮੈਂ ਚੰਗੇ ਵਿਚਾਰ ਹੀ ਖਾਣੇ ਆ, ਯਾਨੀ ਚੰਗੇ ਵਿਚਾਰ ਹੀ ਸੋਚਣੇ ਆ, ਚੰਗੇ ਵਿਚਾਰ ਹੀ ਬੋਲਣੇ ਆ, ਅੱਛਾਈ ਮੇਰੇ ਅੰਦਰ ਜਾਏਗੀ, ਬੁਰਾਈ ਨੂੰ ਮੈਂ ਤਿਆਗ ਦਿੱਤਾ। ਸਮਝ ਆ ਗਈ ਕਿ ਨਹੀਂ? ਇਸ ਲਈ ਕੀਪ ਸਮਾਈਲਿੰਗ। ਹੁਣ ਦੇਖੋ ਅਸੀਂ ਸਮਝਾਇਆ ਪਰ ਅਸਰ ਕੋਈ ਨਹੀਂ ਹੋਇਆ ਤੁਹਾਡੇ ਤੇ। ਨਹੀਂ ਤਾਂ ਤੁਹਾਡੇ ਚਿਹਰੇ ਤੇ ਅੱਛਾ ਕੀਪ ਸਮਾਈਲਿੰਗ, ਮੁਸਕਰਾਤੇ ਰਹੋ। ਲਓ ਮੈਂ ਮੁਸਕਰਾ ਰਿਹਾ, ਏਦਾਂ ਮੁਸਕਰਾਹਟ ਚਿਹਰੇ ਤੇ ਰੱਖੋ, ਕਿਉਂਕਿ ਤੁਹਾਡੀ ਜਦੋਂ ਚਿਹਰੇ ਤੇ ਮੁਸਕਰਾਹਟ ਹੁੰਦੀ ਹੈ ਨਾ, ਤਾਂ ਉਸ ਵੇਲੇ ਤੁਹਾਡੀ ਬਾਡੀ ਚੋਂ ਮੁਸਕਰਾਹਟ ਦੀਆਂ, ਖੁਸ਼ੀ ਦੀਆਂ ਵੇਵਸ ਨਿਕਲਦੀਆਂ ਹੈ, ਔਰ ਜਿੱਦਾਂ ਦੀਆਂ ਤਰੰਗਾਂ ਤੁਹਾਡੀ ਬਾਡੀ ਛੱਡਦੀ ਹੈ, ਇਹ ਤਰੰਗਾਂ ਉਦਾਂ ਦੀਆਂ ਤਰੰਗਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹੈ। ਕਿਉਂਕਿ ਇੱਕ ਗੱਲ ਦਾ ਜਵਾਬ ਦਿਓ, ਰੇਡੀਓ ਤੇ ਇੱਕ ਹੁੰਦਾ AM ਤੇ ਇੱਕ ਹੁੰਦਾ FM। AM ਤੇ ਅਗਰ ਆਪਣਾ ਰੇਡੀਓ ਸੈੱਟ ਕਰਾਂਗੇ ਤਾਂ AM ਕਦੀ FM ਦੇ ਸਿਗਨਲ ਨੂੰ ਫੜੇਗਾ ਹੀ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਅਗਰ FM ਤੇ ਸੈੱਟ ਕਰੋਗੇ ਤਾਂ FM ਕਦੀ AM ਦੇ ਸਿਗਨਲ ਨੂੰ ਨਹੀਂ ਫੜੇਗਾ, ਕਿਉਂਕਿ ਜਿਹੜਾ ਸਿਗਨਲ ਸਾਨੂੰ ਚਾਹੀਦਾ ਹੈ ਸਾਨੂੰ ਉਹੀ ਸੈੱਟ ਕਰਨਾ ਪੈਣਾ ਹੈ ਆਪਣੇ ਰੇਡੀਓ ਤੇ। ਇਦਾਂ ਹੀ ਸਮਝ ਲਓ ਕਿ ਇਹ ਫੇਸ ਤੇ ਜਿਹੜਾ ਸਿਗਨਲ ਤੁਸੀਂ ਸੈੱਟ ਕਰ ਲਿਆ ਨਾ, ਉਦਾਸੀ ਦਾ ਕਰ ਲਿਆ, ਤਾਂ ਸਮਝ ਲਓ
ਉਦਾਸੀ ਦੀਆਂ ਤਰੰਗਾਂ ਤੁਸੀਂ ਛੱਡੀਆਂ ਹੈ ਤਾਂ ਉਦਾਸੀ ਤੁਹਾਡੇ ਲਾਣੀ, ਉਹੀ ਸਿਗਨਲ ਫੜਨਾ ਹੈ ਉਹਨਾਂ। ਤਾਂ ਜੇ ਤੁਸੀਂ ਹਸੀ ਦਾ, ਸਮਾਈਲ ਦਾ ਸਿਗਨਲ, ਵਿਸ਼ਵਾਸ ਦਾ ਸਿਗਨਲ ਆਪਣੇ ਜੀਵਨ 'ਚ ਸੈੱਟ ਕਰ ਲਿਆ ਤਾਂ ਇਹ ਵਿਸ਼ਵਾਸ ਦੇ ਸਿਗਨਲ ਨੇ, ਵਿਸ਼ਵਾਸ ਖੁਸ਼ੀਆਂ ਹੀ ਤੁਹਾਡੇ ਵੱਲ ਲੈ ਕੇ ਆਣੀਆਂ। ਸਮਝਦੇ ਹੋ ਕਿ ਨਹੀਂ? ਜਿੱਦਾਂ ਫਰਜ਼ ਕਰੋ ਕਿਤੇ ਦਰਦ ਹੈ, ਕਿਤੇ ਪੇਨ ਹੈ, ਹੱਸੋ, ਅੱਛਾ ਮੇਰੇ ਦਰਦ ਹੈ, ਹਾਂ ਕੋਈ ਗੱਲ ਨਹੀਂ, ਇਹ ਦਰਦ ਆ, ਹੁਣੇ ਠੀਕ ਹੋ ਗਈ। ਉਹ ਦਰਦ ਨੂੰ ਖੁਸ਼ੀ ਨਾਲ ਲਾਓਗੇ, ਤੁਸੀਂ ਪਾਓਗੇ ਦਰਦ ਜਲਦੀ ਦੂਰ ਹੋਵੇ। ਸਮਝਦੇ ਹੋ ਕਿ ਨਹੀਂ? ਅੱਜ ਇਨਸਾਨ ਕਹਿੰਦਾ ਹੈ, ਹੁਣ ਇਹ ਟੌਪਿਕ ਤੇ ਗੱਲ ਕਰਨ ਦਾ ਅੱਜ ਸਮਾਂ ਨਹੀਂ ਹੈ, ਅਸੀਂ ਤਾਂ ਇਹ ਵੀ ਕਵਾਂਗੇ ਕਿ ਜਦੋਂ ਇੱਕ ਮਾਂ ਨੂੰ ਗਰਭ ਠਹਿਰਦਾ ਹੈ ਨਾ, ਤਾਂ ਮਾਂ ਵੀ ਕੁਝ ਐਸੀਆਂ ਵਿਧੀਆਂ ਕਰ ਸਕਦੀ ਹੈ ਕਿ ਮੈਨੂੰ ਲੜਕਾ ਚਾਹੀਦਾ ਹੈ, ਲੜਕੀ ਚਾਹੀਦੀ ਹੈ, ਕੀ ਚਾਹੀਦਾ ਹੈ, ਉਹ ਮਾਂ ਡਿਸਾਈਡ ਕਰ ਸਕਦੀ ਹੈ, ਉਸ ਬੱਚੇ ਨੂੰ ਜਨਮ ਵੀ ਦੇ ਸਕਦੀ ਹੈ। ਕਿਉਂਕਿ ਇਦਾਂ ਦੀ ਪਾਵਰ ਪਰਮਾਤਮਾ ਨੇ ਇਨਸਾਨ ਦੇ ਅੰਦਰ ਰੱਖੀ ਹੋਈ ਹੈ। ਕਦੀ ਹੁਣ ਟਾਈਮ ਕਾਫੀ ਹੋ ਗਿਆ, ਇਸ ਟੌਪਿਕ ਤੇ ਵੀ ਕਦੀ ਗੱਲ ਕਰਾਂਗੇ। ਜਦੋਂ ਬੰਦਾ ਕਹਿੰਦਾ ਲੈ ਇੱਕ ਲੜਕੀ, ਦੋ ਲੜਕੀਆਂ, ਤਿੰਨ ਲੜਕੀਆਂ, ਚਾਰ ਹੀ ਲੜਕੀਆਂ ਹੋ ਗਈਆਂ, ਤਾਂ ਉਹ ਕਸੂਰ ਕਿਹਦਾ ਹੈ? ਕਸੂਰ ਕੁਦਰਤ ਦਾ ਨਹੀਂ ਹੈ, ਪਰਮਾਤਮਾ ਦਾ ਨਹੀਂ ਹੈ, ਮਾਤਾ ਪਿਤਾ ਦਾ ਹੈ। ਕਸੂਰ ਹੈ ਸਾਡੇ ਆਲੇ ਦੁਆਲੇ ਰਹਿਣ ਵਾਲੇ ਵਾਤਾਵਰਣ ਦਾ, ਸਾਡੇ ਖਾਸ ਕਰਕੇ ਉਹਨਾਂ ਦਾ, ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਆ, ਸੱਸ ਹੋ ਗਈ, ਸਹੁਰਾ ਹੋ ਗਿਆ, ਨਨਾਣਾ ਹੋ ਗਈਆਂ, ਜਾਂ ਹੋਰ ਧੀਆਂ, ਯਾਨੀ ਜੋ ਵੀ ਸਾਡੇ ਰਿਸ਼ਤੇਦਾਰ ਹੈ ਨਾ, ਉਹਨਾਂ ਦਾ ਹੁੰਦਾ ਹੈ। ਇਹਦਾ ਕੁਦਰਤ ਕਦੀ ਉਹ ਨਹੀਂ ਕਰਦੀ। ਕਦੀ ਇਹਦੇ ਬਾਰੇ ਵੀ ਕੋਈ ਸਵਾਲ ਆਇਆ ਤਾਂ ਗੱਲ ਕਰਾਂਗੇ ਅਸੀਂ, ਪਰ ਅੱਜ ਤਾਂ ਇਹ ਦੱਸ ਰਹੇ ਹਾਂ ਅਸੀਂ ਕਿ ਜੇ ਤੁਸੀਂ ਜੀਵਨ 'ਚ ਖੁਸ਼ੀ ਚਾਹੁੰਦੇ ਹੋ ਕਿ ਨਹੀਂ, ਤਾਂ ਆਪਣੀ ਫ੍ਰੀਕੁਐਂਸੀ ਨੂੰ ਕਿੱਥੇ ਸੈੱਟ ਕਰਨਾ ਹੈ? ਖੁਸ਼ੀ ਤੇ। ਕੀਪ ਸਮਾਈਲਿੰਗ, ਹਰ ਵੇਲੇ ਆਪਣੇ ਚਿਹਰੇ ਤੇ ਸਮਾਈਲ ਰੱਖੋ, ਮੁਸਕਰਾਓ। ਜਿੰਨੀ ਤੁਸੀਂ ਸਮਾਈਲ ਰੱਖੋਗੇ ਉਨੀਆਂ ਖੁਸ਼ੀਆਂ ਤੁਹਾਡੇ ਵੱਲ ਆਣਗੀਆਂ। ਜਿੰਨੀ ਤੁਸੀਂ ਖੁਸ਼ੀ ਦੀ ਗੱਲ ਕਰੋਗੇ ਉਨੀਆਂ ਖੁਸ਼ੀਆਂ ਤੁਹਾਡੇ ਵੱਲ ਆਣਗੀਆਂ। ਤਾਂ ਜਿੰਨਾ ਤੁਸੀਂ ਹਾਏ ਹਾਏ ਕਰਦੇ ਚਲੇ ਜਾਓਗੇ, ਜਿੰਨਾ ਤੁਸੀਂ ਦੁੱਖਾਂ ਦੀ ਗੱਲ ਕਰੋਗੇ, ਜਿੰਨਾ ਤੁਸੀਂ ਹਰ ਵੇਲੇ ਮੂੰਹ ਲਟਕਾ ਕੇ ਬੈਠੋਗੇ ਮੈਂ ਦੁਖੀ, ਤਾਂ ਦੁੱਖ ਹੀ ਤੁਹਾਡੇ ਵੱਲ ਆਣੇ, ਕਿਉਂਕਿ ਤੁਹਾਡੀ ਫ੍ਰੀਕੁਐਂਸੀ ਦੁੱਖਾਂ ਤੇ ਸੈੱਟ ਹੋਈ ਹੈ। ਦੁੱਖ ਹੀ ਆਣੇ ਆ ਤੁਹਾਡੇ ਜੀਵਨ 'ਚ। ਹੁਣ ਇੱਕ ਵਾਰੀ ਕਈ ਬੰਦੇ ਕਹਿੰਦੇ ਮੈਂ ਤਾਂ ਜਿੱਥੇ ਜਾਂਦਾ ਮੇਰਾ ਐਕਸੀਡੈਂਟ ਹੀ ਹੁੰਦਾ ਹੈ, ਮੈਂ ਤਾਂ ਜਿੱਥੇ ਜਾਂਦਾ ਮੇਰਾ ਨੁਕਸਾਨ ਹੀ ਹੁੰਦਾ ਹੈ। ਕਿਉਂ ਨੁਕਸਾਨ ਹੁੰਦਾ ਬਾਰ-ਬਾਰ ਉਹਦਾ? ਕਿਉਂਕਿ ਉਹਦੀ ਫ੍ਰੀਕੁਐਂਸੀ ਨੁਕਸਾਨ ਤੇ ਸੈੱਟ ਹੈ ਕਿ ਮੈਂ ਜਦੋਂ ਜਾਣਾ ਨੁਕਸਾਨ ਹੀ ਹੋਣਾ ਹੈ। ਪਹਿਲਾਂ ਹੀ ਸੋਚ ਲੈਂਦਾ ਹੈ ਤਾਂ ਉਹਦਾ ਨੁਕਸਾਨ ਹੀ ਹੁੰਦਾ ਚਲਾ ਜਾਂਦਾ ਹੈ। ਤਾਂ ਜੇ ਬੰਦਾ ਸੋਚ ਕੇ ਜਾਵੇ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰਾ ਨੁਕਸਾਨ ਨਹੀਂ ਹੋਏਗਾ, ਮੈਨੂੰ ਖੁਸ਼ੀਆਂ ਦੀਆਂ ਖਬਰਾਂ ਮਿਲਣਗੀਆਂ, ਮੈਂ ਜਿੱਥੇ ਜਾਊਂਗਾ ਮੈਨੂੰ ਖੁਸ਼ੀਆਂ ਹੀ ਮਿਲਣਗੀਆਂ, ਕਿਉਂਕਿ ਖੁਸ਼ੀਆਂ ਦੇਣ ਵਾਲਾ ਮੇਰਾ ਦਾਤਾ, ਮੇਰਾ ਮਾਲਿਕ ਮੇਰੇ ਨਾਲ ਹੈ। ਜਦੋਂ ਇਸ ਭਾਵਨਾ ਨਾਲ ਇਨਸਾਨ ਕਿਤੇ ਜਾਂਦਾ ਹੈ ਤਾਂ ਫਿਰ ਖੁਸ਼ੀਆਂ ਹੀ ਮਿਲਦੀਆਂ, ਕਿਉਂਕਿ ਉਹਨੇ ਫ੍ਰੀਕੁਐਂਸੀ ਕਿੱਥੇ ਸੈੱਟ ਕੀਤੀ ਹੈ? ਖੁਸ਼ੀਆਂ ਤੇ। ਇਸ ਲਈ ਅੱਜ ਤੋਂ ਬਾਅਦ ਤੁਸੀਂ ਵੀ ਯਾਦ ਰੱਖੋ, ਜਦੋਂ ਕਿਤੇ ਵੀ ਜਾਣਾ ਹੈ ਇਹ ਸੋਚ ਕੇ ਜਾਓ ਮੈਨੂੰ ਪੂਰਾ ਯਕੀਨ ਹੈ ਮੈਨੂੰ ਖੁਸ਼ੀਆਂ ਮਿਲਣਗੀਆਂ, ਮੈਨੂੰ ਕਾਮਯਾਬੀ ਮਿਲੇਗੀ, ਮੈਨੂੰ ਪੂਰਾ ਵਿਸ਼ਵਾਸ ਹੈ, ਕਿਉਂਕਿ ਖੁਸ਼ੀਆਂ ਦਾ ਦਾਤਾ, ਕਾਮਯਾਬੀ ਦਾ ਦਾਤਾ ਮੇਰਾ ਮਾਲਿਕ ਮੇਰੇ ਨਾਲ ਹੈ। ਔਰ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਮੈਨੂੰ ਖੁਸ਼ੀਆਂ ਜ਼ਰੂਰ ਮਿਲਣਗੀਆਂ। ਇਹਨੂੰ ਕਹਿੰਦੇ ਵਿਸ਼ਵਾਸ। ਜਦੋਂ ਇਸ ਭਾਵਨਾ ਨਾਲ ਤੁਸੀਂ ਚੱਲਦੇ ਹੋ ਤਾਂ ਤੁਸੀਂ ਆਪਣੀ ਫ੍ਰੀਕੁਐਂਸੀ ਸੈੱਟ ਕਰ ਲਈ ਹੈ ਕਾਮਯਾਬੀ ਤੇ, ਖੁਸ਼ੀਆਂ ਤੇ। ਫਿਰ ਜਿੱਧਰ ਜਾਓਗੇ ਖੁਸ਼ੀਆਂ ਹੀ ਮਿਲਣਗੀਆਂ। ਇਸ ਲਈ ਤੁਸੀਂ ਕਿਸ ਚੀਜ਼ ਬਾਰੇ ਵਿਚਾਰ ਜ਼ਿਆਦਾ ਕਰਦੇ ਹੋ, ਸਮਝ ਲਓ ਤੁਹਾਡੀ ਫ੍ਰੀਕੁਐਂਸੀ ਉੱਥੇ ਸੈੱਟ, ਉਹੀ ਤੁਹਾਡੇ ਜੀਵਨ ਚ ਆਣੀ ਹੈ। ਜੇ ਦੁੱਖਾਂ ਬਾਰੇ, ਹੁਣ ਜਿਹੜਾ ਇਨਸਾਨ ਸੈੱਟ ਕਰ ਲਵੇ ਭੂਤਾਂ ਪ੍ਰੇਤਾਂ ਤੇ ਬੁਰੀਆਂ ਤੇ, ਤਾਂ ਉਹਨੂੰ ਭੂਤ ਪ੍ਰੇਤ ਹੀ ਜ਼ਿਆਦਾ ਨਜ਼ਰ ਆਣਗੇ, ਕਿਉਂਕਿ ਉਹਦੀ ਫ੍ਰੀਕੁਐਂਸੀ ਭੂਤਾਂ ਵਾਲੀ ਸੈੱਟ ਹੋਈ ਹੈ। ਸਮਝਦੇ ਹੋ ਕਿ ਨਹੀਂ? ਜਿਹਨੂੰ ਲੱਗਦਾ ਕਿ ਮੇਰੇ ਤੇ ਜਾਦੂ ਹੋ ਰਹੇ, ਟੂਣੇ ਹੋ ਰਹੇ ਹੈ, ਉਹਦੀ ਫ੍ਰੀਕੁਐਂਸੀ ਜਾਦੂ ਟੂਣੀਆਂ ਤੇ ਸੈੱਟ ਹੈ। ਕੋਈ ਉੱਦਾਂ ਵੀ ਪਾਣੀ ਛਿੜਕਾ ਦੇਗਾ ਤਾਂ ਉਹਨੂੰ ਕੀ ਲੱਗੇਗਾ? ਇਹ ਟੂਣਾ ਕੀਤਾ ਕਿਸੇ ਨੇ। ਕੋਈ ਉੱਦਾਂ ਵੀ ਝਾੜੂ ਫੇਰ ਕੇ ਸਫਾਈ ਕਰੇਗਾ, ਉਹਨੂੰ ਕੀ ਲੱਗੇਗਾ? ਇਹ ਜਾਦੂ ਕੀਤਾ ਕਿਸੇ ਨੇ। ਸਮਝਦੇ ਹੋ ਕਿ ਨਹੀਂ? ਇਸ ਲਈ ਤੁਹਾਨੂੰ ਜੀਵਨ 'ਚ ਚਾਹੀਦਾ ਕੀ ਹੈ? ਇੱਕ ਵਾਰ ਦੱਸ ਦਿਓ ਸਾਨੂੰ। ਦੁੱਖ ਚਾਹੀਦੇ ਹੈ ਜਾਂ ਖੁਸ਼ੀ ਚਾਹੀਦੀ ਹੈ? ਬਿਮਾਰੀ ਚਾਹੀਦੀ, ਤੰਦਰੁਸਤੀ ਚਾਹੀਦੀ ਹੈ? ਤਾਂ ਫਿਰ ਆਪਣੀ ਫ੍ਰੀਕੁਐਂਸੀ ਕਿੱਥੇ ਸੈੱਟ ਕਰਨੀ ਹੈ? ਜੇ ਖੁਸ਼ੀ ਚਾਹੀਦੀ ਹੈ ਤਾਂ ਕੀਪ ਸਮਾਈਲਿੰਗ, ਖੁਸ਼ੀ ਤੇ। ਤੰਦਰੁਸਤੀ ਚਾਹੀਦੀ ਹੈ ਤਾਂ ਬਿਮਾਰੀ ਦੀ ਗੱਲ ਬੰਦ, ਤੰਦਰੁਸਤੀ ਤੇ, ਕਿ ਮੈਂ ਤੰਦਰੁਸਤ ਹਾਂ, ਕਿਉਂਕਿ ਤੰਦਰੁਸਤੀਆਂ ਦਾ ਦਾਤਾ ਮੇਰੇ, ਹਰ ਦੁੱਖ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਤਾਂ ਫਿਰ ਚਿੰਤਾ ਕਿਉਂ ਕਰਾਂ? ਇਸ ਲਈ ਆਪਣੀ ਫ੍ਰੀਕੁਐਂਸੀ ਨੂੰ ਅੱਛਾਈ ਤੇ ਸੈੱਟ ਕਰੋ, ਵਿਸ਼ਵਾਸ ਤੇ ਸੈੱਟ ਕਰੋ, ਖੁਸ਼ੀ ਤੇ ਸੈੱਟ ਕਰੋ। ਤਾਂ ਫਿਰ ਜਿੱਧਰ ਜਾਓਗੇ ਤੁਹਾਡੇ ਜੀਵਨ ਦਾ ਚੈਨਲ ਖੁਸ਼ੀਆਂ ਹੀ ਫੜੇਗਾ, ਕਾਮਯਾਬੀ ਫੜੇਗਾ, ਸਫਲਤਾ ਹੀ ਫੜੇਗਾ। ਨਹੀਂ ਤਾਂ ਸਵੇਰੇ ਸਵੇਰੇ ਕਰਕੇ ਦੇਖ ਲੈਣਾ, ਸਵੇਰੇ ਸੋਚੋ ਅੱਜ ਦਾ ਦਿਨ ਬਹੁਤ ਚੰਗਾ ਹੈ, ਮੈਨੂੰ ਪੂਰਾ ਯਕੀਨ ਹੈ ਅੱਜ ਹਰ ਤਰਫੋਂ ਮੈਨੂੰ ਖੁਸ਼ੀਆਂ ਮਿਲਣਗੀਆਂ, ਹਰ ਤਰਫੋਂ ਖੁਸ਼ੀਆਂ ਮੇਰੀ ਤਰਫ ਆ ਰਹੀਆਂ ਹੈ, ਕਿਉਂਕਿ ਮੇਰਾ ਮਾਲਿਕ ਮੇਰੇ। ਤਾਂ ਤੁਸੀਂ ਦੇਖੋਗੇ ਵਾਕਈ ਜਿੱਧਰ ਤੁਸੀਂ ਜਾਓਗੇ ਖੁਸ਼ੀਆਂ ਹੀ ਮਿਲਣਗੀਆਂ, ਕਾਮਯਾਬੀ ਮਿਲੇਗੀ, ਸਫਲਤਾ ਹੀ ਮਿਲੇਗੀ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਕਿ ਜੈਸਾ ਤੂੰ ਵਿਸ਼ਵਾਸ ਰੱਖਣਾ ਹੈ
ਵੈਸਾ ਹੀ ਤੇਰੇ ਜੀਵਨ 'ਚ ਫਲ ਵੀ ਤੈਨੂੰ ਮਿਲਣਾ ਸ਼ੁਰੂ ਹੋ ਜਾਣਾ ਹੈ। ਇਸ ਲਈ ਚੌਥਾ ਸਟੈਪ ਕੀ ਹੈ? ਕੀਪ ਸਮਾਈਲਿੰਗ। ਹਰ ਵੇਲੇ ਸਮਾਈਲ ਕਰੋ, ਮੁਸਕਰਾਓ। ਮੁਸਕਰਾਉਣ ਵਾਲੇ ਬੰਦੇ ਦੀ ਫ੍ਰੀਕੁਐਂਸੀ ਖੁਸ਼ੀਆਂ ਤੇ ਸੈੱਟ ਹੁੰਦੀ ਤਾਂ ਉਹਦੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ। ਔਰ ਲਾਸਟ ਪੁਆਇੰਟ ਇੱਕ ਹਾਰਟ ਦੱਸਦੇ ਹੈ, ਲਾਸਟ ਪੁਆਇੰਟ ਉਹ ਦੱਸਦੇ ਹੈ ਕਿ ਪੋਜ਼ਿਟਿਵ ਐਟੀਟਿਊਡ। ਪੋਜ਼ਿਟਿਵ ਐਟੀਟਿਊਡ। ਐਟੀਟਿਊਡ ਦਾ ਮਤਲਬ ਕੀ ਹੁੰਦਾ ਹੈ ਪਤਾ ਨਾ? ਨਜ਼ਰੀਆ ਕਹਿ ਲੈਂਦੇ ਹਾਂ ਅਸੀਂ ਕਿ ਸਾਡਾ ਨਜ਼ਰੀਆ ਕਿੱਦਾਂ ਦਾ ਹੈ। ਪੋਜ਼ਿਟਿਵਿਟੀ ਦਾ ਮਤਲਬ ਹੁੰਦਾ ਸਕਾਰਾਤਮਕ। ਸਕਾਰਾਤਮਕ, ਸਕਾਰਾਤਮਕ ਦਾ ਮਤਲਬ ਅੱਛਾ ਸੋਚ, ਅੱਛੀ ਸੋਚ। ਕਹਿੰਦੇ ਹਰ ਵੇਲੇ ਤੇਰਾ ਐਟੀਟਿਊਡ ਪੋਜ਼ਿਟਿਵ ਚਾਹੀਦਾ ਹੈ, ਤੇਰਾ ਨਜ਼ਰੀਆ ਪੋਜ਼ਿਟਿਵ ਚਾਹੀਦਾ ਹੈ। ਜਦ ਵੀ ਤੂੰ ਕਿਸੇ ਨੂੰ ਦੇਖੇ ਤਾਂ ਉਹ ਚੋਂ ਨੈਗੇਟਿਵਿਟੀ ਨਾ ਲੱਭ, ਉਹ ਚੋਂ ਬੁਰਾਈ ਨਾ ਲੱਭ, ਉਹ ਚੋਂ ਅੱਛਾਈ ਲੱਭਣ ਦੀ ਕੋਸ਼ਿਸ਼ ਕਰ। ਬੋਲੋ ਸਮਝਦੇ ਹੋ ਕਿ ਨਹੀਂ? ਅੱਛਾਈ ਲੱਭਣ ਦਾ ਮਤਲਬ ਕੀ ਹੈ? ਫਰਜ਼ ਕਰੋ ਕੋਈ ਆਦਮੀ ਤੁਰਿਆ ਆ ਰਿਹਾ ਹੈ, ਤੁਸੀਂ ਦੇਖਦੇ ਹੋ ਇਹਦੇ 'ਚ ਬੁਰਾਈ ਕੀ ਹੈ, ਇਹਦੇ 'ਚ ਕਮੀ ਕੀ ਹੈ। ਕਮੀ ਨਾ ਦੇਖੋ। ਜੇ ਕਮੀਆਂ ਦੇਖੋਗੇ ਤਾਂ ਤੁਹਾਡੀ ਫ੍ਰੀਕੁਐਂਸੀ ਕਮੀਆਂ ਤੇ ਸੈੱਟ ਹੈ, ਤਾਂ ਫਿਰ ਤੁਹਾਡੇ ਜੀਵਨ 'ਚ ਵੀ ਕਮੀਆਂ ਵੱਧਦੀਆਂ ਚਲੀਆਂ ਜਾਣਗੀਆਂ। ਉਹਦੇ ਅੰਦਰ ਖੂਬੀਆਂ ਦੇਖੋ ਕਿ ਜਿਹੜਾ ਬੰਦਾ ਆ ਰਿਹਾ ਉਹਦੀ ਖੂਬੀ ਕੀ ਹੈ। ਹੁਣ ਕਈ ਵਾਰ ਹੁੰਦਾ ਨਾ ਬੰਦੇ ਸਤਸੰਗ 'ਚ ਵੀ ਆਉਂਦੇ ਆ, ਕਈ ਵਾਰ ਅਸੀਂ ਦੇਖਿਆ ਹੈ ਸਤਸੰਗ 'ਚ ਆਉਂਦੇ ਆ ਜਾਂ ਆਨਲਾਈਨ ਸਤਸੰਗ ਸੁਣਦੇ ਆ YouTube ਜਾਂ Facebook ਤੇ, ਉੱਥੇ ਵੀ ਕਮੀਆਂ ਲੱਭਦੇ ਰਹਿਣਗੇ। ਹੁਣ ਉਹ ਕਮੀਆਂ ਲੱਭਣ ਤੇ ਲੱਭ ਕੇ ਸਾਬਿਤ ਕੀ ਕਰ ਰਹੇ ਆ? ਸਾਬਿਤ ਇਹ ਕਰ ਰਹੇ ਕਿ ਅਸੀਂ ਆਪ ਕਮੀਆਂ ਨਾਲ ਭਰੇ ਹੋਏ ਆ। ਕਿਉਂਕਿ ਯਾਦ ਰੱਖੋ ਜਿਹੜੇ ਕਾਮਯਾਬ ਹੈ ਉਹ ਕਦੀ ਕਿਸੇ ਦੇ ਕਮੀ ਕੱਢਣਗੇ ਨਹੀਂ। ਕਦੀ ਦੇਖਿਆ ਕਿਸੇ ਬੜੇ ਬਿਜ਼ਨਸਮੈਨ ਨੂੰ, ਕਦੀ ਕਿਸੇ ਬੜੇ ਆਦਮੀ ਨੂੰ ਕਮੈਂਟ ਕਰਕੇ ਕਿਸੇ ਦੀ ਨਿੰਦਿਆ ਕਰਦੇ ਨੂੰ? ਨਿੰਦਿਆ ਕੌਣ ਕਰਨਗੇ? ਕਿਸੇ ਨੂੰ ਬੁਰਾਈ ਕੌਣ ਕਰਨਗੇ? ਜਿਹੜੇ ਆਪ ਕਮੀਆਂ ਨਾਲ ਭਰੇ ਹੋਏ ਆ। ਕਿਉਂਕਿ ਉਹ ਆਪ ਕਮੀਆਂ ਨਾਲ ਭਰੇ ਆ। ਜਦੋਂ ਕਿਸੇ ਨੂੰ ਅੱਗੇ ਜਾਂਦਾ ਦੇਖਦੇ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ, ਫਿਰ ਉਹਦੀ ਬੁਰਾਈ ਕਰਕੇ ਆਪਣੀ ਖੁੰਨਸ, ਆਪਣਾ ਦੁੱਖ ਕੱਢਣ ਦੀ ਕੋਸ਼ਿਸ਼ ਕਰਦੇ, ਤਸੱਲੀ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਮੈਂ ਕਰਤਾ ਕੁਝ ਨਹੀਂ ਸਕਦਾ, ਪਰ ਬੁਰਾ ਬੋਲ ਕੇ ਤਸੱਲੀ ਕਰ ਲਈ। ਪਰ ਕਿਸੇ ਨੂੰ ਬੁਰਾ ਬੋਲ ਕੇ ਨੈਗੇਟਿਵ ਐਟੀਟਿਊਡ ਨਾਲ ਅਸੀਂ ਜੀਵਨ 'ਚ ਕਦੀ ਆਪ ਤਰੱਕੀ ਨਹੀਂ ਕਰ ਸਕਦੇ। ਇਹਦਾ ਸੋਚ ਕੇ ਦੇਖੋ, ਜਿਹੜੇ ਬੰਦੇ ਕਾਮਯਾਬ ਹੈ, ਸਫਲ ਹੈ, ਉਹ ਜ਼ਿਆਦਾ ਕਿਸੇ ਨੂੰ ਬੁਰਾ ਨਹੀਂ ਬੋਲਣਗੇ, ਉਹ ਕਿਸੇ ਦੀ ਨਿੰਦਿਆ ਨਹੀਂ ਕਰਨਗੇ, ਬਲਕਿ ਉਹ ਆਪਣੇ ਅੱਛੇ ਵੱਲ ਧਿਆਨ ਦੇਣਗੇ। ਉਹ ਇਦਾਂ ਐ ਸਮਝ ਲਓ ਕਿ ਕੋਈ ਤੁਹਾਨੂੰ ਬੁਰਾ ਬੋਲੇ ਤਾਂ ਉਹ ਕਹਿਣਗੇ ਉਹਦੀ ਤਰਫ ਵੀ ਨਹੀਂ ਮੈਂ ਦੇਖਣਾ, ਮੈਂ ਆਪਣੀ ਤਰਫ ਦੇਖਣਾ, ਮੈਂ ਅੱਛਾ ਕੀ ਕਰ ਸਕਦਾ। ਕਿਉਂਕਿ ਉਹ ਮੇਰੇ ਨਾਲ ਬੁਰਾ ਕਰ ਰਿਹਾ, ਉਹਦੀ ਬੁਰਾਈ ਨੂੰ ਦੇਖੂੰਗਾ ਤਾਂ ਮੈਂ ਗਿਰ ਰਿਹਾ ਹਾਂ। ਪਰ ਜੇ ਆਪਣੀ ਅੱਛਾਈ ਨੂੰ ਦੇਖੂੰਗਾ ਕਿ ਮੈਂ ਹੋਰ ਅੱਛਾ ਕੀ ਕਰ ਸਕਦਾ ਹਾਂ, ਤਾਂ ਫਿਰ ਮੈਂ ਅੱਗੇ ਵੱਧਦਾ ਚਲਾ ਜਾਊਂਗਾ। ਇਸ ਲਈ ਪੋਜ਼ਿਟਿਵ ਐਟੀਟਿਊਡ ਦਾ ਮਤਲਬ ਕੀ ਹੈ ਕਿ ਹਰ ਜਗ੍ਹਾ ਅੱਛਾ ਦੇਖਣ ਦੀ ਕੋਸ਼ਿਸ਼ ਕਰੋ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਬੜੇ ਜ਼ੋਰਾਂ ਦਾ ਤੂਫਾਨ ਹੈ, ਬਰਸਾਤ ਪੈ ਰਹੀ ਹੈ, ਬਿਜਲੀ ਕੜਕ ਰਹੀ ਹੈ। ਹੁਣ ਕਈ ਕਹਿਣਗੇ ਇਹ ਦਿਨ ਬੜਾ ਮਾੜਾ, ਇਹ ਦਿਨ ਬੜਾ ਮਾੜਾ। ਤਾਂ ਕਈ ਕਹਿਣਗੇ ਲੈ ਦਿਨ ਕਿੰਨਾ ਚੰਗਾ, ਚਲੋ ਬੈਠ ਕੇ ਗਰਮ ਗਰਮ ਚਾਹ ਪੀਂਦੇ ਆ, ਮਜ਼ਾ ਆ ਜਾਏਗਾ ਬੈਠ ਕੇ ਇਦਾਂ ਦੀ ਬਰਸਾਤ ਵਿੱਚ। ਉਹਨਾਂ ਦਾ ਪੋਜ਼ਿਟਿਵ ਐਟੀਟਿਊਡ ਹੈ ਕਿ ਮਾੜੇ ਹਾਲਾਤ ਨੂੰ ਵੀ ਉਹ ਅੱਛਾ ਬਣਾ ਲੈਂਦੇ, ਕਿ ਵਧੀਆ ਦਿਨ ਹੈ। ਕਿ ਜੇ ਅੱਜ ਆਫਿਸ ਨਹੀਂ ਜਾ ਹੋਇਆ, ਵਧੀਆ ਦਿਨ ਹੈ, ਪਰਿਵਾਰ ਕੋਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲ ਗਿਆ, ਪਰਿਵਾਰ ਨਾਲ ਬੈਠਣ ਦਾ ਟਾਈਮ ਮਿਲ ਗਿਆ, ਬੱਚਿਆਂ ਨੂੰ ਹੋਮਵਰਕ ਕਰਾਉਂਗਾ, ਬੱਚਿਆਂ ਨਾਲ ਕੋਈ ਨਾ ਕੋਈ ਕੰਮ ਕਰੂੰਗਾ। ਯਾਨੀ ਪੋਜ਼ਿਟਿਵ ਐਟੀਟਿਊਡ ਵਾਲਾ ਬੰਦਾ ਬੁਰੇ ਤੋਂ ਬੁਰੇ ਹਾਲਾਤ ਨੂੰ ਵੀ ਅੱਛੇ 'ਚ ਤਬਦੀਲ ਕਰ ਲੈਂਦਾ ਹੈ, ਤੇ ਨੈਗੇਟਿਵ ਐਟੀਟਿਊਡ ਵਾਲਾ ਅੱਛੇ ਹਾਲਾਤ ਨੂੰ ਵੀ ਬੁਰਾ ਬਣਾ ਲੈਂਦਾ ਹੈ। ਇੱਥੇ ਇੱਕ ਛੋਟੀ ਜਿਹੀ ਕਹਾਣੀ ਸੁਣਾਵਾਂਗੇ ਵਿਵੇਕਾਨੰਦ ਜੀ ਦੀ, ਫਿਰ ਆਪਾਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਇੱਕ ਦਿਨ ਸਵਾਮੀ ਵਿਵੇਕਾਨੰਦ ਆਪਣੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਜੀ ਕੋਲ ਬੈਠੇ ਸੀ, ਕੁਝ ਹੋਰ ਵੀ ਸੇਵਕ ਉੱਥੇ ਬੈਠੇ ਹੈ। ਜਦੋਂ ਰਾਮਕ੍ਰਿਸ਼ਨ ਦੇ ਕੋਲ ਪਾਣੀ ਪਿਆ ਹੈ, ਪਰਮਹੰਸ ਦੇ ਕੋਲ, ਤਾਂ ਸਵਾਮੀ ਰਾਮਕ੍ਰਿਸ਼ਨ ਨੇ ਉਹ ਪਾਣੀ ਦਾ ਅੱਧਾ ਗਲਾਸ ਪੀ ਕੇ ਅੱਧਾ ਗਲਾਸ ਰੱਖ ਦਿੱਤਾ ਔਰ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਇਹ ਗਲਾਸ ਬਾਰੇ ਦੱਸੋ ਕਿ ਤੁਹਾਡੀਆਂ ਨਜ਼ਰਾਂ 'ਚ ਇਸ ਵੇਲੇ ਗਲਾਸ ਕੀ ਹੈ। ਤਾਂ ਕਈਆਂ ਸੇਵਕਾਂ ਨੇ ਕਿਹਾ ਮਹਾਰਾਜ ਇਹ ਗਲਾਸ ਅੱਧਾ ਖਾਲੀ ਹੈ, ਕਈਆਂ ਨੇ ਕਿਹਾ ਅੱਧਾ ਭਰਿਆ ਹੈ, ਤਾਂ ਕਈਆਂ ਨੇ ਕਿਹਾ ਪੂਰਾ ਹੀ ਭਰਿਆ ਹੈ। ਹੁਣ ਜਿਨ੍ਹਾਂ ਨੇ ਕਿਹਾ ਅੱਧਾ ਖਾਲੀ ਹੈ, ਉਹਨਾਂ ਦਾ ਧਿਆਨ ਕਿੱਥੇ ਸੀ? ਖਾਲੀਪਨ ਸੀ, ਉਹ ਨੈਗੇਟਿਵਿਟੀ ਵੱਲ ਕਿ ਖਾਲੀ ਹੈ। ਹੁਣ ਜਿਨ੍ਹਾਂ ਨੇ ਕਿਹਾ ਅੱਧਾ ਭਰਿਆ ਹੈ, ਉਹਨਾਂ ਦਾ ਧਿਆਨ ਪੋਜ਼ਿਟਿਵਿਟੀ ਵੱਲ ਸੀ, ਸੋਚ ਵਿੱਚ ਪੋਜ਼ਿਟਿਵਿਟੀ ਸੀ ਕਿ ਚਲੋ ਕੁਛ ਤਾਂ ਹੈ ਨਾ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਿਨ੍ਹਾਂ ਨੇ ਕਿਹਾ ਪੂਰਾ ਭਰਿਆ ਹੈ, ਉਹ ਕਹਿੰਦੇ ਅੱਧਾ ਪਾਣੀ ਨਾਲ ਭਰਿਆ, ਅੱਧਾ ਹਵਾ ਨਾਲ ਭਰਿਆ, ਖਾਲੀ ਤਾਂ ਫਿਰ ਵੀ ਨਹੀਂ ਹੈ। ਪਰ ਸਵਾਮੀ ਵਿਵੇਕਾਨੰਦ ਚੁੱਪ ਸੀ, ਉਹ ਨਹੀਂ ਬੋਲੇ। ਨਾ ਉਹਨਾਂ ਨੇ ਕਿਹਾ ਅੱਧਾ ਖਾਲੀ ਹੈ, ਨਾ ਉਹਨਾਂ ਨੇ ਕਿਹਾ ਅੱਧਾ ਭਰਿਆ ਹੈ, ਨਾ ਉਹਨਾਂ ਨੇ ਕਿਹਾ ਪੂਰਾ ਭਰਿਆ ਹੈ। ਰਾਮਕ੍ਰਿਸ਼ਨ ਪਰਮਹੰਸ ਨੇ ਕਿਹਾ ਵਿਵੇਕਾਨੰਦ ਤੂੰ ਵੀ ਦੱਸ, ਤੇਰਾ ਗਲਾਸ ਬਾਰੇ ਕੀ ਵਿਚਾਰ ਹੈ? ਵਿਵੇਕਾਨੰਦ ਉੱਠੇ, ਉੱਠ ਕੇ ਕੋਲ ਜੱਗ ਪਿਆ ਹੋਇਆ ਸੀ, ਉਠਾਇਆ, ਪੂਰਾ ਗਲਾਸ ਭਰ ਕੇ ਕਹਿਣ ਲੱਗੇ ਸਵਾਮੀ ਜੀ ਪੂਰਾ ਭਰਿਆ ਹੈ।
ਗਲਾਸ ਨੂੰ ਭਰ ਕੇ ਕਹਿਣ ਲੱਗੇ ਸਵਾਮੀ ਜੀ ਪੂਰਾ ਭਰਿਆ ਹੋਇਆ ਹੈ। ਤਾਂ ਉਸ ਵੇਲੇ ਰਾਮਕ੍ਰਿਸ਼ਨ ਪਰਮਹੰਸ ਨੇ ਵਿਵੇਕਾਨੰਦ ਨੂੰ ਗੱਲ ਨਾਲ ਲਾ ਲਿਆ। ਕਹਿੰਦੇ ਬੇਟਾ ਬਹੁਤ ਅੱਛੀ ਗੱਲ ਹੈ, ਕਿਉਂਕਿ ਕਈ ਸਿਰਫ ਵਿਚਾਰਾਂ 'ਚ ਹੀ ਸੋਚ 'ਚ ਹੀ ਪੋਜ਼ਿਟਿਵ ਹੋ ਕੇ ਬੈਠੇ ਰਹਿੰਦੇ ਆ, ਪਰ ਕਈ ਉਹਨੂੰ ਫਿਜ਼ੀਕਲੀ ਤੌਰ ਤੇ ਕਰਕੇ ਦਿਖਾਉਂਦੇ ਆ ਕਿ ਪੋਜ਼ਿਟਿਵ ਹੋਣ ਦਾ ਮਤਲਬ ਇਹੀ ਨਹੀਂ ਹੈ ਕਿ ਸੋਚ ਪੋਜ਼ਿਟਿਵ ਰੱਖੀਏ। ਪੋਜ਼ਿਟਿਵ ਹੋਣ ਦਾ ਮਤਲਬ ਹੈ ਕਰਮ ਵੀ ਪੋਜ਼ਿਟਿਵ ਕਰੀਏ। ਹੁਣ ਫਰਜ਼ ਕਰੋ ਤੁਸੀਂ ਕਹਿੰਦੇ ਹੋ ਗਲਾਸ ਅੱਧਾ ਭਰਿਆ ਹੈ, ਤਾਂ ਸਿਰਫ ਤੁਹਾਡੀ ਸੋਚ ਹੈ ਭਰਿਆ, ਪਰ ਤੁਸੀਂ ਕੁਝ ਇਦਾਂ ਦਾ ਕਰ ਨਹੀਂ ਰਹੇ ਕਿ ਉਹ ਗਲਾਸ ਨੂੰ ਭਰ ਸਕੋ। ਮਜ਼ਾ ਤਾਂ ਆ ਜੇ ਉਹਨੂੰ ਮੰਨਦੇ ਹੋ ਭਰਿਆ, ਤਾਂ ਉਹ ਕਰਮ ਕਰੋ ਗਲਾਸ ਪੂਰਾ ਭਰ ਵੀ ਜਾਵੇ। ਕਿਉਂਕਿ ਜਦ ਵੀ ਜੀਵਨ 'ਚ ਖੁਸ਼ੀਆਂ ਆਣੀਆਂ ਸਿਰਫ ਸੋਚ ਨਾਲ ਨਹੀਂ ਆਣੀਆਂ, ਉਹਦੇ ਵਾਸਤੇ ਕਰਮ ਵੀ ਸਾਨੂੰ ਕਰਨਾ ਪੈਣਾ ਹੈ। ਹੁਣ ਫਰਜ਼ ਕਰੋ ਤੁਸੀਂ ਸੋਚੀ ਜਾਓ ਮੈਂ ਪੋਜ਼ਿਟਿਵ ਹਾਂ, ਪਰ ਕਰਮ ਤੁਹਾਡੇ ਨੈਗੇਟਿਵਿਟੀ ਵਾਲੇ ਹੋਣ, ਤਾਂ ਫਿਰ ਕਿੱਥੋਂ ਸਾਬਿਤ ਹੁੰਦਾ ਕਿ ਤੁਸੀਂ ਪੋਜ਼ਿਟਿਵ ਹੋ? ਸਮਝਦੇ ਹੋ ਕਿ ਨਹੀਂ? ਇਸ ਲਈ ਪੋਜ਼ਿਟਿਵ ਸੋਚ ਵੀ ਰੱਖਣੀ ਹੈ, ਅੱਛਾ ਸੋਚਣਾ ਵੀ ਹੈ ਔਰ ਅੱਛਾ ਕਰਨਾ ਵੀ ਹੈ। ਉਹ ਕਰਮ ਵੀ ਕਰਨੇ ਹੈ ਕਿ ਜਿਹੜੇ ਵਾਕਈ ਅੱਛਾਈ ਵਾਲੇ ਕਰਮ ਹੁੰਦੇ ਆ, ਕਿਉਂਕਿ ਜਦੋਂ ਇਨਸਾਨ ਕਰਮ ਕਰਦਾ ਹੈ ਤਾਂ ਫੇਰ ਹੀ ਪ੍ਰਮਾਤਮਾ ਦੀ ਰਹਿਮਤ ਨੂੰ ਪਾਣ ਦੇ ਲਾਇਕ ਬਣਦਾ ਹੈ। ਤਾਂ ਜੇ ਸਿਰਫ ਸੋਚੀ ਜਾਵੇ, ਜਿੱਦਾਂ ਹੁਣ ਫਰਜ਼ ਕਰੋ ਇੱਕ ਬੰਦਾ ਸੋਚਦਾ ਭੁੱਖੇ ਨੂੰ ਖਾਣਾ ਖਿਲਾਣਾ ਚੰਗੀ ਗੱਲ ਹੈ, ਪਿਆਸੇ ਨੂੰ ਪਾਣੀ ਪਿਲਾਣਾ ਚੰਗੀ ਗੱਲ ਹੈ, ਪਿਆਸੇ ਨੂੰ ਪਾਣੀ ਪਿਲਾਣਾ ਚੰਗੀ ਗੱਲ ਹੈ, ਉਹਦੇ ਸਾਹਮਣੇ ਕੋਈ ਪਿਆਸਾ ਭੁੱਖਾ ਬੈਠਾ ਹੈ, ਹੁਣ ਸਿਰਫ ਸੋਚ ਰਿਹਾ ਹੈ ਪਿਆਸੇ ਨੂੰ ਪਾਣੀ ਪਿਲਾਣਾ ਚੰਗੀ ਗੱਲ ਹੈ, ਭੁੱਖੇ ਨੂੰ ਖਾਣਾ ਖਿਲਾਣਾ ਚੰਗੀ ਗੱਲ ਹੈ। ਸੋਚ ਤਾਂ ਪੋਜ਼ਿਟਿਵ ਹੈ ਕਿ ਚੰਗਾ ਸੋਚ ਰਿਹਾ ਕਿ ਭੁੱਖੇ ਨੂੰ ਖਾਣਾ ਖਿਲਾਣਾ ਚੰਗੀ ਗੱਲ ਹੈ, ਪਿਆਸੇ ਨੂੰ ਪਾਣੀ ਪਿਲਾਣਾ ਚੰਗੀ ਗੱਲ ਹੈ। ਸੋਚ ਤਾਂ ਅੱਛੀ ਹੈ ਭਾਈ, ਜੇ ਸੋਚ ਅੱਛੀ ਤਾਂ ਕਰਮ ਵੀ ਅੱਛਾ ਕਰਕੇ ਦਿਖਾ। ਉੱਠ ਕੇ ਜਾ ਔਰ ਜਿੰਨੀ ਤੇਰੀ ਹਿੰਮਤ ਹੈ ਉਹਦੇ ਮੁਤਾਬਿਕ ਭੁੱਖੇ ਨੂੰ ਖਾਣਾ ਵੀ ਖਿਲਾ, ਤਾਂ ਕਿ ਪਤਾ ਲੱਗੇ ਕਿ ਤੇਰੀ ਸੋਚ ਹੀ ਪੋਜ਼ਿਟਿਵ ਨਹੀਂ ਹੈ, ਤੇਰਾ ਕਰਮ ਵੀ ਪੋਜ਼ਿਟਿਵ ਹੈ। ਔਰ ਜਦੋਂ ਕਰਮ ਕਰੇਗਾ ਪਰਮਾਤਮਾ ਨੇ ਫਿਰ ਖੁਸ਼ ਹੋਣਾ ਹੈ, ਫਿਰ ਤੈਨੂੰ ਦੇਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਬੰਦਾ ਕਹੇ ਸੱਚ ਬੋਲਣਾ ਚੰਗੀ ਗੱਲ ਹੈ, ਸੱਚ ਬੋਲਣਾ ਚੰਗੀ ਗੱਲ ਹੈ, ਬੋਲੀ ਝੂਠ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਾਂ ਹੋਰ ਕਈ ਚੀਜ਼ਾਂ ਹੈ ਕਿ ਕ੍ਰੋਧ ਕਰਨਾ ਮਾੜੀ ਗੱਲ ਹੈ, ਕ੍ਰੋਧ ਕਰਨਾ ਮਾੜੀ ਗੱਲ ਹੈ, ਕਰਦਾ ਕ੍ਰੋਧ ਹੀ ਹੈ, ਫਿਰ ਕਰਦਾ ਮਾੜਾ ਹੀ ਹੈ। ਬੰਦਾ ਕਹਿੰਦਾ ਸੋਚ ਕਿੰਨੀ ਚੰਗੀ, ਕੋਈ ਕਵੇ ਕ੍ਰੋਧ ਕਰਨਾ ਮਾੜੀ ਗੱਲ ਹੈ, ਕ੍ਰੋਧ ਨਾ ਕਰੀ, ਹਾਂ ਵੀ ਕਿੰਨੀ ਚੰਗੀ ਸੋਚ ਹੈ ਇਹਦੀ, ਦੇਖੋ ਕਿੰਨੀ ਗੱਲ ਵਧੀਆ ਕਹਿੰਦਾ, ਕ੍ਰੋਧ ਕਰਨਾ ਮਾੜੀ ਗੱਲ ਹੈ, ਕ੍ਰੋਧ ਨਾ ਕਰੀ। ਪਰ ਹੁਣੇ ਕੋਈ ਗੱਲ ਹੋ ਜਾਵੇ ਕ੍ਰੋਧ ਕਰੇ ਤਾਂ ਦੇਖਣਾ ਨਾ ਕਹਿਣਾ ਗੱਲ ਤਾਂ ਚੰਗੀ ਕਰਦਾ ਸੀ, ਫਿਰ ਕਰਮ ਉਹ ਤੋਂ ਉਲਟ ਹੈ। ਇਸ ਕਰਕੇ ਸਿਰਫ ਇਹ ਨਾ ਕਹੋ ਗਲਾਸ ਅੱਧਾ ਖਾਲੀ ਜਾਂ ਅੱਧਾ ਭਰਿਆ, ਬਲਕਿ ਉਹ ਕਰੋ ਕਿ ਉਹ ਕਰਮ ਕਰੀਏ ਕਿ ਗਲਾਸ ਪੂਰਾ ਭਰ ਦਈਏ। ਹੁਣ ਇਹਦਾ ਕਹਿਣਾ ਕੀ ਚਾਹੁੰਦੇ ਹਾਂ ਅਸੀਂ, ਇਸ ਪੁਆਇੰਟ ਤੇ ਵੀ ਆ ਜਾਈਏ। ਸਿਰਫ ਇਹ ਨਾ ਸੋਚੋ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਬਲਕਿ ਉਹ ਕਰਮ ਵੀ ਕਰੀਏ ਕਿ ਜਿੱਥੋਂ ਅਹਿਸਾਸ ਵੀ ਹੋਵੇ ਵਾਕਈ ਆਪਣੇ ਮਾਲਿਕ ਨੂੰ ਨਾਲ ਸਮਝਦਾ ਹੈ, ਤਾਂ ਹੀ ਹਰ ਕਰਮ ਅੱਛਾ ਕਰਦਾ ਹੈ। ਹੁਣ ਬੰਦਾ ਕਹਿੰਦਾ ਮੇਰਾ ਮਾਲਿਕ ਮੇਰੇ ਨਾਲ ਹੈ, ਮੈਨੂੰ ਵਿਸ਼ਵਾਸ ਹੈ, ਪਰ ਕੱਢਦਾ ਗਾਲੀਆਂ ਹੈ। ਤਾਂ ਕੋਈ ਪੁੱਛੇ ਜੇ ਵਾਕਈ ਤੈਨੂੰ ਅਹਿਸਾਸ ਹੁੰਦਾ ਮਾਲਿਕ ਮੇਰੇ ਨਾਲ ਹੈ, ਤਾਂ ਮਾਲਕਾਂ ਦੇ ਸਾਹਮਣੇ ਤੂੰ ਗਾਲੀ ਕੱਢ ਦੇਣੀ ਸੀ? ਪੁੱਛ ਕੇ ਦੇਖੇ ਕੋਈ, ਜਵਾਬ ਦੇਣਾ ਸਾਨੂੰ। ਤੁਸੀਂ ਕਹਿੰਦੇ ਰੱਬ ਮੇਰੇ ਨਾਲ ਹੈ, ਮੈਨੂੰ ਵਿਸ਼ਵਾਸ ਹੈ, ਤੂੰ ਮੇਰਾ ਰਾਖਾ ਸਭ ਨਹੀਂ ਥਾਈ, ਮੈਨੂੰ ਵਿਸ਼ਵਾਸ ਹੈ। ਹੁਣ ਇਹ ਗੱਲ ਕਹਿਣ ਵਾਲੀ ਹੈ, ਮੰਨਣ ਵਾਲੀ ਹੈ। ਹੁਣ ਜੇ ਵਾਕਈ ਤੁਹਾਨੂੰ ਵਿਸ਼ਵਾਸ ਹੈ ਕਿ ਉਹ ਰੱਬ, ਉਹ ਭਗਵਾਨ, ਉਹ ਵਾਹਿਗੁਰੂ ਅੱਲਾ ਹਰ ਵੇਲੇ ਮੇਰੇ ਨਾਲ ਖੜਾ ਹੈ, ਤਾਂ ਤੁਸੀਂ ਉਹਦੇ ਸਾਹਮਣੇ ਕਦੀ ਬੁਰਾ ਕਿਸੇ ਨੂੰ ਬੋਲ ਹੀ ਨਹੀਂ ਸਕਦੇ, ਤੁਸੀਂ ਬੁਰਾ ਕਰ ਹੀ ਨਹੀਂ ਸਕਦੇ। ਉਹਦੇ ਸਾਹਮਣੇ ਤੁਸੀਂ ਕਿਸੇ ਦੀ ਨਿੰਦਿਆ ਨਹੀਂ ਕਰ ਸਕਦੇ। ਜੇ ਕੋਈ ਨਿੰਦਿਆ ਉਹ ਨਹੀਂ, ਮੈਂ ਨਿੰਦਿਆ ਨਹੀਂ ਕਰਨੀ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਖੜਾ ਹੈ। ਮੈਂ ਕਿਸੇ ਨੂੰ ਗਾਲੀ ਨਹੀਂ ਦੇ ਸਕਦਾ ਕਿਉਂਕਿ ਮੇਰਾ ਭਗਵਾਨ ਮੇਰੇ ਨਾਲ ਹੈ, ਮੈਂ ਮੰਨਦਾ ਹਾਂ। ਪਰ ਹੁਣ ਜਿਹੜਾ ਕਹੇ ਮੇਰਾ ਰੱਬ ਮੇਰੇ ਨਾਲ ਹੈ, ਪਰ ਜ਼ੁਬਾਨ ਤੋਂ ਇਦਾਂ ਦੀਆਂ ਗਾਲੀਆਂ ਕੱਢੇ ਕਿ ਕੰਨਾਂ 'ਚ ਉਂਗਲੀ ਦੇਣੀ ਪਵੇ, ਤਾਂ ਫਿਰ ਇਹਦਾ ਮਤਲਬ ਇਹ ਸਿਰਫ ਜ਼ੁਬਾਨ ਤੋਂ ਕਹਿ ਰਿਹਾ ਹੈ, ਹਾਲੇ ਕਰਨੀ ਇਹਦੀ ਇਹ ਸਾਬਿਤ ਨਹੀਂ ਕਰ ਰਹੀ ਕਿ ਵਾਕਈ ਇਹਦਾ ਰੱਬ ਇਹਦੇ ਨਾਲ ਹੈ। ਇਸ ਲਈ ਜਿਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਮੇਰਾ ਮਾਲਿਕ ਮੇਰੇ ਨਾਲ ਹੈ, ਉਹ ਨਾ ਜ਼ੁਬਾਨ ਤੋਂ, ਨਾ ਨਜ਼ਰ ਤੋਂ, ਨਾ ਹੱਥਾਂ ਪੈਰਾਂ ਤੋਂ, ਉਹ ਕਿਸੇ ਵੀ ਕਰਮ ਤੋਂ ਕੋਈ ਐਡਾ ਦਾ ਕਰਮ ਨਹੀਂ ਕਰਦੇ ਜਿਹਦੇ ਨਾਲ ਇਹ ਸਾਬਿਤ ਹੋਵੇ ਕਿ ਵਾਕਈ ਉਹ ਭਗਵਾਨ ਮੇਰੇ ਤੋਂ ਦੂਰ ਹੈ। ਕਿਉਂਕਿ ਕਰਮ ਸਾਬਿਤ ਕਰ ਦਿੰਦੇ ਕਿ ਇਹਨੂੰ ਨੇੜੇ ਮੰਨਦੇ ਜਾਂ ਦੂਰ। ਜੇ ਤੁਸੀਂ ਝੂਠ ਬੋਲਦੇ ਹੋ ਕੀ ਸਾਬਿਤ ਕਰ ਰਹੇ ਹੋ? ਮੈਂ ਦੂਰ ਮੰਨਿਆ ਤਾਂ ਹੀ ਝੂਠ ਬੋਲ ਰਿਹਾ, ਮੈਂ ਗਾਲੀ ਤਾਂ ਹੀ ਦੇ ਰਿਹਾ ਹਾਂ। ਨਹੀਂ ਤਾਂ ਕਈ ਵਾਰ ਦੇਖਿਆ ਨਾ ਬੱਚਾ, ਜਰਾ ਸੋਚੋ, ਇੱਕ ਛੋਟਾ ਬੱਚਾ ਹੈ, ਉਹ ਸਿਗਰਟ ਪੀ ਰਿਹਾ ਹੈ, 18-19 ਸਾਲ ਦਾ, ਅਚਾਨਕ ਬਾਪ ਨੂੰ ਦੇਖ ਲੈਂਦਾ ਹੈ ਤਾਂ ਫਟਾਫਟ ਉਹ ਬਾਪ ਆ ਗਿਆ, ਸਿੱਟ ਦਿਓ। ਤਾਂ ਜਿਹਨੂੰ ਬਾਪ ਹਰ ਵੇਲੇ 24 ਘੰਟੇ ਨਾਲ ਰਵੇ ਤਾਂ ਇਹ ਬੱਚਾ ਪੀਏਗਾ? ਬੱਚੇ ਨੇ ਕਹਿਣਾ ਬਾਪ ਨਾਲ ਉਹਦੇ ਸਾਹਮਣੇ ਪੀ ਨਹੀਂ ਸਕਦਾ। ਹੁਣ ਇੱਥੋਂ ਕੀ ਅਹਿਸਾਸ ਹੁੰਦਾ ਹੈ ਕਿ ਜੇ ਅਸੀਂ ਵੀ ਮੰਨ ਲਈਏ, ਜਾਣ ਲਈਏ ਕਿ ਮੇਰਾ ਰੱਬ ਮੇਰੇ ਨਾਲ ਹੈ, ਤਾਂ ਫਿਰ ਅਸੀਂ ਕੁਝ ਬੁਰਾ ਕਰ ਹੀ ਨਹੀਂ ਪਾਵਾਂਗੇ। ਤਾਂ ਜੇ ਅਸੀਂ ਸਿਰਫ ਜ਼ੁਬਾਨ ਤੋਂ ਹੀ ਕਹਿੰਦੇ ਹਾਂ ਤਾਂ ਇਹਦਾ ਮਤਲਬ ਹਾਲੇ ਮੰਨਦੇ ਨਹੀਂ ਹੈ। ਇਸ ਕਰਕੇ ਮੰਨਣਾ ਸ਼ੁਰੂ ਕਰੀਏ, ਯਕੀਨ ਕਰਨਾ ਸ਼ੁਰੂ ਕਰੀਏ
ਉਹ ਕਰਮ ਕਰੀਏ, ਵਿਸ਼ਵਾਸ ਵੀ ਰੱਖੀਏ, ਭਰੋਸਾ ਵੀ ਰੱਖੀਏ, ਤਾਂ ਅੱਜ ਤੋਂ ਸਾਰੇ ਡਰ, ਸਾਰੀਆਂ ਚਿੰਤਾਵਾਂ ਛੱਡ ਦਈਏ। ਸੋ ਪੁਆਇੰਟ ਤਾਂ ਹੋਰ ਵੀ ਹੈ, ਪਰ ਹੁਣ ਸਮਾਂ ਕਾਫੀ ਹੋ ਗਿਆ, ਇਸ ਲਈ ਇੱਕ ਵਾਰ ਫਿਰ ਦੁਹਰਾਵਾਂਗੇ 5 ਪੁਆਇੰਟ ਦੁਬਾਰਾ, ਤਾਂ ਕਿ ਤੁਹਾਨੂੰ ਯਾਦ ਹੋ ਜਾਣ। ਈਟ ਹੈਲਦੀ ਫੂਡ, ਡੀਪ ਬਰੀਥਿੰਗ, ਡੋਂਟ ਓਵਰ ਥਿੰਕਿੰਗ, ਕੀਪ ਸਮਾਈਲ, ਚਿਹਰੇ ਤੇ ਮੁਸਕਰਾਹਟ ਰੱਖਣੀ ਹੈ, ਔਰ ਪੋਜ਼ਿਟਿਵ ਐਟੀਟਿਊਡ, ਆਪਣੇ ਨਜ਼ਰੀਏ ਨੂੰ, ਆਪਣੀ ਸੋਚ ਨੂੰ ਪੋਜ਼ਿਟਿਵ ਬਣਾਈਏ, ਕਿ ਹਰ ਜਗ੍ਹਾ ਪੋਜ਼ਿਟਿਵ ਦੇਖੀਏ, ਨੈਗੇਟਿਵਿਟੀ ਨਾ ਲੱਭੀਏ, ਕਿਸੇ ਚੀਜ਼ 'ਚੋਂ ਬੁਰਾਈ ਨਾ ਲੱਭੀਏ, ਹਰ ਚੀਜ਼ 'ਚ ਅੱਛਾਈ ਦੇਖੀਏ ਅਸੀਂ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਕਿਸੇ ਨਾਲ ਨਫ਼ਰਤ ਵੀ ਹੈ ਨਾ, ਤਾਂ ਅਸੀਂ ਕਹਾਂਗੇ ਜੇ ਕਿਸੇ ਨਾਲ ਨਫ਼ਰਤ ਵੀ ਹੈ ਤਾਂ ਬੈਠ ਕੇ ਵਿਚਾਰ ਕਰੋ ਉਹਦੇ ਅੰਦਰ ਕਿਹੜੀ ਕਿਹੜੀ ਅੱਛਾਈ ਹੈ। ਅੱਜ ਤੱਕ ਮੈਂ ਨਫ਼ਰਤ ਹੀ ਦੇਖੀ, ਉਹਦੇ ਅੰਦਰਲੀ ਅੱਛਾਈ ਨੂੰ ਦੇਖਾਂ, ਉਹਦੇ ਅੰਦਰਲੀ ਖੂਬੀ ਨੂੰ ਦੇਖਾਂ। ਬੋਲੋ ਸਮਝਦੇ ਹੋ ਕਿ ਨਹੀਂ? ਜਦੋਂ ਤੁਸੀਂ ਕਿਸੇ ਦੀਆਂ ਅੱਛਾਈਆਂ ਦੇਖਣੀਆਂ ਸ਼ੁਰੂ ਕਰੋਗੇ ਤਾਂ ਤੁਸੀਂ ਅੰਦਰੋਂ ਅੱਛਾਈਆਂ ਨਾਲ ਭਰਦੇ ਚਲੇ ਜਾਓਗੇ, ਤੁਹਾਡੇ ਅੰਦਰ ਅੱਛਾਈ ਆਂਦੀ ਚਲੀ ਜਾਏਗੀ, ਔਰ ਜਿੱਦਾਂ ਜਿੱਦਾਂ ਤੁਸੀਂ ਅੱਛੇ ਬਣਦੇ ਚਲੇ ਜਾਓਗੇ ਉੱਦਾਂ ਉੱਦਾਂ ਪਰਮਾਤਮਾ ਦੀਆਂ ਰਹਿਮਤਾਂ ਤੁਹਾਡੇ ਨੇੜੇ ਆਂਦੀਆਂ ਚਲੀਆਂ ਜਾਣਗੀਆਂ। ਸਮਝ ਆ ਗਈ ਕਿ ਨਹੀਂ? ਇਸ ਲਈ ਅੱਜ ਤੋਂ ਪੋਜ਼ਿਟਿਵ ਐਟੀਟਿਊਡ ਰੱਖਣਾ ਹੈ। ਹੁਣ ਜੇ ਕਿਸੇ ਨੂੰ ਤਕਲੀਫ ਹੈ, ਕੋਈ ਦੁੱਖ ਹੈ, ਕੋਈ ਪਰੇਸ਼ਾਨੀ ਹੈ, ਤਾਂ ਅੱਜ ਤੋਂ ਸਾਰੇ ਡਰ, ਸਾਰੀਆਂ ਚਿੰਤਾਵਾਂ ਛੱਡ ਦਿਓ, ਕਿਉਂਕਿ ਕਈ ਡਰ ਲੈ ਕੇ ਬੈਠੇ, ਪਤਾ ਨਹੀਂ ਮੇਰੇ ਤੇ ਕਿਰਪਾ ਹੋਣੀ ਜਾਂ ਨਹੀਂ ਹੋਣੀ ਹੈ। ਨੈਗੇਟਿਵ ਐਟੀਟਿਊਡ ਬੰਦ ਕਰੋ, ਪੋਜ਼ਿਟਿਵ ਐਟੀਟਿਊਡ ਲਿਆਓ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ। ਬਸ ਇਹ ਵਿਸ਼ਵਾਸ ਰੱਖਣਾ ਹੈ ਤੁਸੀਂ, ਕਿਉਂਕਿ ਜਿਨ੍ਹਾਂ ਦਿਲਾਂ 'ਚ ਵਿਸ਼ਵਾਸ ਹੈ ਫਿਰ ਇਹ ਮਾਲਿਕ ਦਾ ਦਰ ਹੈ, ਇੱਥੋਂ ਵਾਕਈ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਭੇਜਿਆ ਜਾਂਦਾ ਹੈ। ਸਮਝ ਆ ਗਈ ਕਿ ਨਹੀਂ? ਇਸ ਲਈ ਅੱਜ ਤੋਂ ਆਪਣੇ ਅੰਦਰ ਵਿਸ਼ਵਾਸ ਰੱਖਣਾ ਹੈ, ਯਕੀਨ ਰੱਖਣਾ ਹੈ, ਭਰੋਸਾ ਰੱਖਣਾ ਹੈ, ਫਿਰ ਉਹ ਮਾਲਿਕ ਦੀ ਰਹਿਮਤ, ਮਾਲਿਕ ਦੀ ਕਿਰਪਾ ਹਰ ਕਦਮ ਤੇ ਤੁਹਾਡੀ ਹਿਫਾਜ਼ਤ ਕਰੇਗੀ, ਤੁਹਾਡੀ ਰੱਖਿਆ ਕਰੇਗੀ। ਜੋ ਅੱਜ ਤੱਕ ਨਹੀਂ ਹੋਇਆ, ਮਾਲਿਕ ਦੀ ਰਹਿਮਤ ਉਹ ਵੀ ਕਰਕੇ ਦਿਖਾਏਗੀ। ਬਸ ਯਕੀਨ ਆਪਣੇ ਮਾਲਿਕ ਤੇ ਰੱਖਣਾ ਹੈ, ਵਿਸ਼ਵਾਸ ਆਪਣੇ ਮਾਲਿਕ ਤੇ ਰੱਖਣਾ ਹੈ ਕਿ ਮੈਂ ਇਕੱਲਾ ਨਹੀਂ ਹਾਂ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਅੱਜ ਇਹ ਵਿਸ਼ਵਾਸ ਲੈ ਕੇ ਜਾਣਾ ਤੁਸੀਂ, ਕਿਉਂਕਿ ਪਿੱਛੇ ਜੋ ਹੋ ਗਿਆ ਸੋ ਹੋ ਗਿਆ। ਅੱਜ ਤੋਂ ਇਹ ਵਿਸ਼ਵਾਸ ਲੈ ਕੇ ਜਾਣਾ ਕਿ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਮੈਨੂੰ ਸਫਲਤਾ ਜ਼ਰੂਰ ਮਿਲੇਗੀ, ਮੈਨੂੰ ਤੰਦਰੁਸਤੀ ਜ਼ਰੂਰ ਮਿਲੇਗੀ, ਕਿਉਂਕਿ ਕਾਮਯਾਬੀ, ਸਫਲਤਾ, ਖੁਸ਼ੀਆਂ, ਤੰਦਰੁਸਤੀ ਦਾ ਦਾਤਾ ਮੇਰਾ ਮਾਲਿਕ ਮੇਰੇ ਨਾਲ ਹੈ ਜਾਂ ਨਹੀਂ? ਇਹ ਲਈ ਯਕੀਨ ਰੱਖਣਾ ਉਸ ਤੇ, ਕਿਉਂਕਿ ਡਾਕਟਰ ਤੁਹਾਨੂੰ ਦਵਾਈ ਦੇ ਸਕਦੇ ਆ, ਤਾਂ ਹੀ ਤਾਂ ਜਦੋਂ ਡਾਕਟਰ ਕੋਲ ਜਾਂਦੇ ਆ ਬੰਦਾ ਕਹਿੰਦਾ ਡਾਕਟਰ ਸਾਹਿਬ ਮੈਡੀਸਨ ਦਿਓ, ਪਰ ਮਾਲਿਕ ਦੇ ਘਰ 'ਚ ਦਵਾਈ ਨਹੀਂ, ਮਾਲਿਕ ਦੇ ਘਰ 'ਚ ਰਹਿਮਤਾਂ ਦਿੱਤੀਆਂ ਜਾਂਦੀਆਂ, ਤਾਂ ਹੀ ਬੰਦਾ ਕਹਿੰਦਾ ਮਾਲਕੋ ਰਹਿਮਤ ਕਰੋ, ਤੰਦਰੁਸਤੀ ਦਿਓ, ਚੰਗੀ ਸਿਹਤ ਦਿਓ, ਬਰਕਤ ਦਿਓ, ਕਿਉਂਕਿ ਪਤਾ ਜਿੱਥੋਂ ਜੋ ਮਿਲਣਾ ਹੈ ਉੱਥੋਂ ਉਹੀ ਮੰਗਿਆ ਜਾਂਦਾ ਹੈ। ਇਸ ਲਈ ਇਹ ਰਹਿਮਤਾਂ ਦਾ ਭੰਡਾਰ ਹੈ, ਇਹ ਖੁਸ਼ੀਆਂ ਦਾ ਭੰਡਾਰ ਹੈ, ਇਹ ਬਖਸ਼ਿਸ਼ਾਂ ਦਾ ਭੰਡਾਰ ਹੈ, ਇਹ ਮਾਲਿਕ ਦਾ ਉਹ ਘਰ ਹੈ ਜਿੱਥੇ ਜੋ ਵੀ ਇਨਸਾਨ ਸ਼ਰਧਾ ਪ੍ਰੇਮ ਨਾਲ ਆਂਦਾ ਹੈ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ। ਬਸ ਜ਼ਰੂਰਤ ਹੈ ਤੁਹਾਡੇ ਅੰਦਰ ਪੂਰਾ ਵਿਸ਼ਵਾਸ ਹੋਵੇ, ਪੋਜ਼ਿਟਿਵ ਨਜ਼ਰੀਆ ਹੋਵੇ ਤੁਹਾਡਾ ਕਿ ਮੇਰੇ ਤੇ ਰਹਿਮਤ ਹੋ ਗਈ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਗਈਆਂ, ਤਾਂ ਫਿਰ ਤੁਸੀਂ ਮਹਿਸੂਸ ਕਰੋਗੇ ਜਿੱਦਾਂ ਹੀ ਮੈਂ ਆਪਣੀ ਫ੍ਰੀਕੁਐਂਸੀ ਵਿਸ਼ਵਾਸ ਤੇ ਸੈੱਟ ਕੀਤੀ, ਰਹਿਮਤਾਂ ਤੇ ਸੈੱਟ ਕੀਤੀ, ਤਾਂ ਮੇਰੇ ਤੇ ਰਹਿਮਤਾਂ ਹੋਣੀਆਂ ਸ਼ੁਰੂ ਹੋ ਗਈਆਂ। ਇਸ ਲਈ ਅੱਜ ਤੋਂ ਬਾਅਦ ਕੋਈ ਨੈਗੇਟਿਵਿਟੀ ਨਹੀਂ, ਪੂਰੀ ਪੋਜ਼ਿਟਿਵਿਟੀ ਲੈ ਕੇ ਜਾਣੀ, ਵਿਸ਼ਵਾਸ ਲੈ ਕੇ ਜਾਣਾ, ਯਕੀਨ ਲੈ ਕੇ ਜਾਣਾ ਹੈ, ਔਰ ਫਿਰ ਤੁਸੀਂ ਦੇਖੋਗੇ ਮਾਲਕ ਦੀਆਂ ਰਹਿਮਤਾਂ ਦੇ ਉਹ ਚਮਤਕਾਰ ਕਿ ਜੋ ਅੱਜ ਤੱਕ ਨਹੀਂ ਹੋਇਆ ਉਹ ਵੀ ਹੋਣਾ ਸ਼ੁਰੂ ਹੋ ਜਾਏਗਾ। ਸਮਝਦੇ ਹੋ ਕਿ ਨਹੀਂ? ਇਸ ਲਈ ਵਿਸ਼ਵਾਸ ਰੱਖਣਾ ਹੈ, ਯਕੀਨ ਰੱਖਣਾ ਹੈ, ਭਰੋਸਾ ਰੱਖਣਾ ਹੈ, ਹਰ ਕਦਮ ਤੇ ਮਾਲਿਕ ਤੁਹਾਡੇ। ਬੋਲੋ ਸਮਝਦੇ ਹੋ ਕਿ ਨਹੀਂ? ਸੋ ਫਿੱਟ ਕਰ ਲਈ ਕਿ ਨਹੀਂ ਗੱਲ? ਇੱਥੇ ਬਸਾ ਲਈ ਕਿ ਨਹੀਂ? ਇੱਕ ਹਾਰਟ। ਹੁਣ ਇੱਕ ਪਾਸੇ ਧਿਆਨ ਦੇ ਦਿਓ, ਚਿੰਤਾਵਾਂ ਛੱਡੋ, ਟੈਨਸ਼ਨਾਂ ਛੱਡੋ, ਬਲੀਵ, ਯਕੀਨ, ਭਰੋਸੇ, ਵਿਸ਼ਵਾਸ ਤੇ ਆਪਣੀ ਪੂਰੀ ਸੁਰਤੀ ਕਾਇਮ ਕਰ ਦਿਓ ਕਿ ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ। ਤਾਂ ਫਿਰ ਦੇਖੋ ਤੁਹਾਡੀ ਜ਼ਿੰਦਗੀ 'ਚ ਕਿੱਦਾਂ ਖੁਸ਼ੀਆਂ ਆਉਣਗੀਆਂ। ਔਰ ਜੋ ਪ੍ਰੇਮ ਵਾਲਾ ਮੈਡੀਟੇਸ਼ਨ ਦੱਸਿਆ ਉਹ 5 ਮਿੰਟ ਰੋਜ਼ ਜ਼ਰੂਰ ਕਰਿਆ ਕਰੋ। ਸਮਝਦੇ ਹੋ ਕਿ ਨਹੀਂ? ਤਾਂ ਤੁਸੀਂ ਆਪਣੇ ਜੀਵਨ 'ਚ ਬਦਲਾਵ ਦੇਖੋਗੇ, ਆਪਣੀਆਂ ਦਰਦਾਂ ਨੂੰ ਦੂਰ ਹੁੰਦਾ ਦੇਖੋਗੇ, ਆਪਣੇ ਜੀਵਨ 'ਚ ਖੁਸ਼ੀਆਂ ਆਉਂਦੀਆਂ ਤੁਸੀਂ ਦੇਖੋਗੇ, ਕਿਉਂਕਿ ਜਿੱਥੇ ਪ੍ਰੇਮ ਆਉਣਾ ਸ਼ੁਰੂ ਹੋ ਗਿਆ ਉੱਥੇ ਤਾਂ ਪਰਮਾਤਮਾ ਵਸਦਾ ਹੈ, ਉੱਥੇ ਤਾਂ ਪ੍ਰਭੂ ਦਾ ਵਾਸ ਹੈ, ਉੱਥੇ ਤਾਂ ਉਹਦੀਆਂ ਰਹਿਮਤਾਂ ਦਾ ਵਾਸ ਹੈ। ਅਸੀਂ ਇਹੀ ਤਾਂ ਚਾਹੁੰਦੇ ਕਿ ਤੁਹਾਡੇ ਰੋਮ ਰੋਮ ਨੂੰ ਇੰਨਾ ਆਨੰਦ ਨਾਲ ਭਰ ਦਈਏ ਕਿ ਤੁਹਾਡੇ ਅੰਦਰ ਬੈਠਿਆ ਜੋ ਪਰਮ ਆਨੰਦ ਹੈ, ਉਹ ਪਰਮ ਸ਼ਕਤੀ ਪਰਮਾਤਮਾ ਹੈ, ਤੁਹਾਨੂੰ ਐਸੀ ਯੁਕਤੀ ਸ਼ਬਦ ਦੀ ਦੇ ਦਈਏ, ਐਸੀ ਨਾਮ ਦੀ ਯੁਕਤੀ ਦੇ ਦਈਏ ਕਿ ਤੁਹਾਨੂੰ ਉਹ ਪਰਮ ਆਨੰਦ ਨਾਲ ਜੋੜ ਦਈਏ, ਤਾਂ ਕਿ ਤੁਹਾਡਾ ਰੋਮ ਰੋਮ ਆਨੰਦ ਨਾਲ ਇੰਨਾ ਭਰ ਜਾਵੇ ਕਿ ਤੁਸੀਂ ਤਾਂ ਆਨੰਦਿਤ ਹੋਵੋ, ਔਰ ਇਹ ਤੁਹਾਡਾ ਆਨੰਦ ਇੰਨਾ ਹੋਵੇ ਕਿ ਤੁਸੀਂ ਦੂਜਿਆਂ ਨੂੰ ਵੀ ਆਨੰਦ ਵੰਡਦੇ ਫਿਰੋ, ਦੂਜਿਆਂ ਦੇ ਜੀਵਨ 'ਚ ਵੀ ਆਨੰਦ ਦਿੰਦੇ ਫਿਰੋ ਕਿ ਲੈ ਭਾਈ ਮੇਰੇ ਕੋਲ ਇੰਨੀ ਖੁਸ਼ਬੂ ਹੈ, ਤੂੰ ਵੀ ਲੈ,
ਮੇਰੇ ਕੋਲ ਇੰਨੀ ਖੁਸ਼ੀ ਹੈ, ਤੂੰ ਵੀ ਲੈ, ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਮੇਰੇ ਮਾਲਿਕ ਨੇ ਮੇਰੇ ਅੰਦਰ ਆਨੰਦ ਭਰਿਆ ਹੈ। ਜ਼ਰੂਰਤ ਤੋਂ ਜ਼ਿਆਦਾ ਖੁਸ਼ੀਆਂ ਮੇਰੇ ਅੰਦਰ ਮੇਰੇ ਮਾਲਿਕ ਨੇ ਭਰੀਆਂ ਹੈ। ਜ਼ਰੂਰਤ ਤੋਂ ਜ਼ਿਆਦਾ એનર્ਜੀ ਮੇਰੇ ਅੰਦਰ ਮੇਰੇ ਮਾਲਿਕ ਨੇ ਭਰੀ ਹੈ। ਹੁਣ ਇਹ ਆਨੰਦ ਮੈਂ ਵੰਡਦਾ ਫਿਰਦਾ। ਅੱਜ ਆਨੰਦ ਲੱਭਦੇ ਫਿਰਦੇ ਹੋ ਤੁਸੀਂ। ਜਰਾ ਯੁਕਤੀ ਲੈ ਕੇ ਦੇਖੋ ਮਾਲਿਕ ਦੇ ਚਰਨਾਂ ਚੋਂ, ਨਾਮ ਦੀ, ਸ਼ਬਦ ਦੀ, ਫਿਰ ਦੇਖੋ ਆਨੰਦ ਲੱਭਣ ਦੀ ਬਜਾਏ ਤੁਸੀਂ ਆਨੰਦ ਵੰਡਦੇ ਫਿਰੋਗੇ, ਆਨੰਦ ਦੂਜਿਆਂ ਨੂੰ ਦਿੰਦੇ ਫਿਰੋਗੇ, ਕਿਉਂਕਿ ਇੰਨਾ ਆਨੰਦ ਦਾ ਭੰਡਾਰ ਤੁਹਾਡੇ ਅੰਦਰ ਹੈ। ਬਸ ਬਲੀਵ, ਵਿਸ਼ਵਾਸ, ਯਕੀਨ ਦੇ ਨਾਲ ਹੀ ਤੁਸੀਂ ਉਸ ਆਨੰਦ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਲਈ ਯਕੀਨ ਰੱਖੋ, ਵਿਸ਼ਵਾਸ ਰੱਖੋ, ਤਾਂ ਮਾਲਿਕ ਹਰ ਕਦਮ ਤੇ ਹਰ ਪਲ ਤੁਹਾਡੇ ਨਾਲ ਹੈ ਔਰ ਤੁਹਾਡੀ ਜ਼ਿੰਦਗੀ, ਤੁਹਾਡਾ ਇਹ ਜੀਵਨ ਸਫਲ ਹੋ ਜਾਏਗਾ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਮਾਲਿਕ ਤੁਹਾਨੂੰ ਬਲ ਬਖਸ਼ਣ ਔਰ ਤੁਹਾਡੇ ਸਭ ਦੇ ਦਿਲਾਂ 'ਚ ਸੱਚੀ ਮੁਹੱਬਤ, ਸੱਚਾ ਪ੍ਰੇਮ, ਸੱਚਾ ਵਿਸ਼ਵਾਸ ਪੈਦਾ ਹੋ ਜਾਵੇ, ਤਾਂ ਕਿ ਤੁਸੀਂ ਉਹ ਮਾਲਿਕ ਦੀਆਂ ਰਹਿਮਤਾਂ ਦਾ ਉਹ ਭੰਡਾਰ ਹਰ ਵਕਤ ਪ੍ਰਾਪਤ ਕਰਦੇ ਰਹੋ, ਤਾਂ ਕਿ ਜੀਵਨ 'ਚ ਕੋਈ ਤੋਟ, ਕੋਈ ਘਾਟ, ਕੋਈ ਤੁਹਾਨੂੰ ਕਮੀ ਨਾ ਆਵੇ। ਔਰ ਅੱਜ ਜਿੰਨੇ ਵੀ ਜੀਵ ਉਸ ਮਾਲਿਕ ਦੇ ਘਰ 'ਚ ਆਏ ਹੈ, ਮਾਲਿਕ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਕਬੂਲ ਕਰਨ। ਅੱਜ ਬਹੁਤ ਜੀਵ ਐਸੇ ਹੈ ਜੋ ਮਾਲਿਕ ਦੇ ਨਾਮ ਦੀ ਨਿਆਜ਼ ਵੀ ਲੈ ਕੇ ਆਏ ਹੈ। ਜੇ ਕੋਈ ਆਪਣੀ ਤਕਲੀਫ, ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਜਿਸ ਭਾਵਨਾ ਨਾਲ ਉਹ ਜੀਵ ਨਿਆਜ਼ ਲੈ ਕੇ ਆਇਆ ਹੈ, ਮਾਲਿਕ ਉਹਦੀ ਉਹ ਨਿਆਜ਼ ਨੂੰ ਕਬੂਲ ਕਰਨ, ਉਹਦੀ ਉਹ ਕਾਮਨਾ ਨੂੰ, ਉਹਦੀ ਭਾਵਨਾ ਨੂੰ ਪੂਰਾ ਕਰਨ। ਤਾਂ ਜੇ ਕੋਈ ਜੀਵ ਅੱਜ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਮਾਲਿਕ ਉਹਦੀਆਂ ਖੁਸ਼ੀ ਦੀਆਂ ਨਿਆਜ਼ਾਂ ਨੂੰ ਕਬੂਲ ਕਰਨ ਔਰ ਉਹ ਜੀਵ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾ ਦੇਣ ਕਿ ਉਹਨੂੰ ਕਦੀ ਫਰਿਆਦਾਂ ਕਰਨ ਦੀ ਜ਼ਰੂਰਤ ਹੀ ਨਾ ਪਵੇ। ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਹੀ ਮਾਲਿਕ ਤੁਹਾਡੇ ਤੇ ਬਣਾਏ ਰੱਖਣ, ਤਾਂ ਕਿ ਤੁਸੀਂ ਸੇਵਾ ਸਿਮਰਨ ਕਰਕੇ ਨੇਕ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੋ। ਇੱਦਾਂ ਹੀ ਮਾਲਿਕ ਆਪਣੀ ਕਿਰਪਾ, ਦਇਆ ਤੁਹਾਡੇ ਤੇ ਸਦਾ ਹੀ ਬਣਾਏ ਰੱਖੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।